ਮੇਰਾ ਪੰਜਾਬ ਲਾਈਵ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਸੈਮੀ ਧਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੁਬਾਰਾ ਫਿਰ ਅਸੀਂ ਲਾਈਵ ਹੋ ਚੁੱਕੇ ਹਾਂ ਆਪਣੇ ਫੇਸਬੁੱਕ ਪੇਜ ਤੇ। ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਫੇਸਬੁੱਕ ਪੇਜ ਹੈ ਮੇਰਾ ਪੰਜਾਬ ਲਾਈਵ। ਤੁਸੀਂ ਸਾਨੂੰ ਟਵਿੱਟਰ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਟਵਿੱਟਰ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਮੇਰਾ ਪੰਜਾਬ ਲਾਈਵ। ਇਸ ਤੋਂ ਇਲਾਵਾ ਤੁਸੀਂ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ ਟਿਊਨ ਇਨ ਐਪ ਦੇ ਜ਼ਰੀਏ, ਜੀਨੋ ਰੇਡੀਓ ਦੇ ਜ਼ਰੀਏ, radio.net ਐਪ ਦੇ ਜ਼ਰੀਏ। radio.net ਐਪ ਦੇ ਜ਼ਰੀਏ ਤੁਸੀਂ ਸਾਨੂੰ ਸੁਣ ਸਕਦੇ ਹੋ। ਐਮਾਜ਼ੋਨ ਫਾਇਰ TV, ਐਪਲ TV ਦੇ ਉੱਪਰ ਵੀ ਅਸੀਂ ਅਵੇਲੇਬਲ ਹਾਂ ਇਸ ਪਲੇਟਫਾਰਮ ਦੇ ਰਾਹੀਂ। ਇਸ ਤੋਂ ਇਲਾਵਾ ਸਟਰੀਮਾ ਐਪ ਦੇ ਰਾਹੀਂ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਸਾਡੀ ਵੈਬਸਾਈਟ ਹੈ www.merapunjablive.com। ਉਸ ਦੇ ਰਾਹੀਂ ਵੀ ਲੌਗਇਨ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। ਇਸ ਤੋਂ ਇਲਾਵਾ USA ਦੇ ਵਿੱਚ ਤੁਸੀਂ ਸਾਡੇ ਨਾਲ ਆਪਣੇ ਫੋਨ ਦੇ ਰਾਹੀਂ ਜੁੜ ਸਕਦੇ ਹੋ। ਫੋਨ ਦੇ ਉੱਪਰ ਤੁਸੀਂ ਨੰਬਰ ਡਾਇਲ ਕਰਕੇ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। ਸਾਡਾ USA ਦੇ ਵਿੱਚ ਫੋਨ ਨੰਬਰ ਹੈ 5188961628 518-896-1628। ਸਾਡੇ ਇਸ ਜਿਹੜਾ ਹੁਣ ਲਾਈਵ ਹੈ ਇਸ ਦੇ ਵਿੱਚ ਸਾਡੇ ਮਹਿਮਾਨ ਰਹਿਣਗੇ ਫੇਜ਼ੀਆਨ ਐਮ ਬੱਟ, ਜਿਹੜੇ ਕਿ ਵਕੀਲ ਨੇ। ਅਸੀਂ ਉਹਨਾਂ ਦੇ ਨਾਲ ਜਿਹੜੀ COVID-19 ਦੇ ਉੱਪਰ ਗੱਲਬਾਤ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਬੱਟ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਸੈਵੀ ਭਾਈ, ਤੁਸੀਂ ਕੋਈ ਕੰਮ ਨਹੀਂ ਛੱਡਿਆ ਯਾਰ। ਤੁਸੀਂ ਫੋਨ ਤੇ, ਐਪਲ TV ਤੇ ਹਰ ਜਗ੍ਹਾ ਤੇ ਤੁਹਾਡਾ ਜਿਹੜਾ ਹੈ ਚੈਨਲ ਚੱਲਣ ਡਿਆ ਤੇ ਬਹੁਤ ਬਹੁਤ ਮੁਬਾਰਕ ਹੋਏ ਤੁਹਾਨੂੰ ਇਸ ਗੱਲ ਦੀ। ਆਈ ਥਿੰਕ ਬਹੁਤ ਚੰਗਾ ਤੁਸੀਂ ਕੰਮ ਕਰਨ ਡਏ ਹੋ ਤੇ ਇਸ ਨਾਲ ਤੁਹਾਨੂੰ ਹੋਪਫੁਲੀ ਕਮਿਊਨਿਟੀ ਰੈਕਗਨਾਈਜ਼ ਕਰ ਸਕਦੀ ਹੈ ਕਿ ਬਹੁਤ ਹੀ ਇੰਪੋਰਟੈਂਟ ਕੰਮ ਹੈ ਸਾਡੀ ਕਮਿਊਨਿਟੀ ਵਿੱਚ। ਤੇ ਪਲੀਜ਼ ਕੀਪ ਇਟ ਅਪ। ਥੈਂਕ ਯੂ ਬੱਟ ਸਾਹਿਬ। ਅਸੀਂ ਤਾਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਿ ਕਮਿਊਨਿਟੀ ਦੇ ਨਾਲ ਜਿਹੜੀ ਕਿ ਸਹੀ ਇਨਫੋਰਮੇਸ਼ਨ ਆ ਕਮਿਊਨਿਟੀ ਤੱਕ ਉਹ ਪਹੁੰਚਦੀ ਕੀਤੀ ਜਾਵੇ। ਸੋ ਇਹ ਤਾਂ ਮੇਰੀ ਇੱਕ ਨਿੱਕੀ ਜਿਹੀ ਕੋਸ਼ਿਸ਼ ਆ ਆਪਣੀ ਸਾਈਡ ਦੇ ਉੱਪਰ ਕਿ ਮੈਂ ਇੱਕ ਨਿੱਕੀ ਜਿਹੀ ਕੋਸ਼ਿਸ਼ ਦੇ ਜ਼ਰੀਏ ਜੇ ਆਪਣੀ ਕਮਿਊਨਿਟੀ ਤੱਕ ਜਿਹੜੀ ਕਿ ਕੋਈ ਇਨਫੋਰਮੇਸ਼ਨ, ਜਿਹੜੀ ਸਹੀ ਇਨਫੋਰਮੇਸ਼ਨ ਆ ਉਹ ਪਹੁੰਚਾ ਸਕਾਂ। ਕਿਉਂਕਿ ਕਈ ਵਾਰੀ ਹੁੰਦਾ ਕਿ ਸਾਡੀ ਕਮਿਊਨਿਟੀ ਜਿਹੜੀ ਕਿ ਉਹ ਇੰਗਲਿਸ਼ ਦੇ ਵਿੱਚ ਜਿਹੜੀ ਗੱਲਬਾਤ ਨੂੰ ਨਹੀਂ ਸਮਝ ਸਕਦੀ ਹੁੰਦੀ। ਸੋ ਮੇਰੀ ਕੋਸ਼ਿਸ਼ ਆ ਕਿ ਮੈਂ ਪੰਜਾਬੀ ਦੇ ਵਿੱਚ ਸਾਰੀ ਇਨਫੋਰਮੇਸ਼ਨ ਆ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਤੱਕ ਪਹੁੰਚਦੀ ਕਰ ਸਕੀਏ। ਸੋ ਬੱਟ ਸਾਹਿਬ, ਗੱਲਬਾਤ ਸ਼ੁਰੂ ਕਰ ਰਹੇ ਹਾਂ ਕਿਉਂਕਿ ਪਿਛਲਾ ਪ੍ਰੋਗਰਾਮ ਮੈਂ 12 ਵਜੇ ਸ਼ੁਰੂ ਕੀਤਾ ਸੀਗਾ ਇੰਸ਼ੋਰੈਂਸ ਦੇ ਸੰਬੰਧੀ। ਉਸ ਟਾਈਮ ਜਿਹੜੇ COVID-19 ਦੇ ਅੰਕੜੇ ਸੀ ਉਹ ਕੁਛ ਹੋਰ ਸੀ ਕੈਨੇਡਾ ਤੇ ਅਲਬਰਟਾ ਦੇ। ਅਲਬਰਟਾ ਦੇ ਤਾਂ ਸੋ ਫਾਰ ਸੇਮ ਆ, ਪਰ ਕੈਨੇਡਾ ਦੇ ਜਿਹੜੇ ਅੰਕੜੇ ਆ ਉਹ 1 ਘੰਟੇ ਦੇ ਵਿੱਚ ਹੀ ਬਦਲ ਗਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣਾ ਜਿਹੜੇ ਅੰਕੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਟੋਟਲ ਜਿਹੜੇ ਕੇਸ ਨੇ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਪਰ 23,92,946 ਕੇਸ ਨੇ। 4,483 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। 6,14,863 ਜਿਹੜੇ ਕਿ ਰਿਕਵਰ ਹੋ ਚੁੱਕੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਮੇਰੀ ਸਮਝ ਆ ਰਹੀ ਹੋਵੇਗੀ। ਹਾਂਜੀ, ਜੇ ਨਾ ਲੱਗੇ ਤਾਂ ਮੈਨੂੰ ਦੱਸ ਦੇਣਾ, ਤਾਂ ਮੈਂ ਇੰਗਲਿਸ਼ ਦੇ ਵਿੱਚ ਕਰ ਦੂੰਗਾ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਪੰਜਾਬੀ ਦੇ ਵਿੱਚ ਹੀ ਜਿਹੜੀ ਗੱਲਬਾਤ ਉਹ ਰੱਖਾਂ। ਹਾਂਜੀ, ਸੋ ਜਿਹੜੇ ਰਿਕਵਰ ਨੇ ਉਹ ਹੁਣ ਤੱਕ ਇਹ ਵਰਲਡ ਦੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੀਗਾ, ਕੈਨੇਡਾ ਦੇ ਹਲੇ ਨਹੀਂ ਸੀ ਕਰ ਰਿਹਾ ਗਾ ਨਾ। ਸੋ ਸਾਰੀ ਦੁਨੀਆ ਦੇ ਵਿੱਚ ਜਿਹੜੇ 6,14,863 ਜਿਹੜੇ ਨੇ ਉਹ ਪੇਸ਼ੈਂਟ ਜਿਹੜੇ ਉਹ ਰਿਕਵਰ ਕਰ ਚੁੱਕੇ ਨੇ। ਹੁਣ ਗੱਲ ਕਰ ਰਿਹਾ ਮੈਂ ਕੈਨੇਡਾ ਦੀ। ਕੈਨੇਡਾ ਦੇ ਵਿੱਚ ਜਿਹੜੇ ਟੋਟਲ ਕੇਸ ਨੇ ਇਸ ਟਾਈਮ ਦੇ ਉੱਪਰ ਉਹ ਜਿਹੜੇ ਐਕਟਿਵ ਕੇਸ ਨੇ 21,423 ਨੇ। ਜਿਹੜੇ ਕਿ ਰਿਕਵਰ ਕਰ ਚੁੱਕੇ ਨੇ 11,807 ਨੇ। 1,583 ਜਦੋਂ ਮੈਂ ਪਿਛਲਾ ਪ੍ਰੋਗਰਾਮ ਕਰ ਰਿਹਾ ਸੀ ਤਾਂ ਉਸ ਸਮੇਂ ਜਿਹੜੀਆਂ ਕੈਨੇਡਾ ਦੇ ਵਿੱਚ ਮੌਤਾਂ ਸੀ ਉਹ 1,506 ਸੀ, ਪਰ ਹੁਣ ਜਿਹੜੀਆਂ 1,583 ਮੌਤਾਂ ਦਾ ਜਿਹੜਾ ਅੰਕੜਾ ਉਹ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਜਿਹੜੇ 557 ਨੇ ਉਹ ਕ੍ਰਿਟੀਕਲ ਯਾਨੀ ਕਿ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ, ICU ਦੇ ਵਿੱਚ ਨੇ ਕੈਨੇਡਾ ਦੇ ਵਿੱਚ। ਇਸ ਦੇ ਨਾਲ ਹੀ ਮੈਂ ਆਪਣੇ ਗੁਆਂਢੀ ਮੁਲਕ ਦੀ ਵੀ ਗੱਲ ਕਰ ਲਵਾਂ, USA ਦੀ ਵੀ। ਸੋ ਫਾਰ ਜਿਹੜਾ ਟਰੂਡੋ ਸਾਹਿਬ ਨੇ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਵੀ ਜਿਹੜਾ ਬੈਨ ਆ ਟਰੈਵਲ ਬੈਨ ਆ ਜਿਹੜਾ USA ਦੇ ਨਾਲ ਜਿਹੜੇ ਬਾਰਡਰ ਆ ਉਹ 30 ਦਿਨਾਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਹੈ। ਸੋ USA ਦੇ ਵਿੱਚ ਇਸ ਟਾਈਮ ਤੇ ਜਿਹੜੇ ਕੁੱਲ ਗਿਣਤੀ ਆ ਉਹ 7,57,636 ਆ। ਸੋ ਨਵੇਂ ਕੇਸ ਉੱਥੇ ਜਿਹੜੇ ਇਸ ਟਾਈਮ ਤੇ ਆਏ ਨੇ ਪਿਛਲੇ 24 ਘੰਟਿਆਂ 'ਚ 18,844 ਨੇ।
40,223 ਜਿਹੜੀਆਂ ਉਹ ਮੌਤਾਂ ਹੋ ਚੁੱਕੀਆਂ ਨੇ, ਜਿਹੜਾ ਕਿ ਬਹੁਤ ਵੱਡਾ ਅੰਕੜਾ ਹੈ ਇਸ ਟਾਈਮ ਦੇ ਵਿੱਚ USA ਦੇ ਵਿੱਚ। ਸੋ ਜਿਹੜੇ 1209 ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਉਹ ਮੌਤਾਂ ਨੇ। ਟੋਟਲ 69,171 ਜਿਹੜੇ ਉਹ ਰਿਕਵਰ ਪੇਸ਼ੈਂਟ ਹੋ ਚੁੱਕੇ ਨੇ। 6,48,242 ਜਿਹੜੇ ਉਹ ਐਕਟਿਵ ਕੇਸ ਨੇ USA ਦੇ ਵਿੱਚ। 13,556 ਜਿਹੜੇ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ, ICU ਦੇ ਵਿੱਚ ਨੇ, ਉਹ ਨੇ। ਸੋ ਬਾਟ ਸਾਹਿਬ, ਜਿਹੜਾ ਕਿ ਆਪਾਂ ਕੰਪੇਅਰ ਕਰੀਏ ਕੈਨੇਡਾ ਦੇ ਨਾਲ, USA ਦੇ ਨਾਲ, ਈਵਨ ਜਿਹੜਾ USA ਆ ਉਹ ਇਸ ਟਾਈਮ ਤੇ ਜਿਹੜਾ ਮੈਂ ਵਰਡੋਮੀਟਰ ਦੇ ਉੱਪਰ ਜਿਹੜਾ ਚੈੱਕ ਕਰ ਰਿਹਾ ਸੀ ਉਹ ਨੰਬਰ 1 ਤੇ ਆ। ਇਟਲੀ, ਸਪੇਨ, ਉਹਨਾਂ ਨੂੰ ਵੀ ਜਿਹੜਾ ਪਿੱਛੇ ਜਿਹੜਾ ਕਿ ਉਹ ਛੱਡ ਗਿਆ ਹੈ। ਸੋ ਤੁਸੀਂ ਆਪਣੇ ਇਸ COVID-19 ਦੇ ਉੱਪਰ ਸਾਡੇ ਨਾਲ ਕੁਝ ਜਿਹੜੀ ਕਿ ਆਪਣੀ ਵਿਚਾਰਾਂ ਦੀ ਸਾਂਝ ਪਾਓ। ਸਾਨੂੰ ਪਹਿਲੀ ਗੱਲ ਹੈ ਕਿ US ਜਿਹੜੇ ਨੇ ਸਾਡੇ ਜਿਹੜੇ ਗੁਆਂਢੀ ਨੇ, ਉਹਨਾਂ ਦੀ ਆਬਾਦੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਸਾਡੇ ਨਾਲ, ਰਾਈਟ। ਉਹ ਆਈ ਥਿੰਕ ਉਹਨਾਂ ਦੀ ਕੋਈ 300 ਮਿਲੀਅਨ ਦੇ ਕਰੀਬ ਹੈ ਉਹਨਾਂ ਦੀ ਆਬਾਦੀ। ਸੋ ਇਹ ਤਾਂ ਨੈਚੁਰਲ ਗੱਲ ਹੈ ਕਿ ਉੱਥੇ ਜਿਹੜਾ ਜ਼ਿਆਦਾ ਉੱਥੇ ਕੇਸਿਸ ਹੋਣਗੇ ਕਿਉਂਕਿ ਉੱਥੇ ਲੋਕੀ ਜ਼ਿਆਦਾ ਨੇ, ਰਾਈਟ। ਸੋ ਦੂਸਰੀ ਗੱਲ ਇਹ ਹੈ ਕਿ ਜਿਹੜੀ US ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਨਾ ਜ਼ਰਾ ਅਲੱਗ ਮੈਸੇਜ ਹੈ। ਹੁਣ ਜਿਹੜੇ ਸਾਡਾ ਪ੍ਰਾਈਮ ਮਿਨਿਸਟਰ ਹੈ ਜਸਟਿਨ ਟਰੂਡੋ, ਉਹਦਾ ਮੈਸੇਜ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਇਸ ਕਰਵ ਨੂੰ ਫਲੈਟ ਨਹੀਂ ਕਰ ਸਕਦੇ, ਤੁਸੀਂ ਉਨੀ ਦੇਰ ਤੱਕ ਅਹਤਿਆਤ ਕਰੋ, ਆਪਣੇ ਘਰਾਂ 'ਚ ਰਹੋ, ਅਨਨੈਸੈਸਰੀਲੀ ਮਤਲਬ ਜੇ ਜ਼ਰੂਰਤ ਨਹੀਂ ਹੈ ਕਿਸੇ ਚੀਜ਼ ਦੀ ਤਾਂ ਤੁਸੀਂ ਬਾਹਰ ਨਾ ਜਾਓ। ਅਮਰੀਕਾ 'ਚ ਥੋੜਾ ਜਿਹਾ ਹੋਰ ਕਲਚਰ ਹੈ, ਅਸੀਂ ਜਿਹੜਾ ਦੇਖਣ ਦੇ ਆ ਨਿਊਜ਼ ਦੇ ਵਿੱਚ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵਾ, ਜਿੱਥੇ ਕਿ ਮਿਸ਼ੀਗਨ ਇੱਕ ਸਟੇਟ ਹੈ ਅਮਰੀਕਾ ਦੇ ਵਿੱਚ। ਉੱਥੇ ਗਵਰਨਰ ਨੇ ਜਿਹੜਾ ਸਟੇ ਐਟ ਹੋਮ ਆਰਡਰ ਦਿੱਤਾ, ਮਤਲਬ ਕਿ ਘਰ ਰਹਿਣ ਦਾ ਆਰਡਰ ਦਿੱਤਾ, ਉਹ ਆਲਰੇਡੀ ਲੋਕੀ ਡਿਫਾਈ ਕਰਨ ਦੇ ਨੇ ਓਪਨਲੀ। ਉਹਦੀ ਜਾ ਕੇ ਉਹਨਾਂ ਨੇ ਜਲੂਸ ਕੱਢੇ ਨੇ, ਉਹ ਫਿਰਨ ਦੇ ਨੇ ਕਿ ਜਿਹੜਾ ਇਹ ਗਵਰਨਮੈਂਟ ਸਾਨੂੰ ਕੌਣ ਹੁੰਦੀ ਹੈ ਸਾਨੂੰ ਰੋਕਣ ਵਾਲੀ ਕਿ ਅਸੀਂ ਬਾਹਰ ਨਾ ਜਾ ਸਕੀਏ। ਠੀਕ ਹੈ, ਇੱਕ ਨਜ਼ਰ ਤੋਂ ਇਹ ਗੱਲ ਠੀਕ ਹੈ ਕਿ ਕਈ ਟਾਈਮ ਐਸੇ ਵੀ ਹੁੰਦੇ ਨੇ ਜਦੋਂ ਮਤਲਬ ਕਿ ਇਹੋ ਜਿਹੇ ਪੈਂਡੈਮਿਕ ਨਹੀਂ ਚੱਲਣ ਦੇ ਹੁੰਦੇ ਕਿ ਗਵਰਨਮੈਂਟ ਦੀ ਥੋੜੀ ਜਿਹੀ ਇਹੋ ਜਿਹੀ ਅਥਾਰਟੀ ਨਹੀਂ ਹੁੰਦੀ ਕਿ ਉਹ ਸਾਨੂੰ ਕਹੇ ਕਿ ਘਰਾਂ ਦੇ ਅੰਦਰ ਰਹੋ ਤੁਸੀਂ ਤੇ ਬਾਹਰ ਨਹੀਂ ਜਾ ਸਕਦੇ, ਕੰਮ ਤੇ ਨਹੀਂ ਜਾਣਾ। ਹਾਊਐਵਰ ਕਿਉਂਕਿ ਇਹ ਜਿਹੜੀ ਇਸ਼ੂ ਇਸ ਵਕਤ COVID-19 ਦੀ ਚੱਲਣ ਰਹੀ ਹੈ, ਇਹ ਪਬਲਿਕ ਹੈਲਥ ਇਸ਼ੂ ਹੈ, ਰਾਈਟ। ਤੇ ਇਹ ਜਦੋਂ ਤੁਸੀਂ ਇੱਕ ਬੰਦਾ ਬਾਹਰ ਜਾਂਦਾ ਹੈ, ਉਹ ਆਪਣੇ ਜਿਹੜੇ 10 ਬੰਦਿਆਂ ਨਾਲ ਰਾਹ 'ਚ ਮਿਲੇਗਾ, ਉਹਨਾਂ ਨੂੰ ਵੀ ਰਿਸਕ ਦੇ ਵਿੱਚ ਪਾਉਂਦਾ ਹੈ। ਸੋ ਇਹ ਗੱਲ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਜਿੱਦਾਂ ਡਿਫਾਈ ਕਰਨ ਦੇ ਨੇ ਓਪਨਲੀ ਕਿ ਸਾਨੂੰ ਗਵਰਨਮੈਂਟ ਬਾਹਰ ਨਹੀਂ ਜਾਣ ਦੇਣ ਲਈ, ਉਹ ਗੱਲ ਨਹੀਂ ਹੈ। ਗੱਲ ਇਹ ਵੇ ਕਿ ਤੁਸੀਂ ਜਾ ਤੇ ਮਤਲਬ ਸਕਦੇ ਹੋ, ਪਰ ਤੁਸੀਂ ਸੋਚੋ ਕਿ ਤੁਹਾਡੇ ਬਾਹਰ ਜਾਣਾ ਇਹ ਕਿੱਡਾ ਮਤਲਬ ਕਿ ਸੈਲਫਿਸ਼ ਕਿਸਮ ਦੀ ਇਹ ਸੋਚ ਹੈ ਕਿ ਜੇ ਮੈਂ ਬਾਹਰ ਜਾਣਾ ਤਾਂ ਠੀਕ ਹੈ, ਪਰ ਪੂਰੇ ਸ਼ਹਿਰ ਨੂੰ ਜੇ ਮੈਂ ਰਿਸਕ ਦੇ ਵਿੱਚ ਪਾਵਾਂ ਜਾਂ ਆਪਣੇ ਘਰਦਿਆਂ ਨੂੰ ਮੈਂ ਜਦੋਂ ਵਾਪਸ ਘਰ ਆਵਾਂ ਰਿਸਕ ਦੇ ਵਿੱਚ ਪਾਵਾਂ, ਇਹ ਗੱਲ ਵੀ ਬੰਦੇ ਨੂੰ ਸੋਚਣੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਜਿਹੜੇ ਨੰਬਰ ਨੇ, ਆਈ ਥਿੰਕ ਤੁਸੀਂ ਦੇਖੋਗੇ ਕਿ ਹਲੇ ਇਹ ਨੰਬਰ ਜਿਹੜੇ ਇਹਨਾਂ ਦਾ ਇੰਨਾ ਕੋਈ ਨਾ ਰਿਲਾਇਬਲ ਕਿਸਮ ਦੇ ਨੰਬਰ ਨਹੀਂ, ਕਿਉਂਕਿ ਇਹ ਹਲੇ ਹੋਰ ਵਧਣਗੇ। ਜਿੰਨੀ ਦੇਰ ਤੱਕ ਸਾਡੇ ਕੋਲ ਵੈਕਸੀਨ ਨਹੀਂ ਹੁੰਦੀ, ਜਿੰਨੀ ਦੇਰ ਤੱਕ ਸਾਨੂੰ ਗਵਰਨਮੈਂਟ ਨਹੀਂ ਕਹਿੰਦੀ ਕਿ ਗਵਰਨਮੈਂਟ ਤਾਂ ਤੁਸੀਂ ਛੱਡੋ, ਜਿੰਨੀ ਦੇਰ ਤੱਕ ਸਾਡੀ ਡਾਕਟਰ ਹਿੰਸ਼ਾ ਨਹੀਂ ਸਾਨੂੰ ਕਹਿ ਦਿੰਦੀ, ਸਾਡੇ ਪ੍ਰੋਵਿੰਸ ਦੀ ਚੀਫ ਮੈਡੀਕਲ ਆਫਿਸਰ ਜਿਹੜੀ ਹੈ, ਕਿ ਤੁਸੀਂ ਹੁਣ ਸੇਫ ਹੋ, ਤੁਸੀਂ ਬਾਹਰ ਜਾ ਸਕਦੇ ਹੋ, ਆਈ ਥਿੰਕ ਕਿ ਸਾਨੂੰ ਇhtiyat ਕਰਨੀ ਚਾਹੀਦੀ ਹੈ ਕਿ ਅਸੀਂ ਐਵੇਂ ਬਿਲਾ ਵਜ੍ਹਾ ਬਾਹਰ ਨਾ ਜਾਈਏ। ਉਹਦਾ ਇਹ ਇਫੈਕਟ ਹੋਏਗਾ ਕਿ ਸਾਡੀ ਗਵਰਨਮੈਂਟ ਨੂੰ ਫਿਰ ਇਹ ਜੋ ਰਿਸਟ੍ਰਿਕਸ਼ਨਸ ਉਹਨਾਂ ਨੇ ਕੀਤੇ ਨੇ, ਜਿੰਨੀ ਜਲਦੀ ਅਸੀਂ ਇਹਨੂੰ ਕੰਟਰੋਲ ਕਰ ਲਈਏ, ਉਨੀ ਜਲਦੀ ਅਸੀਂ ਨਾਰਮਲ ਲਾਈਫ ਨੂੰ ਰਿਟਰਨ ਕਰ ਸਕਦੇ ਹਾਂ। ਕੈਨੇਡਾ ਸਾਹਿਬ, ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਤੁਹਾਡੀ ਜਿਹੜੀ ਪਿਕਚਰ ਆ ਨਾ ਉਹ ਪ੍ਰੋਪਰ ਜਿਹੜੀ ਸਾਡੇ ਤੱਕ ਨਹੀਂ ਪਹੁੰਚ ਰਹੀ ਕਿ ਨਾ, ਥੋੜਾ ਜਿਹਾ ਕੈਮਰੇ ਤੇ ਵਿੱਚ ਕੋਈ ਪ੍ਰੋਬਲਮ ਤੁਹਾਡੇ ਆ ਰਹੀ ਆ। ਓਕੇ, ਕਿਉਂਕਿ ਤੁਹਾਡਾ ਜਿਹੜਾ ਉੱਪਰੋਂ ਫੇਸ ਆ ਉਹ ਕੱਟ ਹੋ ਰਿਹਾ ਸਾਡੇ ਕੋਲ ਪਹੁੰਚਦੀ ਤੁਹਾਡੀ ਪਿਕਚਰ। ਹਾਂਜੀ, ਓਕੇ, ਹਾਂਜੀ। ਸੋ ਕੈਰੀ ਔਨ, ਸੌਰੀ ਫॉर दैट। No problem. So ਫਰਕ ਕੈਨੇਡਾ 'ਚ ਤੇ ਅਮਰੀਕਾ 'ਚ ਇਹ ਵੇ ਕਿ ਉੱਥੇ ਪਹਿਲੀ ਗੱਲ ਇਹ ਵੀ ਉੱਥੋਂ ਦੀ ਆਬਾਦੀ ਜ਼ਿਆਦਾ ਹੈ, ਉੱਥੋਂ ਦਾ ਕਲਚਰ ਥੋੜਾ ਜਿਹਾ ਡਿਫਰੈਂਟ ਹੈ, ਤੇ ਉੱਥੋਂ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਦਾ ਬਿਲਕੁਲ ਅਲੱਗ ਅਪਰੋਚ ਹੈ ਜਿੱਦਾਂ ਕਿ ਸਾਡਾ ਇੱਥੇ ਕੈਨੇਡਾ ਦੇ ਵਿੱਚ ਹੈ। ਸਾਡੀ ਆਬਾਦੀ ਵੀ ਘੱਟ ਹੈ, ਸਾਡੇ ਲੋਕੀ ਵੀ ਜਿਹੜੇ ਨੇ ਇੱਥੇ ਉਹ ਥੋੜੇ ਜਿਹੇ ਬਹੁਤ ਰੈਸ਼ਨਲ ਨੇ, ਉਹ ਸਮਝ ਜਾਂਦੇ ਨੇ ਕਿ ਇਹ ਸਾਡੀ ਸਿਹਤ ਲਈ ਤੇ ਸਾਡੇ ਫਾਇਦੇ ਲਈ ਇਹ ਕੰਮ ਕਰਨ ਦੇ ਨੇ। ਬਟ ਅਗੇਨ ਇਹਦਾ ਮਤਲਬ ਇਹ ਨਹੀਂ ਕਿ ਦੇਖੋ ਕਿ ਤੁਸੀਂ ਹੁਣ ਬਾਹਰ ਧੁੱਪ ਨਿਕਲੀ ਹੈ। ਹੁਣ ਮੈਂ ਦੇਖੋ ਇੱਥੋਂ ਆਉਣ ਡਿਆ ਸਾਂ ਆਫਿਸ ਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਤੇ ਬਿਲਕੁਲ ਨਾਰਮਲ ਟ੍ਰੈਫਿਕ ਹੈ, ਜਿੱਦਾਂ ਕਿ ਨਾਰਮਲ ਸੰਡੇ ਦੇ ਵਿੱਚ ਇੱਥੇ ਆਪਣੇ ਨਾਰਥ ਈਸਟ ਟ੍ਰੈਫਿਕ ਚੱਲਦੀ ਹੈ, ਉੱਦਾਂ ਹੀ ਸਾਰੇ ਲੋਕੀ ਮਤਲਬ ਨਿਕਲੇ ਨੇ ਇੱਥੇ ਪਾਰਕ ਦੇ ਵਿੱਚ, ਲੋਕੀ ਵਾਕ ਕਰਨ ਦੇ ਨੇ, ਪਿਕਨਿਕਸ ਹੋਣ ਡੀਆਂ ਨੇ। ਇਹ ਬਹੁਤ ਖਤਰਨਾਕ ਚੀਜ਼ ਹੈ, ਕਿਉਂਕਿ ਦੇਖੋ ਜੇ ਅਸੀਂ ਇਸ ਇੰਪ੍ਰੈਸ਼ਨ ਦੇ ਵਿੱਚ ਸੋਚੀਏ ਕਿ ਚਲੋ ਹੁਣ ਨੰਬਰ ਥੱਲੇ ਜਾਏ ਜਾਂਦੇ ਨੇ ਜਾਂ ਸਟੱਡੀ ਹੋ ਗਏ ਨੇ,
ਅਸੀਂ ਸਾਰੇ ਫਿਰ ਬਾਹਰ ਨਿਕਲੀਏ, ਐਵਰੀਬਡੀ ਸੋਸ਼ਲੀ ਸਾਰਾ ਕੁਝ ਸੋਸ਼ਲ ਡਿਸਟੈਂਸ ਜਿਹੜੀ ਉਹ ਨਾ ਕਰੀਏ, ਇਹ ਨੰਬਰ ਇਮੀਡੀਏਟਲੀ ਇਨਕਰੀਜ਼ ਹੋਣ ਲੱਗ ਪੈਣਗੇ ਤੇ ਇਹ ਜਿਹੜੇ ਸਾਰਾ ਅਸੀਂ ਪਿਛਲੇ ਮਹੀਨਿਆਂ ਦੀ ਮਿਹਨਤ ਕੀਤੀ ਹੈ, ਜਿਹੜੇ ਰਿਸਟ੍ਰਿਕਸ਼ਨਸ ਰੱਖੇ ਨੇ, ਉਹ ਸਭ ਵੇਸਟ ਹੋ ਜਾਣ। ਸੋ ਆਈ ਥਿੰਕ ਕਿ ਨੰਬਰ ਜਿਹੜੇ ਨੇ ਉਹ ਬਦਲਦੇ ਰਹਿਣੇ ਨੇ, ਬਟ ਆਈ ਥਿੰਕ ਕਿ ਸਾਡੀ ਜਿਹੜੀ ਇhtiyat ਅਸੀਂ ਜਿਹੜੀ ਕਰਨੀ ਹੈ ਉਹ ਹਾਲੇ ਜਿਹੜੀ ਹੈ ਸੇਮ ਰਹਿਣੀ ਚਾਹੀਦੀ ਹੈ 100%, ਕਿਉਂਕਿ ਐਟ ਦੀ ਐਂਡ ਆਫ ਦ ਡੇ ਇਹਦੀ ਹਾਲੇ ਕੋਈ ਵੈਕਸੀਨ ਨਹੀਂ ਹੈ। ਸੋ ਤੁਸੀਂ ਇਹ ਵੀ ਜ਼ਿਹਨ 'ਚ ਰੱਖੋ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ, ਤੁਹਾਡੀ ਕੋਈ ਫੈਮਿਲੀ ਬਿਮਾਰ ਹੈ, ਤੁਸੀਂ ਜਦੋਂ ਬਾਹਰ ਜਾਂਦੇ ਹੋ ਤੇ ਵਾਪਸ ਘਰ ਅੰਦਰ ਆਉਂਦੇ ਹੋ, ਤੁਸੀਂ ਉਹਨਾਂ ਦੀ ਵੀ ਲਾਈਫ ਰਿਸਕ ਦੇ ਵਿੱਚ ਪਾਉਂਦੇ ਹੋ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਥਿੰਗ। ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਲੋਕਾਂ ਨੂੰ ਇਹ ਸਮਝਣੀ ਚਾਹੀਦੀ ਹੈ। ਹਾਂਜੀ, ਤਾਂ ਮੈਂ ਬੈਕ ਇਨ ਕੈਨੇਡਾ ਆ ਰਿਹਾ। ਜਿਸ ਤਰ੍ਹਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀਗੀ, ਉਸੇ ਟਾਈਮ ਤੋਂ ਹੀ ਉਹਨਾਂ ਨੇ ਜਿਹੜਾ ਕਿ ਸਾਡੇ ਇੱਥੋਂ ਦੇ ਸਿਟੀਜ਼ਨ ਕੈਨੇਡੀਅਨ ਨੇ, ਜੋ ਵੀ ਸਾਡੇ PR ਜਾਂ ਕੈਨੇਡੀਅਨ ਸਿਟੀਜ਼ਨ ਸਟੂਡੈਂਟ ਵੀਜ਼ੇ ਤੇ, ਉਹਨਾਂ ਲਈ ਜਾਣ ਕੇ ਬਹੁਤ ਸਾਰਾ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ, ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ, ਬਾਹਰ ਨਾ ਜਾਓ। ਕੀ ਤੁਸੀਂ ਇਹ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਦੀ ਇਸ ਹੈਲਪ ਪ੍ਰੋਵਾਈਡ ਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਇਹ ਅੰਕੜੇ ਆ ਉਹਨਾਂ ਦੇ ਉੱਤੇ ਕੋਈ ਇਫੈਕਟ ਹੈ ਕਿ ਲੋਕੀ ਘਰਾਂ ਦੇ ਵਿੱਚ ਜਿਹੜੇ ਬੈਠ ਗਏ ਆ? ਐਬਸੋਲੂਟਲੀ ਹੈ, ਕਿਉਂਕਿ ਦੇਖੋ ਜੇ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਘਰ ਰਹਿ ਕੇ ਘਰ ਕਿਸ ਤਰ੍ਹਾਂ ਚਲਾਈਏ ਯਾਰ, ਕਿਚਨ ਕਿਸ ਤਰ੍ਹਾਂ, ਬੱਚਿਆਂ ਨੂੰ ਕਿਸ ਤਰ੍ਹਾਂ ਖਵਾਈਏ, ਰਾਈਟ? ਸੋ ਜੋ ਜਸਟਿਨ ਟਰੂਡੋ ਨੇ ਕੀਤਾ ਹੈ ਇਸ ਹਿਸਾਬ ਨਾਲ ਕਿ ਦੇਖੋ ਜੀ ਕਮ ਸੇ ਕਮ ਲੋਕਾਂ ਦੀ ਇੱਕ ਟੈਨਸ਼ਨ ਉਹਨੇ ਦੂਰ ਕਰ ਦਿੱਤੀ ਹੈ, ਠੀਕ ਹੈ? ਕਿਉਂਕਿ ਜੇ ਤੁਸੀਂ ਘਰ ਪਾਓਗੇ ਤੇ ਸ਼ੋਰ ਤੁਸੀਂ ਸੇਫ ਵੀ ਹੋ, ਕਿ ਇਹ ਵੀ ਨਹੀਂ ਕਿ ਤੁਹਾਨੂੰ ਆਪਣੀ ਇਨਕਮ ਦੀ ਵਰੀ ਕਰਨੀ ਪਏਗੀ, ਕਿਉਂਕਿ ਇਹ ਨਹੀਂ ਹੁੰਦੀ ਕਿ ਚਿੰਤਾ ਹੁੰਦੀ ਹੈ ਕਿ ਯਾਰ ਮੇਰੀ ਕੋਈ ਤਨਖਾਹ ਨਹੀਂ, ਮੈਂ ਕੰਮ ਨਹੀਂ ਕਰਨ ਲਿਆ ਤੇ ਘਰ ਕਿਸ ਤਰ੍ਹਾਂ ਚਲਾਵਾਂਗਾ, ਰਾਈਟ? ਸੋ ਉਹਨਾਂ ਨੇ ਇਹ ਮੌਕਾ ਹੀ ਨਹੀਂ ਦਿੱਤਾ ਪਬਲਿਕ ਨੂੰ ਇਹ ਕੁਐਸਚਨ ਕਰਨ ਦਾ। ਇਹਨੂੰ ਲੀਡਰਸ਼ਿਪ ਕਹਿੰਦੇ ਨੇ, ਰਾਈਟ? ਪਬਲਿਕ ਨੂੰ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਕਿ ਉਹ ਇਹ ਸਵਾਲ ਕਰ ਸਕਣ। ਉਹਨੇ ਪਹਿਲਾਂ ਹੀ ਕਹਿ ਦਿੱਤਾ ਤੁਸੀਂ ਘਰਾਂ ਦੇ ਵਿੱਚ ਰਹੋ, ਮਹਿਫੂਜ਼ ਰਹੋ, ਤੁਹਾਡੇ ਜਿਹੜੇ ਇਨਕਮ ਦੀ ਸਪਲੀਮੈਂਟ ਜਿਹੜੀ ਉਹ ਅਸੀਂ ਕਰਾਂਗੇ, ਸਟੂਡੈਂਟਸ ਜਿਹੜੇ ਨੇ ਉਹਨਾਂ ਦੀ ਵੀ ਅਸੀਂ ਹੈਲਪ ਕਰਾਂਗੇ। ਤੇ ਐਵਰੀ ਸਟੈਪ ਜਿਹੜੀ ਉਹਨੇ ਲਈ ਹੈ ਬਿਲਕੁਲ ਉਹਨੇ ਸੋਚ ਸਮਝ ਕੇ ਲਈ ਹੈ। ਜਿਹੜੇ ਇਮੀਗ੍ਰੇਸ਼ਨ ਤੇ ਰੈਫਿਊਜੀ ਬੋਰਡ ਜਿਹੜੀ ਹੈ ਉਹ ਇਸ ਵਕਤ ਬੰਦ ਹੈ, ਸੈਮੀ ਭਾਈ, ਉਹ ਜਿਹੜੇ ਨੇ ਇਸ ਵਕਤ ਹੀਅਰਿੰਗਸ ਵੀ ਨਹੀਂ ਕਰਨ ਦੇ। ਸੋ ਉਹਨਾਂ ਨੇ ਇੱਕ ਕਿਸਮ ਦਾ ਫਰੀਜ਼ ਕੀਤਾ ਹੈ ਉਹਨਾਂ ਨੇ ਨਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਲੋਕਾਂ ਨੂੰ ਕਹਾਂਗੇ ਕਿ ਘਰਾਂ ਦੇ ਵਿੱਚ ਰਹੋ, ਉਹਨਾਂ ਦੀਆਂ ਲਾਈਫਸ, ਉਹਨਾਂ ਦੇ ਸਕੂਲ, ਉਹਨਾਂ ਦੇ ਇੱਥੇ ਇਮੀਗ੍ਰੇਸ਼ਨ ਸਟੇਟਸ, ਇਹ ਸਾਰੀਆਂ ਚੀਜ਼ਾਂ ਇਫੈਕਟ ਹੁੰਦੀਆਂ ਨੇ। ਸੋ ਜੇ ਗਵਰਨਮੈਂਟ ਨੇ ਸਾਨੂੰ ਕਹਿਣਾ ਹੈ ਕਿ ਘਰਾਂ ਦੇ ਵਿੱਚ ਰਹੋ, ਤੇ ਬਿਲਕੁਲ ਉਹਨਾਂ ਨੂੰ ਇਹੋ ਜਿਹੇ ਇੰਤਜ਼ਾਮ ਵੀ ਕਰਨੇ ਪੈਣੇ, ਰਾਈਟ? ਇਸ ਲਈ ਕੈਨੇਡਾ ਦੇ ਵਿੱਚ ਲੋਕਾਂ ਨੇ ਇਹਨੂੰ ਬਹੁਤ ਸੀਰੀਅਸਲੀ ਲਿਆ ਹੈ ਇਸ ਮਾਮਲੇ ਨੂੰ, ਤੇ ਘਰ ਦੇ ਵਿੱਚ ਉਹ ਮੋਸਟ ਆਫ ਦਾ ਪਾਰਟ ਲੋਕੀ ਕੰਪਲਾਈ ਕਰਨ ਦੇ ਨੇ ਇਹਦੇ ਨਾਲ। ਜਿਹੜੇ ਮੁਲਕਾਂ 'ਚ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਇਹੋ ਜਿਹੀ ਨਹੀਂ ਉਹਨਾਂ ਨੂੰ ਮਿਲੇ, ਇਹਨਾਂ ਨੂੰ ਅਮਰੀਕਾ ਫੋਰ ਐਗਜ਼ਾਮਪਲ, ਜਿੱਥੇ ਗਵਰਨਮੈਂਟ ਉਹਨਾਂ ਦੀ ਨਹੀਂ ਇੰਨੀ ਸਪੋਰਟ ਕਰਨ ਦੀ, ਕੋਈ ਇਨਕਮ ਸਪੋਰਟ ਨਹੀਂ ਮਿਲਣ ਦੀ ਉਹਨਾਂ ਨੂੰ, ਉੱਥੇ ਤੇ ਫਿਰ ਜ਼ਾਹਿਰ ਹੈ ਲੋਕੀ ਓਪਨਲੀ ਡਿਫਾਈ ਕਰਨਗੇ, ਰਾਈਟ? ਸੋ ਇਟਸ ਜਸਟਿਨ ਟਰੂਡੋ ਜਿਹੜੇ ਨੇ, ਆਈ ਥਿੰਕ ਉਹਨਾਂ ਨੇ ਇਸ ਦੌਰ ਦੇ ਵਿੱਚ ਬਹੁਤ ਚੰਗੀ ਲੀਡਰਸ਼ਿਪ ਦਿਖਾਈ ਹੈ। ਦੇਖੋ ਮੈਂ ਕਿਸੇ ਪੋਲੀਟੀਕਲ ਪਾਰਟੀ ਦੀ ਮੈਂ ਨਾ ਤੇ ਪ੍ਰਮੋਸ਼ਨ ਕਰਨ ਡਿਆ, ਨਾ ਦੂਜੀ ਦੀ ਮੈਂ ਡਿਮੋਸ਼ਨ ਕਰਨ ਡਿਆ। ਮੈਂ ਫੈਕਚੁਅਲੀ ਜੋ ਮੈਂ ਤੁਹਾਨੂੰ ਗੱਲ ਦੱਸਣ ਡਿਆ ਵਾਂ, ਮੇਰੇ ਨਜ਼ਰ ਦੇ ਮੁਤਾਬਿਕ ਆਈ ਥਿੰਕ ਕਿ ਜਸਟਿਨ ਟਰੂਡੋ ਨੇ ਇਹਦੇ 'ਚ ਬਹੁਤ ਚੰਗੀ ਲੀਡਰਸ਼ਿਪ ਦਿਖਾਈ ਹੈ। ਤੇ ਉਹਨਾਂ ਦੀ ਇੱਕ ਜਿਹੜੀ ਮੈਨੂੰ ਗੱਲ ਸਟੈਂਡ ਆਊਟ ਕਰਦੀ ਹੈ ਉਹ ਇਹ ਵੇ ਕਿ ਉਹ ਆਪ ਵੀ ਕੁਆਰੰਟੀਨ 'ਚ ਤੇ ਸੋਸ਼ਲ ਆਈਸੋਲੇਸ਼ਨ 'ਚ ਰਹੇ ਨੇ, ਤੇ ਐਗਜ਼ਾਮਪਲ ਨਾਲ ਉਹ ਲੀਡ ਕਰਨ ਦੇ ਨੇ। ਸਿਰਫ ਉਹ ਮਾਈਕਰੋਫੋਨ ਤੇ ਕਹਿ ਨਹੀਂ ਦੇ ਕਿ ਤੁਸੀਂ ਘਰ ਰਹੋ ਤੇ ਆਪ ਉਹ ਵੈਕੇਸ਼ਨ ਤੇ ਗਏ ਨੇ। ਇਟਸ ਅ ਵੈਰੀ ਗੁੱਡ ਅਪਰੋਚ। ਲੇਕਿਨ ਥੋੜੀ ਜਿਹੀ ਜਿਹੜੀ ਇੱਕ ਸੈਡ ਦੀ ਜਿਹੜੀ ਗੱਲ ਹੈ ਇੱਥੇ, ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਜਿਹੜਾ ਰਿਸਪਾਂਸ ਹੈ ਨਾ, ਉਹ ਥੋੜਾ ਜਿਹਾ ਉਹਦੇ 'ਚ ਥੋੜੀ ਜਿਹੀ ਕਮੀ ਹੈ। ਆਈ ਥਿੰਕ ਕਿ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਹੈ, ਜੇ ਉਹ ਫੈਡਰਲ ਗਵਰਨਮੈਂਟ ਦਾ ਮਾਡਲ ਫਾਲੋ ਕਰਨ ਜਾਂ ਉਹਨਾਂ ਦੇ ਥੋੜੇ ਜਿਹੇ ਡਾਇਰੈਕਸ਼ਨ ਉਹਨਾਂ ਦੇ ਫਾਲੋ ਕਰਨ, ਜਿੱਦਾਂ ਉਹਨਾਂ ਕੀਤਾ ਹੈ ਕੰਪੈਸ਼ਨੇਟਲੀ, ਲੋਕਾਂ ਦੀ ਉਹਨਾਂ ਨੇ ਦੇਖਭਾਲ ਵੀ ਕੀਤੀ ਹੈ ਤੇ ਉਹਨਾਂ ਨੇ ਇਸ ਚੀਜ਼ ਤੇ ਕੰਟਰੋਲ ਵੀ ਉਹਨਾਂ ਨੇ ਇੱਕ ਕਿਸਮ ਦਾ ਕਰ ਲਿਆ ਹੈ ਕਿ ਠੀਕ ਹੈ ਲੋਕ ਘਰ ਰਹਿਣ। ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਐਸਾ ਕੋਈ ਕੰਮ ਨਹੀਂ ਕੀਤਾ। ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਹੈ ਉਹ ਇਸ ਵਕਤ ਬਹੁਤ ਲੈਕਿੰਗ ਨੇ ਇਸ ਕੰਮ ਦੇ ਵਿੱਚ, ਕਿ ਸਾਡੇ ਕਮ ਅਜ਼ ਕਮ ਬਜ਼ੁਰਗ ਜਿਹੜੇ ਨੇ ਸਾਡੇ ਹਸਪਤਾਲਾਂ ਦੇ ਵਿੱਚ, ਟੀਚਰਸ, ਇਹਨਾਂ ਲਈ ਬਹੁਤ ਹੀ ਬੁਰਾ ਵਕਤ ਆਇਆ ਹੈ। ਤੇ ਹੋਪਫੁਲੀ ਮੇਰੀ ਤੇ ਕੋਸ਼ਿਸ਼ ਹੈ ਕਿ ਫੈਡਰਲ ਗਵਰਨਮੈਂਟ ਜਿਹੜੀ ਹੈ ਉਹ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਉਹ ਥੋੜਾ ਜਿਹਾ ਪਿੱਛੋਂ ਪੁਸ਼ ਕਰੇ ਕਿ ਤੁਸੀਂ ਇਹ ਤੁਹਾਡਾ ਅਪਰੋਚ ਗਲਤ ਹੈ, ਜਿਸਸੇ ਅਲਬਰਟਨਸ ਨੂੰ ਤੁਸੀਂ ਮਦਦ ਕਰੋ
ਸਾਡੀ ਗਵਰਨਮੈਂਟ ਹੁੰਦੀ ਇਸੇ ਵਾਸਤੇ ਵੇ ਜਦੋਂ ਸਾਨੂੰ ਉਹਨਾਂ ਦੀ ਲੋੜ ਹੁੰਦੀ ਹੈ ਉਹ ਸਾਡੀ ਮਦਦ ਆ ਕੇ ਕਰਨ, ਰਾਈਟ। ਸੋ ਆਈ ਥਿੰਕ ਕਿ ਟਰੂਡੋ ਇਜ਼ ਡੂਇੰਗ ਅ ਗੁੱਡ ਜੌਬ, ਤੇ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹਨਾਂ ਨੂੰ ਥੋੜਾ ਜਿਹਾ ਇਹਦੇ ਤੇ ਮੈਂ ਲੋਅਰ ਗ੍ਰੇਡ ਦਵਾਂਗਾ। ਠੀਕ ਆ ਭੱਟ ਸਾਹਿਬ, ਜਿਸ ਤਰ੍ਹਾਂ ਹੁਣ ਇਹ ਮਹਾਮਾਰੀ ਚੱਲ ਰਹੀ ਆ ਅਲਬਰਟਾ ਦੇ ਵਿੱਚ, ਸੋ ਫਾਰ ਜਿਹੜੇ ਕਿ ਕੇਸਾਂ ਦੀ ਗਿਣਤੀ ਆ ਉਹ ਬਿਲਕੁਲ ਠੀਕ ਚੱਲ ਰਹੀ ਹੈ, ਪਰ ਸਭ ਤੋਂ ਜਿਹੜਾ ਜ਼ਿਆਦਾ ਉਹ ਤੁਸੀਂ ਵੀ ਨਿਊਜ਼ ਦੇ ਵਿੱਚ ਸੁਣਿਆ ਹੋਊਗਾ ਮੈਕੈਂਜੀ ਟਾਊਨ ਸੀਨੀਅਰ ਕੇਅਰ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ, ਕਿਉਂਕਿ ਜਦੋਂ ਪਹਿਲੀ ਮੌਤ ਹੋਈ ਸੀ ਉਸ ਟਾਈਮ ਜਿਹੜੀ ਸਾਡੀ ਅਲਬਰਟਾ ਗੌਰਮੈਂਟ ਆ ਜਾਂ ਅਲਬਰਟਾ ਹੈਲਥ ਸਰਵਿਸ ਆ ਉਸ ਨੂੰ ਜਿਹੜਾ ਕਿ ਸਟੈਪ ਲੈਣਾ ਚਾਹੀਦਾ, ਪਰ ਹੁਣ ਤੱਕ ਉਹ ਜਿਹੜੇ ਸੀਨੀਅਰ ਕੇਅਰਸ ਨੇ ਮੈਕੈਂਜੀ ਟਾਊਨ ਦੇ ਵਿੱਚ, ਉੱਥੇ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਜਿਹੜੀ ਵੱਧ ਚੁੱਕੀ ਆ, ਅੰਕੜਾ ਕਾਫੀ ਹੋ ਚੁੱਕਿਆ ਉੱਥੇ ਇਕੱਲੇ ਮੈਕੈਂਜੀ ਟਾਊਨ ਦੇ ਸੀਨੀਅਰ ਹੋਮਸ ਦੇ ਵਿੱਚ ਹੀ। ਇਸ ਬਾਰੇ ਤੁਹਾਡੀ ਕੀ ਰਾਏ ਆ? ਦੇਖੋ ਮੈਂ ਡਾਕਟਰ ਤੇ ਨਹੀਂ, ਲੇਕਿਨ ਆਈ ਥਿੰਕ ਕਿ ਦੇਖੋ ਜਦੋਂ ਬੰਦਾ ਹੁਣ ਲੌਜਿਕਲੀ ਜੇ ਸੋਚੇ ਤੇ ਜਦੋਂ ਉੱਥੇ ਪਹਿਲੀ ਮੌਤ ਹੋਈ ਸੀ ਇਹਦੀ ਵਜ੍ਹਾ ਨਾਲ, ਆਈ ਥਿੰਕ ਇਮੀਡੀਏਟਲੀ ਗਵਰਨਮੈਂਟ ਨੂੰ ਸਟੈਪ ਇਨ ਕਰਨਾ ਚਾਹੀਦਾ ਸੀ ਕਿ ਇਹਦੇ ਲਈ ਕੋਈ ਐਕਸ਼ਨ ਲਓ। ਇਦਾਂ ਨਹੀਂ ਨਾ ਹੁੰਦਾ, ਤੁਸੀਂ ਦੇਖੋ ਇੱਕ ਵਾਇਰਲ ਇਨਫੈਕਸ਼ਨ ਹੈ, ਜੇ ਇੱਕ ਬੰਦੇ ਨੂੰ ਉੱਥੇ ਹੋਇਆ ਹੈ ਦੈਨ ਇਟ ਮੀਨਸ ਕਿ ਉੱਥੇ ਜਿਹੜੇ ਬਾਕੀ ਨੇ ਉਹ ਵੀ ਐਟ ਰਿਸਕ ਨੇ। ਉਹਦੇ ਤੇ ਉੱਤੇ ਤੁਸੀਂ ਐਡ ਕਰ ਦਿਓ ਕਿ ਉਹ ਸਾਰੇ ਸੀਨੀਅਰਸ ਨੇ, ਰਾਈਟ। ਸੋ ਆਲਰੇਡੀ ਉਹ ਮੋਰ ਸਸੈਪਟੇਬਲ ਨੇ ਇਸ ਚੀਜ਼ ਤੇ, ਉਹਨਾਂ ਨੂੰ ਇਹਦਾ ਹਾਇਰ ਰਿਸਕ ਹੈ ਇਸ ਇਨਫੈਕਸ਼ਨ ਦਾ। ਤੇ ਜੇ ਪਹਿਲਾ ਡੈਥ ਹੋਇਆ ਗਵਰਨਮੈਂਟ ਨੇ ਕੁਛ ਨਹੀਂ ਕੀਤਾ, ਦੂਸਰਾ ਡੈਥ ਹੋਇਆ ਉਹਨਾਂ ਨੇ ਕੁਛ ਨਹੀਂ ਕੀਤਾ, ਤੀਸਰੇ ਹੁਣ ਤੁਸੀਂ ਦੱਸਣ ਦੇ ਉਹ 12 ਤੇ ਆ ਗਿਆ ਹੈ ਨੰਬਰ। ਤੇ 12 ਤੇ ਨਿਗਾ ਮੇਰੇ ਜੋ ਮੀਡੀਆ ਨਿਊਜ਼ ਦੇ ਅਨੁਸਾਰ ਨੇ ਉਹ ਜਿਹੜਾ ਅੰਕੜਾ ਬਿਟਵੀਨ 17 ਐਂਡ 20 ਆ। ਸੈਮੀ ਬਾਈ ਮੈਂ ਕਹਿੰਦਾ ਵਾ ਕਿ ਜੇ 2 ਤੇ ਵੀ ਇਹ ਨੰਬਰ ਹੁੰਦਾ ਨਾ ਇਹ ਫੇਰ ਵੀ ਜ਼ਿਆਦਾ ਹੈ, ਕਿਉਂਕਿ ਦੇਖੋ ਜਦੋਂ ਪਹਿਲਾ ਡੈਥ ਹੋਇਆ ਉਹ ਤੋਂ ਬਾਅਦ ਹੀ ਇਮੀਡੀਏਟਲੀ ਗਵਰਨਮੈਂਟ ਨੂੰ ਕੁਛ ਚਾਹੀਦਾ ਸੀ ਕਿ ਸਟੈਪ ਇਨ ਕਰਨ, ਖਾਸ ਕਰ ਅਲਬਰਟਾ ਹੈਲਥ ਸਰਵਿਸਿਜ਼ ਨੂੰ। ਦੇਖੋ ਇੱਕ ਸਾਈਡ ਤੇ ਉਹ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਪੋਡੀਅਮ ਤੇ ਜਾ ਕੇ ਕਹਿਣ ਡਈ ਕਿ ਸਾਡੇ ਸੀਨੀਅਰਸ ਨੂੰ ਇਹਦੇ ਤੇ ਬਹੁਤ ਰਿਸਕ ਹੈ, ਦੂਸਰੀ ਸਾਈਡ ਤੇ ਸੀਨੀਅਰਸ ਹੋਮ ਦੇ ਵਿੱਚ ਇਦਾਂ ਹੋਣ ਡਿਆ ਹੈ ਤੇ ਉਹ ਕੋਈ ਐਕਸ਼ਨ ਨਹੀਂ ਲੈਣ ਡੇ। ਇਹ ਬਹੁਤ ਹੀ ਖਤਰਨਾਕ ਚੀਜ਼ ਹੈ। ਜਿੰਨੇ ਡੈਥ ਉੱਤੇ ਹੋ ਗਏ ਨੇ, ਦੇਖੋ ਇਹ ਬਹੁਤ ਹੀ ਪਰਪਲੈਕਸਿੰਗ ਗੱਲ ਹੈ ਕਿ ਹਲੇ ਇਹਨਾਂ ਨੇ ਕੁਛ ਕੀਤਾ ਨਹੀਂ ਹੈ ਸਬਸਟੈਂਸ਼ਲੀ, ਕਿ ਕੁਛ ਹੋ ਸਕਦਾ, ਕੋਈ ਇਨਵੈਸਟੀਗੇਸ਼ਨ ਹੋ ਸਕਦੀ ਹੈ, ਕੋਈ ਹੋ ਸਕਦਾ ਕਿ ਪੇਸ਼ੈਂਟ ਜ਼ੀਰੋ ਨੂੰ ਵੇਖਣ ਉਹ ਕਿੱਥੋਂ ਆਇਆ ਹੈ। ਆਈ ਮੀਨ ਕੁਛ ਤੇ ਸਟੈਪਸ ਹੋਣੀ ਚਾਹੀਦੀ ਸੀ। ਉਹਨਾਂ ਦੇ ਕੇਅਰ ਸੈਂਟਰ ਨੂੰ ਤੁਸੀਂ ਮਾਸਕ ਦੇ ਸਕਦੇ ਹੋ, ਉਹਨਾਂ ਨੂੰ ਹੋਰ ਇਕਵਿਪਮੈਂਟ ਦੇ ਸਕਦੇ ਹੋ ਜਿਹਦੇ ਨਾਲ ਉਹ ਆਪਣੀ ਹਿਫਾਜ਼ਤ ਕਰ ਸਕਣ, ਦੂਜਿਆਂ ਦੀ ਉੱਥੇ ਹਿਫਾਜ਼ਤ ਕਰ ਸਕਣ। ਜਿੰਨੀ ਦੇਰ ਤੱਕ ਗਵਰਨਮੈਂਟ ਕੁਛ ਕਰਦੀ ਨਹੀਂ, ਇਹਦੇ 'ਚ ਸਟੈਪ ਇਨ ਨਹੀਂ ਕਰਦੀ ਸੈਮੀ ਬਾਈ, ਖਾਸ ਕਰ ਇਹ ਮੈਕੈਂਜੀ ਟਾਊਨ ਵਾਲਾ ਜਿਹੜਾ ਇਸ਼ੂ ਹੈ, ਉਨੀ ਦੇਰ ਤੱਕ ਇਹ ਨੰਬਰਸ ਆਈ ਹੇਟ ਟੂ ਸੇ ਇਟ ਕਿ ਇਟਸ ਪੋਸੀਬਲ ਕਿ ਨੰਬਰ ਹੋਰ ਉੱਤੇ ਜਾਣਗੇ, ਰਾਈਟ। ਜੇ ਇੱਕ ਪ੍ਰੋਬਲਮ ਹੋਣੀ ਹੈ ਤੁਸੀਂ ਉਹਨੂੰ ਫਿਕਸ ਨਾ ਕਰੋਗੇ, ਉਹ ਪ੍ਰੋਬਲਮ ਨੇ ਤੁਹਾਨੂੰ ਹੋਰ ਪ੍ਰੋਬਲਮ ਦੇਣੀ ਹੈ, ਉਹਨੇ ਆਪਣੇ ਆਪ ਹੀ ਠੀਕ ਹੋ ਜਾਣਾ। ਤੇ ਇਟਸ ਅ ਵੈਰੀ ਬਹੁਤ ਹੀ ਸੀਰੀਅਸ ਮਾਮਲਾ ਹੈ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਇਮੀਡੀਏਟਲੀ ਸਟੈਪ ਇਨ ਕਰਨਾ ਚਾਹੀਦਾ ਹੈ ਇਹਦੇ ਵਿੱਚ। ਜਾਂ ਮੇਰੇ ਕੋਲੇ ਦੋ ਜਿਹੜੇ ਕਿ ਮੇਰੇ ਦਿਮਾਗ ਦੇ ਵਿੱਚ ਸੀਗੇ, ਮੈਂ ਕਿਹਾ ਤੁਹਾਡੇ ਕੋਲੋਂ, ਕਿਉਂਕਿ ਅਸੀਂ ਤਾਂ ਜਿਹੜਾ ਕਿ ਬਿਨਾਂ ਤੁਸੀਂ ਇੱਕ ਲੀਗਲ ਵੇ ਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋ ਪਰ ਅਸੀਂ ਨਹੀਂ ਦੇਖਦੇ। ਸੋ ਆਪਾਂ ਆਪਣੇ ਜਿਹੜਾ ਟੌਪਿਕ ਆ ਇਸ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਉਸ ਦੇ ਵੱਲ ਮੁੜਦੇ ਹਾਂ। ਜਿਸ ਤਰ੍ਹਾਂ ਕਿ ਹੁਣ ਕੋਵਿਡ-19 ਕਰਕੇ ਪਹਿਲਾਂ ਹੀ ਜਿਹੜੀ ਕਿ ਡੋਮੈਸਟਿਕ ਵਾਇਓਲੈਂਸ ਜਿਹੜੀ ਉਹਦੀ ਦਰ ਸੀਗੀ ਬਹੁਤ ਜ਼ਿਆਦਾ ਸੀਗੀ। ਜਿਸ ਤਰ੍ਹਾਂ ਮੇਰੇ ਕੋਲ ਇਸ ਦੇ ਨੰਬਰਸ ਵੀ ਪਏ ਨੇ ਕਿ ਕਿੰਨੀਆਂ ਕਾਲਾਂ ਜਿਹੜੀਆਂ ਉਹ ਜਾ ਰਹੀਆਂ ਸੀ, ਪਰ ਇਸ ਟਾਈਮ 'ਤੇ ਕੋਵਿਡ-19 ਦਾ ਕਾਰਨ ਕਿਉਂਕਿ ਸਾਰੇ ਘਰਾਂ ਦੇ ਵਿੱਚ ਬੈਠੇ ਨੇ, ਬੇਸ਼ੱਕ ਸਾਨੂੰ ਹੈਲਪ ਮਿਲ ਗਈ ਆ, ਥੋੜ੍ਹਾ ਸਟਰੈਸ ਲੈਵਲ ਆ ਜਿਹੜਾ ਉਹ ਘੱਟ ਹੋਇਆ। ਸੋ ਜਿਹੜਾ ਡੋਮੈਸਟਿਕ ਵਾਇਓਲੈਂਸ ਜਾਣੀ ਕਿ ਘਰਾਂ ਦੇ ਵਿੱਚ ਸਾਡੇ ਲੜਾਈ ਝਗੜੇ ਨੇ, ਉਹ ਹੁਣ ਤੁਹਾਡੇ ਕੋਲ, ਤੁਸੀਂ ਇੱਕ ਵਕੀਲ ਹੋ, ਤੁਹਾਡੇ ਕੋਲ ਜਿਹੜੇ ਕਿ ਬਹੁਤ ਸਾਰੇ ਉਹ ਕੇਸ ਤੁਹਾਡੇ ਕੋਲ ਆਉਂਦੇ ਹੋਣਗੇ, ਸਾਨੂੰ ਉਹਨਾਂ ਦੇ ਬਾਰੇ ਦੇ ਵਿੱਚ ਦੱਸੋ। ਦੇਖੋ ਸਪੈਸੀਫਿਕਲੀ ਮੈਂ ਤੁਹਾਨੂੰ ਕਿਸੇ ਕੇਸ ਦੀ ਡੀਟੇਲ ਤੇ ਨਹੀਂ ਦੱਸ ਸਕਦਾ ਕਿਉਂਕਿ ਇਹ ਤੇ ਕਲਾਇੰਟ ਦੀਆਂ ਸੀਕ੍ਰੇਟਸ ਹੁੰਦੀਆਂ ਨੇ, ਰਾਈਟ। ਬਟ ਜੋ ਕਿ ਮੈਂ ਰਿਪੋਰਟਸ ਜਿਹੜੀਆਂ ਮੈਂ ਪੜ੍ਹਨ ਡਿਆ ਵਾਂ ਉਹਦੇ 'ਚ ਕੰਸਰਨ ਹੈ ਵੇ ਕਿ ਕਿਉਂਕਿ ਸਾਰੇ ਘਰਾਂ ਦੇ ਵਿੱਚ ਇੱਕ ਕਿਸਮ ਦੇ ਬੰਦ ਹੋਏ ਨੇ ਤੇ ਇਹ ਡੋਮੈਸਟਿਕ ਕਾਲਸ ਜਿਹੜੀਆਂ ਨੇ ਇਨਕਰੀਜ਼ ਹੋਣ ਡਈਆਂ ਨੇ, ਰਾਈਟ। ਸੋ ਹੁਣ ਤੁਸੀਂ ਦੇਖੋ ਅਸੀਂ ਸਾਰਾ ਦਿਨ ਕੰਮ ਕਰਨੇ ਆ, ਰਾਈਟ। 9 ਵਜੇ ਤੋਂ ਲੈ ਕੇ 5 ਵਜੇ ਇੱਕ ਪਾਰਟੀ ਚਲੀ ਜਾਂਦੀ ਹੈ, ਦੂਜੀ ਪਾਰਟੀ 5 ਵਜੇ ਤੋਂ ਲੈ ਕੇ 12 ਵਜੇ ਤੱਕ ਕਰਦੀ ਹੈ। ਸੋ ਬਹੁਤ ਘੱਟ ਅਸੀਂ ਘਰਾਂ 'ਚ ਮਿਲਨੇ ਆ, ਬਟ ਨਾਓ ਅਚਾਨਕ ਅਸੀਂ ਸਾਰੇ 24/7 ਇੱਕ ਕਿਸਮ ਦੇ ਘਰ ਰਹਿੰਦੇ ਆ। ਸੋ ਇਹ ਛੋਟੀਆਂ ਗੱਲਾਂ ਤੋਂ
ਵੱਡੀਆਂ ਗੱਲਾਂ ਬਣ ਜਾਂਦੀਆਂ ਨੇ। ਲੇਕਿਨ ਦੇਖੋ ਕਿਸੇ ਵੀ ਟਾਈਮ ਭਾਵੇਂ COVID-19 ਹੋਏ ਜਾਂ ਨਾ ਹੋਏ, ਡੋਮੈਸਟਿਕ ਵਾਇਲੈਂਸ ਦਾ ਜਿਹੜਾ ਇਸ਼ੂ ਹੈ ਉਹ ਬਹੁਤ ਹੀ ਇੱਕ ਕਿਸਮ ਦਾ ਡੇਂਜਰਸ ਕਿਸਮ ਦਾ ਉਹ ਇਸ਼ੂ ਹੈ, ਕਿਉਂਕਿ ਜੇ ਘਰ ਦੇ ਵਿੱਚ ਜੋ ਬੱਚੇ ਨੇ ਉਹ ਫਿਰ ਬੱਚਿਆਂ ਨੂੰ ਵੀ ਇਫੈਕਟ ਕਰਦਾ ਹੈ। ਜੇ ਘਰ ਦੇ ਵਿੱਚ ਬਜ਼ੁਰਗ ਨੇ ਤੁਹਾਡੇ, ਉਹ ਤੁਹਾਨੂੰ ਦੇਖਦੇ ਨੇ ਲੜਦੇ ਆ, ਉਹਦੇ ਨਾਲ ਵੀ ਇਫੈਕਟ ਹੁੰਦੀ ਹੈ। ਸੋ ਇੱਦਾਂ ਇਹ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਸਾਡੀ ਕਮਿਊਨਿਟੀ 'ਚ ਨੇ, ਇਹ ਹਰ ਕਮਿਊਨਿਟੀ ਦੇ ਵਿੱਚ ਹੁੰਦਾ ਹੈ। ਬਟ ਕਿਉਂਕਿ ਇਸ ਵਕਤ ਸਾਨੂੰ ਅੱਗੋਂ ਪਤਾ ਨਹੀਂ ਸਾਰਿਆਂ ਨੂੰ ਕਿ ਅੱਗੋਂ ਕੀ ਹੋਣਾ ਹੈ, ਬਹੁਤ ਹੀ ਅਨਸਰਟਨਟੀ ਹੈ ਕਿ ਸਾਡੀ ਜੌਬ ਹੋਏਗੀ ਜਾਂ ਨਾ ਹੋਏਗੀ, ਸਾਡੇ ਸਕੂਲ ਦਾ ਕੀ ਬਣੇਗਾ ਅੱਗੋਂ, ਇਹ ਇਕਾਨਮੀ ਦਾ ਕੀ ਇਫੈਕਟ ਹੋਏ, ਕਿ ਇਕਾਨਮੀ ਦੇ ਉੱਤੇ ਕੀ ਇਫੈਕਟ ਹੋਏਗਾ ਇਹਦਾ। ਇਹ ਸਾਰੀਆਂ ਚੀਜ਼ਾਂ ਸਟ੍ਰੈਸ ਫੈਕਟਰ ਤੁਸੀਂ ਜਦੋਂ ਕੰਬਾਈਨ ਕਰਦੇ ਹੋ ਤੇ ਨੈਚੁਰਲੀ ਫਿਰ ਦੇਰ ਇਜ਼ ਅ ਰਿਸਕ ਕਿ ਲੋਕਾਂ ਦਾ ਪੇਸ਼ੈਂਸ ਜਿਹੜੀ ਹੁੰਦੀ ਹੈ ਉਹ ਆਲਰੇਡੀ ਲੋ ਹੁੰਦੀ ਹੈ। ਸੋ ਆਈ ਥਿੰਕ ਕਿ ਸਭ ਨਾਲ ਪਹਿਲਾਂ ਜਿਹੜੀ ਡੋਮੈਸਟਿਕ ਵਾਇਲੈਂਸ ਦੀ ਮੈਂ ਤੁਹਾਨੂੰ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਵੀ ਕਿਸੇ ਨੂੰ ਵੀ ਲੱਗੇ ਕਿ ਇਹ ਤੁਸੀਂ ਐਟ ਰਿਸਕ ਹੋ ਡੋਮੈਸਟਿਕ ਵਾਇਲੈਂਸ ਤੇ, ਭਾਵੇਂ COVID-19 ਹੈ ਵੀ ਜਾਂ ਨਹੀਂ ਹੈ, ਰਾਈਟ ਅਵੇ ਤੁਹਾਨੂੰ ਕਿਸੇ ਨੂੰ ਰੀਚ ਆਊਟ ਕਰਨਾ ਚਾਹੀਦਾ ਹੈ। ਜਾਂ ਤੇ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਰੀਚ ਆਊਟ ਕਰ ਸਕਦੇ ਹੋ ਕਿ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਹੋਰ ਕੁਝ ਨਹੀਂ, ਦੇਖੋ ਹੋਰ ਕੁਝ ਨਹੀਂ ਤੇ ਗੱਲ ਕਰਨ ਨਾਲ ਹੀ ਨਾ ਬਹੁਤ ਹੀ ਕਦੀ ਇਹ ਟੈਨਸ਼ਨ ਜ਼ੇਨ ਤੋਂ ਲੱਥ ਜਾਂਦੀ ਹੈ। ਬਟ ਜੇ ਤੁਸੀਂ ਇਮੀਡੀਏਟਲੀ ਡੇਂਜਰ ਦੇ ਵਿੱਚ ਹੋ, ਆਬਵੀਅਸਲੀ ਫਿਰ ਤੁਹਾਨੂੰ 911 ਕਾਲ ਕਰਨੀ ਚਾਹੀਦੀ ਹੈ। ਬਟ ਦੇਖੋ ਇਹ ਨਹੀਂ ਕਿ ਤੁਸੀਂ 24/7 ਘਰ ਦੇ ਵਿੱਚ ਲੌਕ ਹੋ। ਜੇ ਤੁਸੀਂ ਵਾਕ ਕਰਨ ਲਈ ਜਾਣਾ ਹੈ, ਤੁਸੀਂ ਇਕੱਲੇ ਵਾਕ ਕਰਨ ਲਈ ਜਾ ਸਕਦੇ ਹੋ, ਆਪਣੀ ਮੂਡ ਨੂੰ ਥੋੜਾ ਜਿਹਾ ਕੰਟਰੋਲ ਕਰ ਸਕਦੇ ਹੋ। ਬਟ ਹੈਵਿੰਗ ਸੈਡ ਦੈਟ, ਸਮੀ ਭਾਈ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਡੋਮੈਸਟਿਕ ਵਾਇਲੈਂਸ ਦੀ ਕਾਲ ਦੇ ਵਿੱਚ ਸਪਾਈਕ ਇੱਕ ਕਿਸਮ ਦਾ ਹੋਇਆ ਹੈ ਤੇ ਉਹ ਨੋਟਿਸ ਕਰਨ ਦੇ ਸਾਡੀ ਕਮਿਊਨਿਟੀ ਦਾ, ਦੇਖੋ ਮੈਂ ਕਿਸੇ ਕਮਿਊਨਿਟੀ ਦੀ ਇੱਥੇ ਜਿਹੜੀ ਮੈਂ ਗੱਲ ਕਰਾਂਗਾ ਉਹ ਕਿਸੇ ਕਮਿਊਨਿਟੀ ਦੀ ਇਨਸਲਟ ਜਾਂ ਕ੍ਰਿਟਿਸਿਜ਼ਮ ਨਹੀਂ ਮੈਂ ਕਰਾਂਗਾ। ਮੈਂ ਬਿਲਕੁਲ ਇੱਕ ਕਿਸਮ ਦਾ ਓਪਨਲੀ ਡਿਸਕਸ਼ਨ ਜਿੱਦਾਂ ਹੁੰਦਾ ਨਾ ਆਪਣੀ ਕਮਿਊਨਿਟੀ ਨਾਲ, ਉਸ ਕਿਸਮ ਦਾ ਡਿਸਕਸ਼ਨ। ਤੇ ਸਾਡੀ ਕਮਿਊਨਿਟੀ ਦਾ ਵੀ ਇਹ ਮਸਲਾ ਹੈ ਸੈਮੀ ਭਾਈ ਕਿ ਸਾਡੀ ਅਪਰੋਚ ਡੋਮੈਸਟਿਕ ਵਾਇਲੈਂਸ ਨਾਲ ਬਹੁਤ ਗਲਤ ਹੈ। ਅਸੀਂ ਸੋਚਦੇ ਹਾਂ ਕਿ ਚਲੋ ਯਾਰ ਥੋੜੀ ਜਿਹੀ ਗੱਲ ਹੋ ਗਈ ਹੈ ਜਾਂ ਮਿਨੀਮਲ ਵਾਇਲੈਂਸ ਹੈ, ਇਹਦੇ ਨਾਲ ਕੋਈ ਗੱਲ ਨਹੀਂ, ਇਹ ਘਰਾਂ ਦੇ ਵਿੱਚ ਚੱਲਦਾ ਹੈ। ਇਹ ਬਹੁਤ ਗਲਤ ਬਾਤ ਹੈ ਕਿਉਂਕਿ ਇੱਥੇ ਨਹੀਂ ਚੱਲਦਾ। ਠੀਕ ਹੈ, ਪਾਕਿਸਤਾਨ, ਇੰਡੀਆ, ਸ੍ਰੀਲੰਕਾ, ਬੰਗਲਾਦੇਸ਼, ਇਹਨਾਂ ਮੁਲਕਾਂ ਦੇ ਵਿੱਚ ਹਾਂ ਇਹ ਗੱਲਾਂ ਜਿਹੜੀਆਂ ਨੇ ਘਰਾਂ ਦੀਆਂ ਗੱਲਾਂ ਮੰਨੀਆਂ ਜਾਂਦੀਆਂ ਨੇ, ਪਰ ਇੱਥੇ ਘਰਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ। ਡੋਮੈਸਟਿਕ ਵਾਇਲੈਂਸ ਦੇ ਵਿੱਚ ਚਾਈਲਡ ਫੈਮਿਲੀ ਸਰਵਿਸਿਜ਼ ਵੀ ਇੱਥੇ ਇਨਵੋਲਵ ਹੋ ਜਾਂਦੀ ਹੈ, ਕੋਰਟਸ ਤੇ ਤੁਹਾਨੂੰ ਪਤਾ ਹੀ ਹੈ ਆਪੇ ਇਨਵੋਲਵ ਹੋ ਜਾਂਦੇ ਨੇ, ਪੁਲਿਸ ਇਨਵੋਲਵ ਹੋ ਜਾਂਦੀ ਹੈ, ਕ੍ਰਿਮੀਨਲ ਰੈਕਟਸ ਦੇ ਚੱਕਰ ਇੱਥੇ ਪੈ ਜਾਂਦੇ ਨੇ, ਤੁਹਾਡੀ ਜੌਬ ਅਫੈਕਟ ਹੋ ਸਕਦੀ ਹੈ। ਸੋ ਆਈ ਥਿੰਕ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਤੁਹਾਨੂੰ ਜਿਹੜੀ ਵੀ ਹੈਲਪ ਚਾਹੀਦੀ ਹੁੰਦੀ ਹੈ ਨਾ, ਇਹਦੇ 'ਚ ਕੋਈ ਸ਼ਰਮ ਨਹੀਂ ਕਿ ਤੁਸੀਂ ਕਿਸੇ ਸਾਈਕੋਲੋਜਿਸਟ ਨਾਲ ਗੱਲ ਕਰੋ, ਕਿਸੇ ਥੈਰੇਪਿਸਟ ਨਾਲ ਗੱਲ ਕਰੋ, ਕਿਸੇ ਮੈਰਿਜ ਕਾਉਂਸਲਰ ਨਾਲ ਗੱਲ ਕਰੋ ਕਿ ਦੇਖੋ ਯਾਰ ਸਾਡੀ ਇਹ ਟੈਨਸ਼ਨ ਹੈ ਇਸ ਵਕਤ ਤੇ ਇਹ ਹੋਰ ਵਧੇ ਨਾ, ਕਿਉਂਕਿ ਛੋਟੀ ਟੈਨਸ਼ਨ ਦੇ ਵਿੱਚ ਫਿਰ ਵੱਡੀਆਂ ਜਿਹੜੀਆਂ ਨੇ ਨਾ ਡੋਮੈਸਟਿਕ ਵਾਇਲੈਂਸ ਦੇ ਇਸ਼ੂ ਬਣ ਜਾਂਦੇ ਨੇ। ਤੇ ਮੇਰੀ ਇਹ ਰਿਕੁਐਸਟ ਹੈ ਸਾਡੀ ਕਮਿਊਨਿਟੀ ਨਾਲ ਕਿ ਜਿੱਦਾਂ ਅਸੀਂ ਇਹ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਅਪਰੋਚ ਕਰਨੇ ਆ ਐਜ਼ ਅ ਕਮਿਊਨਿਟੀ, ਐਜ਼ ਸਾਡੇ ਕਲਚਰ ਦੇ ਵਿੱਚ, ਇਹ ਸਾਨੂੰ ਬਦਲਣਾ ਚਾਹੀਦਾ। ਇਹ ਗੱਲ ਆਪਣੇ ਜ਼ਿਹਨਾਂ 'ਚੋਂ ਕੱਢ ਦਿਓ ਕਿ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਇਹ ਗੱਲ ਬਿਲਕੁਲ ਗਲਤ ਹੈ। ਜਿਹੜੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਉਹ ਨਾਰਮਲ ਘਰ ਨਹੀਂ, ਕਿਉਂਕਿ ਨਾਰਮਲ ਦੇ ਘਰਾਂ ਦੇ ਵਿੱਚ ਹੱਸਦੇ ਨੇ ਲੋਕੀ, ਖੇਡਦੇ ਨੇ, ਠੀਕ ਹੈ, ਇੱਕ ਦੂਜੇ ਨਾਲ ਡਿਸਐਗਰੀਮੈਂਟ ਵੀ ਹੁੰਦੀ ਹੈ, ਪਰ ਉਹਦੇ ਨਾਲ ਡੋਮੈਸਟਿਕ ਵਾਇਲੈਂਸ ਨਹੀਂ ਹੁੰਦਾ। ਕਿਉਂ ਸੈਮੀ ਭਾਈ? ਹਾਂਜੀ, ਤਾਂ ਇਸੇ ਸਵਾਲ 'ਚੋਂ ਮੇਰਾ ਸਵਾਲ, ਕਿਉਂਕਿ ਆਪਣੀ ਕਮਿਊਨਿਟੀ ਹੈ ਜਿਹੜੀ, ਕਿਉਂਕਿ ਹੋਰ ਕਮਿਊਨਿਟੀਆਂ ਨਾਲੋਂ ਸਾਡੀ ਕਮਿਊਨਿਟੀ ਆ ਜਿਹੜੀ ਮੋਸਟਲੀ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਕਹਿ ਦਿੰਦੇ ਹਾਂ ਕਿ ਜੇ ਡੋਮੈਸਟਿਕ ਵਾਇਲੈਂਸ ਘਰਾਂ ਦੇ ਵਿੱਚ ਤੁਹਾਡੇ ਲੜਾਈ ਝਗੜੇ ਹੁੰਦੇ ਵੀ ਆ ਤਾਂ ਉਹਨਾਂ ਦੇ ਵਿੱਚ ਥੋੜ੍ਹਾ ਕਈ ਵਾਰੀ ਆਪਸ ਵਿੱਚ ਵੀ ਉਹ ਕਰ ਲੈਂਦੇ ਆ। ਪਰ ਸਮਟਾਈਮਸ ਇਹ ਹੁੰਦਾ ਕਿ ਫਰਜ਼ ਕਰੋ ਕਿਸੇ ਲੇਡੀ ਦੇ ਉੱਪਰ ਜਿਹੜਾ ਡੋਮੈਸਟਿਕ ਵਾਇਲੈਂਸ ਆ ਉਹ 'ਤੇ ਕੋਈ ਵੀ ਗੱਲਬਾਤ ਹੋ ਰਹੀ ਹੈ ਘਰ ਦੇ ਵਿੱਚ, ਉਹਨੂੰ ਪਰੇਸ਼ਾਨੀ ਆ, ਤਾਂ ਸਾਡੀ ਕਮਿਊਨਿਟੀ ਦੇ ਵਿੱਚ ਮੋਸਟਲੀ ਇਹ ਹੁੰਦਾ ਕਿ ਜੇ ਮੈਂ ਬਾਹਰ ਗੱਲ ਕੀਤੀ ਤਾਂ ਹੋ ਸਕਦਾ ਕਿ ਮੇਰਾ ਘਰ ਟੁੱਟ ਜਾਵੇ, ਕਿਉਂਕਿ ਬੱਚੇ ਵੀ ਹੁੰਦੇ ਆ, ਕਿਉਂਕਿ ਜਿਹੜੀ ਔਰਤ ਆ ਉਹ ਹਰੇਕ ਚੀਜ਼ ਨੂੰ ਮੇਨਟੇਨ ਕਰਕੇ ਚੱਲ ਰਹੀ ਆ, ਉਹਨੂੰ ਸਾਰਾ ਕੁਝ ਪਤਾ ਹੁੰਦਾ ਆਪਣੇ ਘਰ ਦਾ। ਪਰ ਮੈਂ ਤੁਹਾਡੇ
ਲੀਗਲ ਤੌਰ ਤੇ ਤੁਹਾਨੂੰ ਪੁੱਛਣਾ ਚਾਹਣਾ ਕਿ ਜੇ ਕੋਈ ਇਸ ਪ੍ਰੋਬਲਮ ਦੇ ਵਿੱਚ ਆ, ਭਾਵੇਂ ਉਹ ਕੋਈ ਲੇਡੀ ਆ ਜਾਂ ਮੇਲ ਆ ਜਾਂ ਕੋਈ, ਕਿਉਂਕਿ ਬੱਚੇ ਵੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੇ ਨੇ, ਤਾਂ ਕੀ ਕੋਈ ਲੀਗਲ ਇਦਾਂ ਦਾ ਵੇ ਹੈ ਕਿ ਉਹਨਾਂ ਦਾ ਘਰ ਵੀ ਨਾ ਟੁੱਟੇ ਤਾਂ ਉਹਨਾਂ ਦੀ ਜਿਹੜੀ ਉਹ ਪ੍ਰੋਬਲਮ ਵੀ ਸੋਲਵ ਹੋ ਜਾਵੇ? ਕਿਉਂਕਿ ਮੋਸਟਲੀ ਜਿਹੜੀਆਂ ਸਾਡੀਆਂ ਫੈਮਲੀਆਂ ਇਹੀ ਡਰਦੀਆਂ ਨੇ ਕਿ ਕੋਈ ਪੁਲਿਸ ਇਨਵੋਲਵ ਨਾ ਹੋਵੇ ਜਾਂ ਕੋਈ ਹੋਰ ਨਾ ਹੋਵੇ, ਪਰ ਜੇ ਉਹ ਗੱਲ ਬਾਹਰ ਲੈ ਕੇ ਆਉਂਦੇ ਆ, ਕੋਈ ਇਦਾਂ ਦਾ ਵੇ ਹੈਗਾ ਲੀਗਲ ਤੌਰ ਤੇ ਕਿ ਉਹਨਾਂ ਦਾ ਘਰ ਵੀ ਬਚਿਆ ਰਵੇ ਪਰ ਉਹਨਾਂ ਦੀ ਪ੍ਰੋਬਲਮ ਵੀ ਜਿਹੜੀ ਉਹ ਸੋਲਵ ਹੋਵੇ? ਬਿਲਕੁਲ। ਓਕੇ, ਸੋ ਸਾਮੀ ਭਾਈ, ਪਹਿਲੀ ਗੱਲ ਇਹ ਹੈ ਕਿ ਓਕੇ, ਲੋਕ ਸਮਝਦੇ ਨੇ ਕਿ ਜੇ ਮੈਂ ਬਾਹਰ ਗੱਲ ਕੀਤੀ ਤੇ ਸਾਡਾ ਘਰ ਟੁੱਟ ਸਕਦਾ, ਠੀਕ ਹੈ, ਬਟ ਜੇ ਤੁਸੀਂ ਇਹ ਬਾਹਰ ਗੱਲ ਨਾ ਵੀ ਕਰੋਗੇ ਤਾਂ ਫੇਰ ਵੀ ਤੁਹਾਡਾ ਘਰ ਟੁੱਟ ਸਕਦਾ। ਏਦਾਂ ਨਹੀਂ ਹੁੰਦਾ ਕਿ ਘਰ ਉਹੀ ਟੁੱਟਦੇ ਨੇ ਜਿਹੜੀਆਂ ਬਾਹਰ ਜਾ ਕੇ ਗੱਲਾਂ ਕਰਦੇ ਨੇ, ਜਿਹੜੇ ਘਰਾਂ ਦੇ ਵਿੱਚ ਨਹੀਂ ਵੀ ਕੋਈ ਆਪਣਾ ਜਾ ਕੇ ਕਿਸੇ ਨੂੰ ਵੀ ਨਹੀਂ ਦੱਸਦਾ, ਉਹ ਵੀ ਘਰ ਟੁੱਟਦੇ ਨੇ। ਇਹ ਬਿਲਕੁਲ ਗਲਤ ਅਪਰੋਚ ਹੈ ਸਾਡਾ ਜਿਹੜਾ ਹੈ। ਤੇ ਦੂਸਰੀ ਗੱਲ ਤੁਹਾਨੂੰ ਮੈਂ ਦੱਸਣਾ ਵਾ, ਜੇ ਤੁਸੀਂ ਇੱਕ ਬੰਦੇ ਨਾਲ ਗੱਲ ਕਰਨ ਡੇ ਹੋ, ਆਪਣੀ ਜ਼ਾਤੀ ਗੱਲ ਕਰਨ ਡੇ ਹੋ, ਜਿਹਦੇ ਨਾਲ ਤੁਸੀਂ ਆਪਣੇ ਪਰਸਨਲ ਮਾਮਲੇ ਦੀ ਗੱਲ ਕਰਨ ਡੇ ਹੋ, ਜੇ ਤੁਹਾਨੂੰ ਉਸ ਬੰਦੇ ਦਾ ਇਹ ਡਰ ਹੈ ਕਿ ਉਹਨੇ ਕਿਸੇ ਹੋਰ ਨੂੰ ਜਾ ਕੇ ਗੱਲ ਦੱਸਣੀ ਹੈ ਤਾਂ ਤੁਹਾਨੂੰ ਉਹਦੇ ਨਾਲ ਇਹ ਗੱਲ ਕਰਨੀ ਨਹੀਂ ਚਾਹੀਦੀ, ਠੀਕ ਹੈ ਨਾ? ਇਟਸ ਦੈਟ ਸਿੰਪਲ। ਕਿ ਜਿਹੜੇ ਬੰਦੇ ਕੋ ਤੁਹਾਨੂੰ ਡਰ ਹੈ ਉਹਨੇ ਤੁਹਾਡੇ ਟੈਕਸਟ ਮੈਸੇਜ ਕਿਸੇ ਨੂੰ ਦਿਖਾ ਦੇਣੇ ਨੇ ਜਾਂ ਬਾਹਰ ਜਾ ਕੇ ਗੱਲ ਕਰਨੀ ਹੈ ਕਿ ਯਾਰ ਸੈਮੀ ਨਾਲ ਜਾਂ ਫਜ਼ਾਨ ਨਾਲ ਤੇ ਏਦਾਂ ਹੋਣ ਡਿਆ, ਉਹ ਤੁਹਾਡਾ ਦੋਸਤ ਹੀ ਨਹੀਂ ਤੇ ਨਾ ਤੁਹਾਨੂੰ ਉਹਨੇ ਸੋਚਣਾ ਚਾਹੀਦਾ। ਹੈਵਿੰਗ ਸੈਡ ਦੈਟ, ਦੇਖੋ ਗੱਲ ਇਹ ਵੇ ਕਿ ਡੋਮੈਸਟਿਕ ਵਾਇਲੈਂਸ ਤੱਕ ਜਿਹੜਾ ਹੈ ਨਾ, ਉੱਥੋਂ ਤੱਕ ਇਹ ਗੱਲ ਪਹੁੰਚਣੀ ਨਹੀਂ ਚਾਹੀਦੀ। ਸਾਡੇ ਕੋਲ ਕਈ ਇੱਥੇ ਟੂਲਸ ਨੇ, ਕਈ ਇੱਥੇ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ, ਰਾਈਟ? ਹੁਣ ਜਦੋਂ ਤੁਸੀਂ ਕਹਿੰਦੇ ਹੋ ਸਾਰੇ ਘਰਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ, ਠੀਕ ਹੈ, ਮੈਂ ਤੁਹਾਡੀ ਗੱਲ ਮੰਨਦਾ ਵਾਂ, ਲੇਕਿਨ ਡਿਸਐਗਰੀਮੈਂਟ ਵੀ ਯਾਰ ਕੋਈ ਨਾਰਮਲ ਹੋਣੀ ਚਾਹੀਦੀ ਹੈ ਨਾ। ਦੇਖੋ ਹੁਣ ਜੇ ਤੁਸੀਂ ਦੋਵੇਂ ਡਿਸਐਗਰੀ ਕਰਨ ਦੇ ਹੋ ਕਿ ਰਾਤ ਨੂੰ ਕੀ ਪਕਾਉਣਾ, ਇਹਦੇ ਤੇ ਤੁਹਾਡੀ ਲੜਾਈ ਹੋਏ ਤੇ ਇਹ ਤੇ ਚਲੋ ਨਾਰਮਲ ਗੱਲ, ਰਾਈਟ? ਬਟ ਜੇ ਤੁਸੀਂ ਹੁਣ ਲੜਨ ਡੇ ਹੋ ਕਿਸੇ ਕੰਪਲੀਟਲੀ ਹੋਰ ਗੱਲ ਤੋਂ, ਇੱਕ ਦੂਜੇ ਨੂੰ ਗਾਲਾਂ ਕੱਢਣ ਡੇ ਹੋ, ਇਨਸਲਟ ਹੋਣ ਡਿਆ, ਵਾਇਲੈਂਸ ਉੱਥੇ ਸਟਾਰਟ ਹੋ ਗਿਆ, ਇਹ ਗੱਲ ਤੇ ਨਹੀਂ ਨਾ ਫਿਰ ਹਰ ਗੱਲ ਘਰ ਦੇ ਵਿੱਚ ਹੁੰਦੀ, ਰਾਈਟ? ਘਰ ਦੇ ਵਿੱਚ ਹੁੰਦੀਆਂ ਨੇ ਡਿਸਐਗਰੀਮੈਂਟ, ਪਰ ਇਹੋ ਜਿਹੀਆਂ ਨਹੀਂ। ਸਾਡੇ ਲੋਕਾਂ ਨੂੰ ਜੇ ਤੁਹਾਡੀ ਮੈਰਿਜ ਦੇ ਵਿੱਚ ਕੋਈ ਟੈਨਸ਼ਨ ਹੈ ਜਾਂ ਤੁਹਾਡੀ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਟੈਨਸ਼ਨ ਹੈ ਜਿਹਦੇ ਨਾਲ ਤੁਹਾਨੂੰ ਡਰ ਹੈ ਕਿ ਯਾਰ ਇਹ ਗੱਲ ਵੱਧ ਜਾਣੀ, ਉਹ ਤੋਂ ਪਹਿਲਾਂ ਹੀ ਤੁਹਾਨੂੰ ਸਟੈਪ ਲੈਣੇ ਚਾਹੀਦੇ ਨੇ। ਜਿੱਦਾਂ ਕਿ ਤੁਸੀਂ ਕਿਸੇ ਮੈਰਿਜ ਥੈਰੇਪਿਸਟ ਕੋ ਜਾਓ, ਰਾਈਟ? ਕਾਉਂਸਲਰ ਕੋ ਤੁਸੀਂ ਜਾ ਸਕਦੇ ਹੋ, ਮੈਰਿਜ ਕਾਉਂਸਲਿੰਗ ਤੁਸੀਂ ਕਰਵਾ ਸਕਦੇ ਹੋ। ਉਹਨਾਂ ਦਾ ਕੰਮ ਹੀ ਇਹੋ ਹੀ ਹੁੰਦਾ ਹੈ ਕਿ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਪਹਿਲਾਂ ਹੀ ਰਿਜ਼ੋਲਵ ਕਰ ਦੇਣ ਤਾਂ ਕਿ ਇਹ ਡੋਮੈਸਟਿਕ ਵਾਇਲੈਂਸ ਤੱਕ ਪਹੁੰਚੇ ਹੀ ਨਾ। ਸੋ ਫੋਰ ਐਗਜ਼ਾਮਪਲ ਹੁਣ ਜੇ ਤੁਹਾਡੀ ਕੋਈ ਲੜਾਈ ਝਗੜਾ ਤੁਹਾਡਾ ਕਿਸੇ ਆਪਣੀ ਸਪਾਊਸ ਨਾਲ ਜਾਂ ਗਰਲਫ੍ਰੈਂਡ ਨਾਲ ਚੱਲ ਰਿਹਾ, ਤੇ ਬਜਾਏ ਕਿ ਤੁਸੀਂ ਆਪਣੇ ਦੋਸਤ ਨੂੰ ਜਾ ਕੇ ਦੱਸੋ, ਉਹ ਆਪਣੇ ਦੋਸਤ ਨੂੰ ਜਾ ਕੇ ਦੱਸੇ, ਉਹ ਗੱਲ ਕਿੱਥੋਂ ਤੱਕ ਪਹੁੰਚੇ, ਇਹਦੇ ਨਾਲ ਇਹ ਈਜ਼ੀਅਰ ਨਹੀਂ ਕਿ ਤੁਸੀਂ ਕਿਸੇ ਮੈਰਿਜ ਥੈਰੇਪਿਸਟ ਕੋ ਜਾ ਕੇ ਜਾਂ ਕਿਸੇ ਵੋਲੰਟੀਅਰ ਆਰਗੇਨਾਈਜੇਸ਼ਨ ਨੂੰ ਜਾ ਕੇ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਕਿ ਇਸ ਚੀਜ਼ ਨੂੰ ਕੌਨਫੀਡੈਂਸ਼ੀਅਲ ਰੱਖਣ, ਉਹਨਾਂ ਨਾਲ ਜਾ ਕੇ ਤੁਸੀਂ ਗੱਲ ਕਰ ਲਓ। ਹੋਰ ਕੋਈ ਨਹੀਂ ਤੇ ਤੁਹਾਡਾ ਦਿਲ ਤੁਹਾਡਾ ਹੌਲਾ ਹੋ ਜਾਏਗਾ, ਉਹਦੇ ਨਾਲ ਵੀ ਬਹੁਤ ਇਫੈਕਟ ਹੋ ਜਾਏਗਾ। ਸੋ ਪੁਲਿਸ ਉਦੋਂ ਇਨਵੋਲਵ ਹੁੰਦੀ ਹੈ ਜਦੋਂ ਵਾਇਲੈਂਸ ਦਾ ਇਸ਼ੂ ਵਿੱਚ ਆ ਗਿਆ। ਉਹ ਹੁਣ ਆਮ ਝਗੜੇ ਬੀਵੀ ਤੇ ਬੰਦੇ ਜਿਹੜੇ ਹੁੰਦੇ ਨੇ, ਪੁਲਿਸ ਉਹਦੇ ਚ ਇਨਵੋਲਵ ਜਨਰਲੀ ਨਹੀਂ ਹੁੰਦੀ। ਇਨਵੋਲਵ ਉਦੋਂ ਹੁੰਦੇ ਨੇ ਜਦੋਂ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਬਣ ਜਾਂਦਾ ਹੈ, ਜਦੋਂ ਫਿਜ਼ੀਕਲ ਅਸਾਲਟ ਹੋ ਜਾਂਦਾ ਹੈ, ਜਦੋਂ ਵਰਬਲ ਅਬਿਊਜ਼ ਚੱਲਦਾ ਹੈ ਬਹੁਤ ਜ਼ਿਆਦਾ, ਉਦੋਂ। ਸੋ ਜੇ ਗੱਲ ਤੁਸੀਂ ਉੱਥੋਂ ਤੱਕ ਨਹੀਂ ਪਹੁੰਚਾਉਣੀ ਤਾਂ ਉਹਦੀਆਂ ਪਹਿਲੋਂ ਹੀ ਤੁਹਾਨੂੰ ਚਾਹੀਦਾ ਕਿ ਸਟੈਪਸ ਲੈ ਲਓ, ਜਿੱਦਾਂ ਕਿ ਥੈਰੇਪੀ। ਤੁਸੀਂ ਵਕੀਲ ਨਾਲ ਵੀ ਕਿਸੇ ਨਾਲ ਗੱਲ ਕਰ ਸਕਦੇ ਹੋ, ਪਰ ਵਕੀਲ ਜਿਹੜੇ ਨੇ ਵੱਡੇ ਕੋਈ ਥੈਰੇਪਿਸਟ ਨਹੀਂ ਹੁੰਦੇ। ਮੈਂ ਤੁਹਾਨੂੰ ਦੱਸ ਦੇਵਾਂ, ਇਟਸ ਬੈਟਰ ਕਿ ਤੁਸੀਂ ਕਿਸੇ ਮੈਰਿਜ ਪ੍ਰੋਫੈਸ਼ਨਲ ਨਾਲ। ਇੱਥੇ ਬਹੁਤ ਜ਼ਿਆਦਾ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹ ਕੰਮ ਹੀ ਇਹੀ ਕਰਦੀਆਂ। ਜੇ ਤੁਸੀਂ ਆਪਣੇ ਹਸਬੈਂਡ ਜਾਂ ਆਪਣੇ ਵਾਈਫ ਦੇ ਸਾਹਮਣੇ ਉਹਨਾਂ ਨਾਲ ਗੱਲਾਂ ਨਹੀਂ ਕਰਨਾ ਚਾਹੁੰਦੇ, ਉਹ ਤੁਹਾਨੂੰ ਨਹੀਂ ਫੋਰਸ ਕਰਨਗੇ। ਦੇਰਜ਼ ਬਹੁਤ ਜ਼ਿਆਦਾ ਇੱਥੇ ਸਾਡੇ ਕੋਲ ਟੂਲਸ ਅਵੇਲੇਬਲ ਨੇ ਕਿ ਅਸੀਂ ਆਪਣੇ ਘਰਾਂ ਨੂੰ ਬਚਾ ਸਕੀਏ, ਰਾਈਟ? ਪਰ ਅਸੀਂ ਕਦੀ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਬਚਾਉਣਾ ਨਹੀਂ ਚਾਹੁੰਦੇ, ਆਪਣੇ ਘਰਾਂ ਨੂੰ ਅਸੀਂ ਬਚਾਉਣਾ ਨਹੀਂ ਚਾਹੁੰਦੇ, ਪਰ ਆਪਣੀ ਜਿਹੜੀ ਬਾਹਰ ਦੀ ਇੱਜ਼ਤ ਹੈ ਉਹਨੂੰ ਬਚਾਉਣਾ ਚਾਹੁੰਦੇ ਹਾਂ। ਘਰ ਦਾ ਸਕੂਨ ਅਸੀਂ ਬਚਾਉਣਾ ਨਹੀਂ ਚਾਹੁੰਦੇ ਆਪਣਾ, ਪਰ ਬਾਹਰ ਜੋ ਲੋਕੀ ਸਾਡੇ ਵੱਲੋਂ ਸੋਚਣਗੇ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਹਾਂ। ਇਹ ਗੱਲ ਰਿਵਰਸ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣੇ ਘਰ ਦਾ ਮਾਹੌਲ, ਆਪਣੇ ਘਰ ਦਾ ਸਕੂਨ, ਆਪਣੀ ਬੀਵੀ ਜਾਂ ਆਪਣੇ ਬੰਦੇ ਦਾ ਸਕੂਨ ਜਿਹੜਾ ਉਹ ਪ੍ਰੋਟੈਕਟ ਕਰਨਾ ਚਾਹੀਦਾ। ਜੋ ਤੁਹਾਡੇ ਬਾਰੇ ਚ ਲੋਕੀ ਸੋਚਦੇ ਨੇ ਉਹਨੂੰ ਨਹੀਂ। ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਲੋਕਾਂ ਨੇ ਗੱਲਾਂ ਕਰਨੀਆਂ ਨੇ ਰਿਗਾਰਡਲੈਸ, ਤੁਸੀਂ ਜੋ ਮਰਜ਼ੀ ਕਰੋ। ਜਸਟਿਨ ਟਰੂਡੋ ਨੂੰ ਲੋਕੀ ਗੱਲਾਂ ਕਰਦੇ ਨੇ, ਨਹੀਂ ਗਾਂਧੀ ਸਾਹਿਬ ਨੂੰ ਲੋਕੀ ਗੱਲਾਂ ਕਰਦੇ ਨੇ। ਤੁਸੀਂ ਹਿਸਟਰੀ ਦਾ ਕੋਈ ਇੱਕ ਬੰਦਾ ਹੋ, ਜਿੰਨਾ ਮਰਜ਼ੀ ਨੇਕ ਹੋਏ, ਜਿੰਨਾ ਮਰਜ਼ੀ ਪ੍ਰੋਪਰ ਉਹਨੇ ਕੰਮ ਕੀਤਾ ਹੋਏ,
ਉਹਦੇ ਬਾਰੇ 'ਚ ਵੀ ਲੋਕੀ ਗੱਲਾਂ ਕਰਨਗੇ, ਰਾਈਟ? ਸੋ ਤੁਸੀਂ ਆਪਣੀ ਜਿਹੜੀ ਘਰ ਦਾ ਸਕੂਨ, ਆਪਣੀ ਫੈਮਿਲੀ ਜਿਹੜੀ ਏ ਉਹਨੂੰ ਸੈਕਰੀਫਾਈਸ ਕਰਨਾ ਛੱਡੋ ਇਸ ਵਜ੍ਹਾ ਨਾਲ ਕਿ ਲੋਕੀ ਕੀ ਸੋਚਣਗੇ। ਤੁਸੀਂ ਸੋਚੋ ਮੇਰੀ ਬੀਵੀ ਕੀ ਸੋਚੇਗੀ, ਮੇਰਾ ਹਸਬੈਂਡ ਕੀ ਸੋਚੇਗਾ, ਮੇਰੇ ਬੱਚਿਆਂ ਤੇ ਕੀ ਅਸਰ ਹੋਏਗਾ। ਜੋ ਲੋਕੀ ਸੋਚਦੇ ਨੇ ਉਹਨਾਂ ਨੂੰ ਸੋਚਣ ਦਿਓ, ਕਿਉਂਕਿ ਉਹਨਾਂ ਤੇ ਤੁਹਾਡਾ ਕੋਈ ਕੰਟਰੋਲ ਨਹੀਂ, ਪਰ ਤੁਹਾਡੇ ਆਪਣੇ ਐਕਸ਼ਨਸ ਤੇ ਤੁਹਾਡਾ ਕੰਟਰੋਲ ਹੈਗਾ ਹੈ। ਹਾਂਜੀ, ਤਾਂ ਇਸ ਲਈ ਮੇਰਾ ਸਵਾਲ ਸੀਗਾ ਕਿ ਪੁਲਿਸ ਇਨਵੋਲਵ ਤੋਂ ਪਹਿਲਾਂ ਜਿਹੜਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਏਜੰਸੀਜ਼ ਨੇ ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਇਹ ਮੇਰਾ ਸੀਗਾ ਕਿ ਕਿਉਂਕਿ ਸਾਡੀ ਕਮਿਊਨਿਟੀ ਹੁੰਦਾ ਕਿ ਪੁਲਿਸ ਇਨਵੋਲਵ ਨਾ ਹੋਵੇ, ਰਾਈਟ? ਸੋ ਮੋਸਟਲੀ ਉਹ ਪਹਿਲਾਂ ਹੀ ਜੇ ਗੱਲ ਬਾਤ ਤੁਹਾਡਾ ਘਰ ਆ ਜਿਹੜਾ ਉਹ ਬਚ ਸਕਦਾ, ਟਿਕ ਸਕਦਾ, ਤੁਹਾਡੇ ਘਰੇ ਸ਼ਾਂਤੀ ਹੋ ਸਕਦੀ ਆ, ਸਕੂਨ ਮਿਲ ਸਕਦਾ, ਤੁਸੀਂ ਆਪਣੇ ਸਕੂਨ ਦੇ ਨਾਲ ਉਹ ਰਹਿ ਸਕੋ। ਸੋ ਅਗਲਾ ਮੇਰਾ ਸਵਾਲ ਹੈ, ਜਿਸ ਤਰ੍ਹਾਂ ਕਿ ਬੱਚਿਆਂ ਤੇ ਕਿਸ ਤਰ੍ਹਾਂ ਦਾ ਫਿਰ, ਇੱਕ ਤੁਸੀਂ ਵਕੀਲ ਹੋ, ਡਾਕਟਰ ਤਾਂ ਨਹੀਂ, ਪਰ ਤੁਹਾਡਾ ਜਿਹੜਾ ਕਿ ਬਹੁਤ ਜ਼ਿਆਦਾ ਤੁਸੀਂ ਕੋਰਟਾਂ ਦੇ ਵਿੱਚ ਜਾਂਦੇ ਹੋ, ਤੁਹਾਡਾ ਜਿਹੜਾ ਕਿ ਮੈਂ ਪੰਜਾਬੀ ਦੇ ਵਿੱਚ ਵਾਹ ਤੁਹਾਡਾ ਪੈਂਦਾ ਰਹਿੰਦਾ ਇਹਨਾਂ ਚੀਜ਼ਾਂ ਦੇ ਨਾਲ। ਸੋ ਜਦੋਂ ਘਰ ਦੇ ਵਿੱਚ ਲੜਾਈ ਝਗੜੇ ਨੇ, ਬੇਸ਼ੱਕ ਉਹ ਪਤੀ ਪਤਨੀ ਦਾ, ਬੇਸ਼ੱਕ ਮਾਂ ਪੁੱਤ ਦਾ, ਪਿਓ ਪੁੱਤ ਦਾ, ਕਿਸੇ ਦਾ ਵੀ ਉਹ ਲੜਾਈ ਝਗੜਾ ਹੋ ਸਕਦਾ ਹੈ, ਤਾਂ ਇਸ ਦਾ ਬੱਚਿਆਂ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਇੱਕ ਵਕੀਲ ਹੋਣ ਦੇ ਨਾਤੇ ਕਿ ਕੀ ਅਸਰ ਪੈਂਦਾ? ਇਹ ਬੱਚਿਆਂ ਤੇ ਜੋ ਅਸਰ ਇਹਦੇ ਤੇ ਪੈਂਦਾ ਨਾ ਉਹ ਬਹੁਤ ਹੀ ਮੁਖਤਲਿਫ ਹੁੰਦਾ ਹੈ ਕਿਸਮ ਦਾ। ਦੇਖੋ ਕਈ ਬੱਚੇ ਜਿਹੜੇ ਨੇ ਡਿਪੈਂਡ ਵੀ ਕਰਦੇ ਉਹਨਾਂ ਦੀ ਏਜ ਕਿੰਨੀ ਹੈ। ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਹੁਣ ਕੀ ਰਿਹਾ ਹੈ ਸਾਡੇ ਨਾਲ। ਕਿਉਂ ਹੈ ਕਿ ਮੈਂ ਮੰਡੇ ਟਿਊਜ਼ਡੇ ਨੂੰ ਆਪਣੀ ਅੰਮੀ ਨਾਲ ਮਿਲਣਾ ਹੈ ਤੇ ਵੈਨਸਡੇ ਥਰਸਡੇ ਫਰਾਈਡੇ ਨੂੰ ਆਪਣੇ ਅੱਬੂ ਨਾਲ ਮਿਲਣਾ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕੀ ਹੋਣ ਰਿਹਾ ਹੈ। ਉਹਨਾਂ ਦੀ ਜ਼ਿਹਨੀ ਜਿਹੜੀ ਹਾਲਤ ਹੈ ਬੱਚਿਆਂ ਦੀ ਬਹੁਤ ਖਰਾਬ ਹੋ ਜਾਂਦੀ। ਇੱਦਾਂ ਵੀ ਹੁੰਦਾ ਹੈ ਕਿ ਤੁਹਾਡਾ ਬੱਚਾ ਤੁਸੀਂ ਦੇਖੋਗੇ ਉਹ ਪੜ੍ਹਨ ਦੇ ਵਿੱਚ ਬਹੁਤ ਹੀ ਲਾਇਕ ਹੈ, ਉਹਨੇ ਕਦੀ ਕਿਸੇ ਨਾਲ ਉੱਚੀ ਨੀਵੀਂ ਗੱਲ ਨਹੀਂ ਕੀਤੀ ਉਹਨੇ। ਐਸ ਸੂਨ ਐਜ਼ ਇਹੋ ਜਿਹੇ ਡੋਮੈਸਟਿਕ ਵਾਇਲੈਂਸ ਦੇ ਜਾਂ ਇਸ਼ੂਜ਼ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਅਨਰਿਜ਼ੋਲਵ ਰੱਖਦੇ ਨੇ ਸਾਡੀ ਕਮਿਊਨਿਟੀ ਵਾਲੇ। ਸਭ ਨਾਲੋਂ ਵੱਡੀ ਇਹ ਗੱਲ ਹੈ ਸੈਮੀ ਭਾਈ, ਮੈਂ ਇੱਥੇ ਪੁਆਇੰਟ ਮੈਂ ਵੇਚਣਾ ਚਾਹੁੰਦਾ ਵਾ। ਦੇਖੋ ਤੁਸੀਂ ਡੋਮੈਸਟਿਕ ਵਾਇਲੈਂਸ ਨੂੰ ਜੇ ਤੁਸੀਂ ਰਿਜ਼ੋਲਵ ਨਹੀਂ ਕਰਦੇ, ਤੁਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ, ਜੇ ਤੁਹਾਡੇ ਬੱਚੇ ਨੇ, ਤੁਹਾਡੇ ਬੱਚੇ ਤੁਹਾਨੂੰ ਦੇਖਣ ਦੇ ਨੇ, ਠੀਕ ਹੈ, ਤੁਹਾਡਾ ਤੇ ਤੁਹਾਡੀ ਬੀਵੀ ਦਾ ਜੋ ਰਿਲੇਸ਼ਨਸ਼ਿਪ ਹੈ ਉਹ ਰਿਲੇਸ਼ਨਸ਼ਿਪ ਹੀ ਜਿਹੜਾ ਹੈ ਉਹ ਆਪਣੇ ਬੱਚੇ, ਤੁਹਾਡੇ ਜਿਹੜੇ ਬੱਚੇ ਨੇ ਅੱਗੋਂ ਆਪਣੀ ਬੀਵੀ ਤੇ ਆਪਣੇ ਹਸਬੈਂਡ ਨਾਲ ਰੱਖਣਗੇ, ਕਿਉਂਕਿ ਜੋ ਉਹਨਾਂ ਨੂੰ ਨਜ਼ਰ ਆਉਣ ਡਿਆ ਹੈ ਉਹ ਇਹਨੂੰ ਨਾਰਮਲ ਸਮਝਦੇ ਨੇ। ਉਹ ਸਮਝਣਗੇ ਕਿ ਇਹੋ ਹੀ ਨਾਰਮਲ ਰਿਲੇਸ਼ਨਸ਼ਿਪ ਹੁੰਦੀ ਹੈ ਜਿਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ। ਤੁਹਾਡਾ ਦੇਖੋ ਅਸੀਂ ਤੇ ਅਡਲਟ ਹਾਂ, ਅਸੀਂ ਤੇ ਇਹਨੂੰ ਸਮਝ ਸਕਦੇ ਹਾਂ ਕਿ ਕੀ ਅਸੀਂ ਸਮਝ ਸਕਦੇ ਹਾਂ ਇਹਨੂੰ, ਇਹਦੇ ਨਾਲ ਰਹਿ ਸਕਦੇ ਹਾਂ, ਪਰ ਬੱਚੇ ਜਿਹੜੇ ਨੇ ਉਹਨਾਂ ਨੂੰ ਕੋਈ ਸਮਝ ਨਹੀਂ ਕੀ ਹੋਣ ਡਿਆ ਕਿ ਮੰਮੀ ਕਿਉਂ ਡੈਡੀ ਇਸ ਤਰ੍ਹਾਂ ਬੋਲਣ ਡਈ ਹੈ ਜਾਂ ਕਿਉਂ ਲੜਨ ਡੇ ਨੇ ਆਪਸ ਦੇ ਵਿੱਚ। ਮੈਂ ਇੱਥੋਂ ਤੱਕ ਵੀ ਦੇਖਿਆ ਕਿ ਬੱਚੇ ਆਪਣਾ ਕਸੂਰ ਸਮਝਣ ਲੱਗ ਪੈਂਦੇ ਨੇ। ਉਹ ਬੱਚੇ ਕਹਿੰਦੇ ਨੇ ਉਹ ਮਾਮੀ ਡੈਡੀ ਮੇਰੀ ਵਜ੍ਹਾ ਨਾਲ ਲੜਨ ਡੇ ਨੇ, ਸਾਡੀ ਵਜ੍ਹਾ ਨਾਲ ਲੜਨ ਡੇ ਨੇ ਕਿ ਹੋਏ ਮੈਂ ਕੋਈ ਗਲਤੀ ਕੀਤੀ ਹੈ। ਇਹਦੇ ਉੱਤੇ ਦੇਖੋ ਤੁਸੀਂ ਭਾਵੇਂ ਉਹਨਾਂ ਨੂੰ ਬਾਅਦ ਚੋਂ ਆਈਸਕ੍ਰੀਮ ਲੈਣ ਖਵਾ ਦਿਓ, ਤੁਸੀਂ ਉਹਨਾਂ ਨੂੰ ਕੱਪੜੇ ਲੈਣ ਲੈ ਜਾਓ, ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਲੈ ਜਾਓ, ਪਰ ਉਹਨਾਂ ਦਾ ਜਿਹੜਾ ਉਹਨਾਂ ਦੀ ਜ਼ਿਹਨੀ ਹੈਲਥ ਜਿਹੜੀ ਹੈ ਉਹਦੇ ਤੇ ਬਹੁਤ ਇਫੈਕਟ ਹੁੰਦਾ ਹੈ। ਸਭ ਨਾਲ ਸੈਡ ਜਿਹੜੀ ਮਤਲਬ ਕਿ ਮੈਨੂੰ ਦੁੱਖ ਵਾਲੀ ਗੱਲ ਜਿਹੜੀ ਹੁੰਦੀ ਹੈ ਸਾਡੀ ਪ੍ਰੈਕਟਿਸ ਖਾਸ ਕਰ ਫੈਮਿਲੀ ਲਾਅ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬੱਚਿਆਂ ਦੇ ਵਿੱਚ ਜਿਹੜਾ ਟਗ ਆਫ ਵਾਰ ਨਹੀਂ ਹੁੰਦਾ, ਰੱਸਾ ਖਿੱਚੀ ਜਿਹੜੀ ਇੱਕ ਸਾਈਡ ਇੱਧਰ ਖਿੱਚਣ ਡਈ ਹੈ, ਇੱਕ ਸਾਈਡ ਇੱਧਰ ਖਿੱਚਣ ਡਈ ਹੈ, ਇਹ ਬੱਚਿਆਂ ਨੂੰ ਬਹੁਤ ਇਫੈਕਟ ਕਰਦੀ ਹੈ ਤੁਹਾਡੇ ਬੱਚਿਆਂ ਨੂੰ। ਤੇ ਹੋਰ ਵੀ ਇੱਕ ਮੈਂ ਦੇਖਣਾ ਵਾ ਇੱਕ ਸਾਡੀ ਕਮਿਊਨਿਟੀ 'ਚ ਸੈਮੀ ਭਾਈ ਬਹੁਤ ਹੀ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਅਸੀਂ ਸ਼ੁਰੂ ਤੋਂ ਹੀ ਕਲਚਰ ਤੋਂ ਹੀ, ਸਾਡੇ ਕਲਚਰ ਦੇ ਵਿੱਚ ਹੀ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਪਾਈ ਹੁੰਦੀ ਹੈ ਕਿ ਹਸਬੈਂਡ ਖੁਦਾ, ਰਾਈਟ, ਬੰਦਾ ਸਾਡਾ ਖੁਦਾ ਹੈ। ਇਹ ਬਹੁਤ ਗਲਤ ਗੱਲ ਹੈ, ਕਿਉਂਕਿ ਜਦੋਂ ਫਿਰ ਉਹਨਾਂ ਦਾ ਵਾਇਲੈਂਸ ਹੁੰਦਾ ਹੈ, ਡੋਮੈਸਟਿਕ ਅਸਾਲਟ ਉਹਨਾਂ ਤੇ ਹੁੰਦਾ ਹੈ, ਉਹ ਕਿਸੇ ਨਾਲ ਗੱਲ ਹੀ ਨਹੀਂ ਕਰਨੀਆਂ ਚਾਹੁੰਦੀਆਂ। ਮੈਂ ਇਹੋ ਜਿਹੇ ਕੇਸਿਸ ਵੇਖੇ ਨੇ ਜਿਹਦੇ ਵਿੱਚ ਇੱਕ ਔਰਤ ਆਪਣੇ ਅਬਿਊਜ਼ਰ ਨੂੰ ਡਿਫੈਂਡ ਕਰਨ ਲਈ ਆਪਣੇ ਵਕੀਲ ਦੇ ਸਾਹਮਣੇ ਜਾਂ ਜਿਹਦੇ ਵੀ ਸਾਹਮਣੇ, ਆਪਣੇ ਡਾਕਟਰ ਦੇ ਸਾਹਮਣੇ ਉਹਨਾਂ ਨੂੰ ਡਿਫੈਂਡ ਕਰਦੀਆਂ ਨੇ ਔਰਤਾਂ ਕਿ ਨਹੀਂ ਮੇਰਾ ਉਹ ਕਦੀ ਇਹ ਜੀ ਕਰਦਾ ਹੈ, ਉਹਨੇ ਇੱਕ ਦੋ ਪੈਗ ਲਾਏ ਤੇ ਫੇਰ ਹੀ ਮੈਨੂੰ ਮਾਰਦਾ ਹੈ, ਜਾਂ ਹਫ਼ਤੇ 'ਚ ਇੱਕ ਵਾਰੀ ਮੈਨੂੰ ਮਾਰਦਾ ਹੈ। ਬਟ ਤੁਸੀਂ ਮੈਂ ਸੋਚੋ, ਮੈਂ ਆਪਣੀਆਂ ਭੈਣਾਂ ਨੂੰ ਤੇ ਭਰਾਵਾਂ ਨੂੰ ਮੈਂ ਗੱਲ ਕਹਿੰਦਾ ਵਾ, ਤੁਸੀਂ ਸੋਚੋ ਕਿ ਤੁਹਾਡੇ ਬੱਚਿਆਂ ਤੇ ਕੀ ਇਫੈਕਟ ਆਉਂਦੇ ਆ। ਤੁਸੀਂ ਉਹਨਾਂ ਨੂੰ ਦਿਖਾਉਣ ਦੇ ਹੋ ਕਿ ਇੱਕ ਮਰਦ
ਔਰਤ ਨਾਲ ਇਸ ਤਰ੍ਹਾਂ ਸਲੂਕ ਕਰਦਾ ਹੈ ਜਾਂ ਇੱਕ ਔਰਤ ਮਰਦ ਨਾਲ ਇਸ ਤਰ੍ਹਾਂ ਸਲੂਕ ਕਰਦੀ ਹੈ। ਜੋ ਤੁਹਾਡੀ ਰਿਲੇਸ਼ਨਸ਼ਿਪ ਹੈ, ਜੋ ਸਾਡੇ ਸ਼ਾਦੀ ਹੈ, ਵਿਆਹ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੁੰਦੀ ਹੈ, ਇਹ ਬੱਚੇ ਆਪਣੇ ਮਾਂ-ਬਾਪ ਕੋ ਸਿੱਖਦੇ ਨੇ। ਠੀਕ ਹੈ, ਅਸੀਂ ਬਾਹਰੋਂ ਵੀ ਕਲਚਰ ਦਾ ਥੋੜ੍ਹਾ ਤੇ ਉੱਤੇ ਇਫੈਕਟ ਹੁੰਦਾ ਹੈ, ਫਿਲਮਾਂ ਵਗੈਰਾ, ਬਟ ਮੋਸਟ ਆਫ ਦ ਥਿੰਗਸ ਜਿਹੜੀਆਂ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ 'ਚ ਸਿੱਖਦੇ ਹਾਂ ਕਿ ਸ਼ਾਦੀ ਕੀ ਹੁੰਦੀ ਹੈ, ਰਿਲੇਸ਼ਨਸ਼ਿਪ ਕੀ ਹੁੰਦੀ ਹੈ, ਇਹ ਅਸੀਂ ਆਪਣੇ ਮਾਂ-ਬਾਪ ਤੋਂ ਸਿੱਖਦੇ ਹਾਂ। ਤੇ ਜੇ ਤੁਸੀਂ ਰੋਜ਼ ਲੜਨ ਦੇ ਡੋਮੈਸਟਿਕ ਵਾਇਲੈਂਸ ਹੈ ਤੇ ਫਿਰ ਵੀ ਤੁਸੀਂ ਕੁਛ ਨਹੀਂ ਕਰਦੇ, ਤੁਸੀਂ ਆਪਣੇ ਬੇਟੇ ਤੇ ਬੇਟੀਆਂ ਨੂੰ ਇਹ ਸਿਖਾਉਂਦੇ ਹੋ ਕਿ ਇਹ ਰਿਲੇਸ਼ਨਸ਼ਿਪ ਨਾਰਮਲ ਹੈ, ਇਹ ਬਹੁਤ ਗਲਤ ਬਾਤ ਹੈ। ਅੱਗੋਂ ਉਹ ਵੀ ਜਾ ਕੇ ਸਫਰ ਕਰਨਗੇ। ਇਹਨੂੰ ਅਸੀਂ ਕਹਿੰਦੇ ਹਾਂ ਸਾਈਕਲ ਆਫ ਅਬਿਊਜ਼। ਇਹ ਅਬਿਊਜ਼ ਦਾ ਸਾਈਕਲ ਜਿਹੜਾ ਹੁੰਦਾ ਨਾ, ਇਹ ਸਰਕਲ ਹੁੰਦਾ ਹੈ ਇੱਕ ਕਿਸਮ ਦਾ, ਇਹਨੇ ਖਤਮ ਨਹੀਂ ਹੁੰਦਾ ਹੋਣਾ ਜਿੰਨੀ ਦੇਰ ਤੱਕ ਤੁਸੀਂ ਇਹਨੂੰ ਕੱਟੋਗੇ ਨਾ। ਹਾਂਜੀ, ਤਾਂ ਕਿਉਂਕਿ ਮੋਸਟਲੀ ਤੁਸੀਂ ਕਹੋਗੇ ਕਿ ਮੈਂ ਸਵਾਲ, ਕਿਉਂਕਿ ਮੈਂ ਬਹੁਤ ਡੂੰਘਾਈ ਦੇ ਨਾਲ ਫੈਮਿਲੀ ਹੋਵੇ ਜਾਂ ਕੋਈ ਵੀ ਮੁੱਦਾ ਹੋਵੇ ਮੈਂ ਸੋਚਦਾ ਹੁੰਨਾ ਉਸ ਦੇ ਉੱਪਰ। ਤਾਂ ਜਿਸ ਤਰ੍ਹਾਂ ਕਿ ਮੋਸਟਲੀ ਮੈਂ ਪੜ੍ਹ ਰਿਹਾ ਸੀਗਾ ਕਿ 78% ਜਿਹੜੀਆਂ ਵੂਮੈਨ ਨੇ ਉਹ ਇਸ ਦਾ ਸ਼ਿਕਾਰ ਹੁੰਦੀਆਂ ਨੇ, ਬਾਕੀ ਬੱਚੇ ਜਾਂ ਮੇਲ ਹੁੰਦੇ ਨੇ। ਸੋ ਤੁਸੀਂ ਐਜ਼ ਏ ਲੀਗਲ, ਮੈਨੂੰ ਜਿਹੜਾ ਕਿ ਸਾਡੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਦੇ ਉੱਪਰ, ਸੋ ਜਦੋਂ ਵੀ ਜੇਕਰ ਔਰਤ ਇਸ ਦਾ ਸ਼ਿਕਾਰ ਹੁੰਦੀ ਆ ਉਸ ਦੇ ਕੀ ਰਾਈਟਸ ਨੇ, ਔਰ ਜੇਕਰ ਬੱਚਾ ਜਾਂ ਕੋਈ ਮੇਲ ਇਸ ਦਾ ਸ਼ਿਕਾਰ ਹੁੰਦਾ ਹੈ ਉਸ ਦੇ ਫਿਰ ਕੀ ਰਾਈਟਸ ਨੇ ਲਾ ਦੇ ਮੁਤਾਬਕ? ਸੈਮੀ ਭਾਈ, ਤੁਸੀਂ ਜਿਹੜਾ 78% ਦਾ ਨੰਬਰ ਆਖਿਆ ਨਾ, ਇਹਦੇ ਤੇ ਮੈਂ ਤੁਹਾਨੂੰ ਇੱਕ ਪੁਆਇੰਟ ਮੈਂ ਤੁਹਾਨੂੰ ਦੱਸਣਾ ਵਾ, ਇਹ ਨੰਬਰ ਰਿਪੋਰਟਡ ਕੇਸਿਸ ਨੇ। ਠੀਕ ਹੈ, ਕਈ ਐਸੇ ਵੀ ਕੇਸਿਸ, ਇਹ ਨੰਬਰ ਜੇ ਸਾਰੇ ਅਸੀਂ ਕੰਬਾਈਨ ਕਰੀਏ ਨਾ, ਅਨਰਿਪੋਰਟਡ ਕੇਸਿਸ ਜਿਹੜੀਆਂ ਔਰਤਾਂ ਨਹੀਂ ਰਿਪੋਰਟ ਕਰਦੀਆਂ, ਇਹ ਨੰਬਰ ਬਹੁਤ ਹਾਇਰ ਹੋਏਗਾ, ਮਚ ਹਾਇਰ। ਐਨੀਵੇਜ਼, ਸਭ ਨਾਲ ਪਹਿਲਾਂ ਰਾਈਟ ਜਿਹੜਾ ਇਹ ਜੇ ਦੇਖੋ, ਤੁਹਾਡੀ ਬਾਡੀ ਹੈ, ਤੁਹਾਡਾ ਜਿਸਮ ਹੈ, ਇਹਦੇ ਤੇ ਕੋਈ ਤੁਹਾਨੂੰ ਮਤਲਬ ਕਿ ਕੋਈ ਕਿਸੇ ਕਿਸਮ ਦਾ ਵੀ ਅਨਵਾਂਟਡ ਟੱਚਿੰਗ ਜਿਹੜੀ ਹੁੰਦੀ ਹੈ ਉਹ ਅਸਾਲਟ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਤੁਹਾਨੂੰ ਕਿਸੇ ਨੂੰ ਥੱਪੜ ਮਾਰਨਾ ਪਵੇਗਾ ਤੇ ਫਿਰ ਅਸਾਲਟ ਹੁੰਦਾ ਹੈ, ਦੈਟਸ ਨਾਟ ਇਟ। ਅਸਾਲਟ ਜਿਹੜਾ ਹੁੰਦਾ ਹੈ ਉਹ ਐਨੀ ਅਨਵਾਂਟਡ ਟੱਚਿੰਗ, ਕੋਈ ਵੀ ਜਦ ਕਿਸੇ ਤੁਸੀਂ ਨੂੰ ਆਖਿਆ ਮੈਨੂੰ ਹੱਥ ਨਹੀਂ ਤੂੰ ਲਾਉਣਾ, ਇਹਨੂੰ ਅਸਾਲਟ ਬਣ ਜਾਂਦਾ ਹੈ। ਤੁਹਾਡਾ ਪੂਰਾ ਰਾਈਟ ਹੈ ਕੰਪਲੀਟ ਕਿ ਆਪਣੀ ਤੁਸੀਂ ਜਿਸਮ ਦੀ ਪਰਸਨਲ ਆਟੋਨਮੀ ਉਹਨੂੰ ਕਹਿੰਦੇ ਆ ਜਿਹਦੇ ਲਾਅ ਦੇ ਵਿੱਚ, ਉਹ ਤੁਹਾਡੀ ਰਾਈਟ। ਇਹ ਦੂਸਰੀ ਗੱਲ ਇਹ ਵੇ ਕਿ ਇਹ ਨਹੀਂ ਹੁੰਦਾ ਕਿ ਜਦੋਂ ਤੁਹਾਡੀ ਸ਼ਾਦੀ ਹੋ ਗਈ ਹੈ ਤੇ ਤੁਸੀਂ ਆਪਣੇ ਹਸਬੈਂਡ ਦੀ ਪ੍ਰੋਪਰਟੀ ਹੋ ਗਏ ਹੋ ਇੱਕ ਕਿਸਮ ਦੀ। ਕੈਨੇਡਾ ਦੇ ਵਿੱਚ ਮਰਦ ਔਰਤ ਦੋਨਾਂ ਦੇ ਇਕੁਅਲ ਰਾਈਟਸ ਨੇ ਜਦੋਂ ਕਿ ਉਹਨਾਂ ਦੇ ਜਿਸਮ ਦੀ ਤੇ ਉਹਨਾਂ ਦੀ ਪਰਸਨਲ ਆਟੋਨਮੀ ਦੀ ਗੱਲ ਹੁੰਦੀ ਹੈ। ਤੇ ਸਭ ਨਾਲ ਪਹਿਲੋਂ ਜਿਹੜਾ ਮੈਂ ਤੁਹਾਨੂੰ ਇਹ ਐਡਵਾਈਸ ਦੇਣਾ ਚਾਹੁੰਦਾ ਵਾਂ ਕਿ ਇਹ ਤੁਸੀਂ ਕਦੀ ਨਾ ਸੋਚੋ ਕਿ ਤੁਸੀਂ ਇੱਕ ਵਾਰੀ ਵਿਆਹ ਕਰ ਲਿਆ ਤੇ ਤੁਹਾਡੇ ਘਰ ਦੇ ਜਿਹੜੇ ਨੇ ਉਹ ਤੁਹਾਡੇ ਨਾਲ ਜੋ ਮਰਜ਼ੀ ਕਰ ਸਕਦੇ ਨੇ। ਦੈਟਸ ਨਾਟ ਹਾਊ, ਭਾਵੇਂ ਤੁਸੀਂ ਮਰਦ ਹੋ ਜਾਂ ਔਰਤ, ਕਿਉਂਕਿ ਸੈਮੀ ਭਾਈ ਇਹ ਮਰਦਾਂ ਨਾਲ ਵੀ ਇੱਥੇ ਏਦਾਂ ਹੁੰਦਾ ਹੈ ਕਿ ਮਰਦ ਵੀ ਜਿਹੜੇ, ਮੈਂ ਤਾਈਓ ਤੁਹਾਨੂੰ ਪੁੱਛਿਆ ਨਾ ਕਿ ਇਸ ਦਾ ਸ਼ਿਕਾਰ ਆ ਜਿਹੜੇ ਉਹ ਔਰਤਾਂ ਵੱਲੋਂ ਮਰਦ ਵੀ ਹੁੰਦੇ ਨੇ। ਬਿਲਕੁਲ ਹੁੰਦੇ ਨੇ। ਤੇ ਸੈਮੀ ਭਾਈ ਏਦਾਂ ਦਾ ਕਿ ਜਿੱਦਾਂ ਕਿ ਲੜਕਿਆਂ ਨੂੰ ਇੱਥੇ ਬੁਲਾ ਕੇ ਉਹਨਾਂ ਨਾਲ ਸ਼ਾਦੀ ਕਰਵਾ ਕੇ ਇੱਥੇ ਉਹਨਾਂ ਨੂੰ ਕਦੀ ਕਦੀ ਇੱਕ ਸਲੇਵ ਦੇ ਤੌਰ ਤੇ ਯੂਜ਼ ਕਰਦੇ ਨੇ ਉਹਨਾਂ ਦੇ ਘਰ ਦੇ। ਇਹਨਾਂ ਦੇਖੋ, ਇਹ ਮਰਦਾਂ ਨਾਲ ਵੀ ਹੁੰਦਾ ਹੈ ਤੇ ਔਰਤਾਂ ਨਾਲ ਵੀ ਹੁੰਦਾ ਹੈ। ਇਹ ਗੱਲ ਜਿਹੜੀ ਹੈ ਸਾਨੂੰ ਸਮਝਣੀ ਚਾਹੀਦੀ ਹੈ, ਬਟ ਸਾਡੇ ਕਲਚਰ ਦੇ ਵਿੱਚ ਜਿਹੜਾ ਹੈ, ਸਾਡੀ ਕਮਿਊਨਿਟੀ ਵਿੱਚ ਇਹ ਔਰਤਾਂ ਨਾਲ ਜ਼ਿਆਦਾ ਹੁੰਦਾ ਹੈ। ਇਹ ਵੀ ਗੱਲ ਸਾਨੂੰ ਮੰਨਣੀ ਪੈਣੀ ਹੈ, ਰਾਈਟ। ਸੋ ਸਭ ਨਾਲ ਪਹਿਲਾਂ ਮੇਰੀ ਭੈਣਾਂ ਨਾਲ ਇਹ ਐਡਵਾਈਸ ਹੈ ਕਿ ਦੇਖੋ, ਇਹ ਤੁਸੀਂ ਇਹ ਸੀਰੀਅਸਲੀ ਇਹਨੂੰ ਲਿਆ ਕਰੋ। ਇਹ ਨਹੀਂ ਕਿ ਇੱਕ ਵਾਰੀ ਹੋਇਆ ਬਾਅਦ ਚੋਂ ਨਹੀਂ ਹੋਣਾ ਜਾਂ ਦੂਸਰੀ ਵਾਰੀ ਨਹੀਂ ਹੋਣਾ। ਦੇਖੋ, ਤੁਹਾਡੇ ਇੱਥੇ ਪਹਿਲੀ ਰਾਈਟ ਤੁਹਾਡਾ ਇਹ ਵੇ ਕਿ ਜੇ ਤੁਸੀਂ ਅਬਿਊਜ਼ ਹੁੰਦੇ ਹੋ, ਡੋਮੈਸਟਿਕ ਵਾਇਲੈਂਸ ਹੈ, ਤੇ ਤੁਹਾਨੂੰ ਡਰ ਰਹੇ ਕਿ ਇਹਨੇ ਭਾਵੇਂ ਮਰਦ ਹੋਏ ਜਾਂ ਔਰਤ ਹੋਏ, ਇਹਨੇ ਮੈਨੂੰ ਮਾਰਨਾ ਹੈ, ਯਾਰ ਇਹ ਮੇਰੇ ਕੰਮ ਤੇ ਆ ਜਾਣਾ ਹੈ, ਜੇ ਮੈਨੂੰ ਕਰੋਨੀ ਇਹਨੇ ਨਿਕਲਣ ਦੇਣਾ, ਤੇ ਜੇ ਮੈਂ ਕਰੋਨੀ ਨਿਕਲੀ ਵੀ ਤੇ ਇਹਨੇ ਨਿਕਲਿਆ ਵੀ ਤੇ ਇਹਨੇ ਮੇਰੇ ਕੰਮ ਤੇ ਆ ਜਾਣਾ ਹੈ। ਤੁਸੀਂ ਐਮਰਜੈਂਸੀ ਪ੍ਰੋਟੈਕਸ਼ਨ ਆਰਡਰ ਤੁਸੀਂ ਲੈ ਸਕਦੇ ਹੋ ਕੋਰਟ ਕੋ, ਜੋ ਕਿ ਬਹੁਤ ਹੀ ਸੀਰੀਅਸ ਕੇਸਿਸ ਦੇ ਵਿੱਚ ਦਿੱਤਾ ਜਾਂਦਾ ਹੈ। ਕਿ ਉਹ ਐਮਰਜੈਂਸੀ ਪ੍ਰੋਟੈਕਸ਼ਨ ਆਰਡਰ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਇਹ ਬੰਦਾ ਜਾਂ ਇਹ ਬੁੱਢੀ ਜੇ ਆਪਣੇ ਵਿਕਟਮ ਦੇ ਲਾਗੇ 500 ਮੀਟਰ ਵੀ ਗਏ ਜਾਂ ਜਿੰਨਾ ਵੀ ਹੋਇਆ ਤੇ ਉਹਨਾਂ ਨੂੰ ਪੁਲਿਸ ਅਰੈਸਟ ਕਰ ਸਕਦੀ ਹੈ। ਉਹ ਇਮੀਡੀਏਟਲੀ ਅਰੈਸਟ ਹੋ ਜਾਣਗੇ। ਤੁਹਾਡੀ ਕਾਲ ਕਰਨ ਦੀ ਦੇਰ ਹੈ। ਤੇ ਰਿਸਟ੍ਰੇਨਿੰਗ ਆਰਡਰ ਵੀ ਤੁਸੀਂ ਲੈ ਸਕਦੇ ਹੋ ਜੇ ਕੋਈ ਵਾਇਲੈਂਸ ਦਾ ਇਸ਼ੂ ਨਹੀਂ, ਬਟ ਕਿ ਫੋਨ ਕਾਲਾਂ ਆਉਣ ਡਈਆਂ ਨੇ ਜਾਂ ਫੇਸਬੁੱਕ ਤੇ ਘਟੀਆ ਜਿਹੇ ਮੈਸੇਜ ਭੇਜੇ ਜਾਣ ਡੇ ਨੇ, ਤਾਂ ਤੁਸੀਂ ਫਿਰ ਉਹਨਾਂ ਸਰਕਮਸਟੈਂਸਿਸ ਦੇ ਵਿੱਚ ਰਿਸਟ੍ਰੇਨਿੰਗ ਆਰਡਰ ਲੈ ਸਕਦੇ ਹੋ।
ਕਈ ਭੈਣਾਂ ਤੇ ਭਰਾ ਸਾਡੇ ਜਿਹੜੇ ਨੇ ਉਹਨਾਂ ਨੂੰ ਫਿਰ ਇਹ ਇਸ਼ੂ ਹੁੰਦਾ ਕਿ ਉਹ ਕਹਿੰਦੇ ਨੇ ਯਾਰ ਇਹ ਤੇ ਮੈਂ ਲੀਜ਼ ਇਤਨਾ ਸਾਈਨ ਕੀਤੀ ਹੈ ਇੱਥੇ, ਜਾਂ ਮੈਂ ਅਸੀਂ ਲੀਜ਼ ਸਾਈਨ ਕੀਤੀ ਹੈ ਤੇ ਅਸੀਂ ਕਿਸ ਤਰ੍ਹਾਂ ਇਹ ਬ੍ਰੇਕ ਕਰ ਸਕਦੇ ਹਾਂ ਲੀਜ਼। ਅਲਬਰਟਾ ਦੇ ਵਿੱਚ ਲਾਅ ਸਾਡੀ ਪਿਛਲੀ ਜਿਹੜੀ ਗਵਰਨਮੈਂਟ ਸੀ ਉਹਨਾਂ ਨੇ ਪਾਸ ਕੀਤਾ ਸੀ ਕਿ ਕਿਸੇ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਜਦੋਂ ਹੁੰਦਾ ਹੈ ਉਸ ਗਰਾਊਂਡਸ ਦੇ ਵਿੱਚ ਤੁਸੀਂ ਆਪਣੀ ਲੀਜ਼ ਟਰਮੀਨੇਟ ਕਰ ਸਕਦੇ ਹੋ, ਤੁਹਾਨੂੰ ਕੋਈ ਪੈਨਲਟੀ ਨਹੀਂ ਉਹਦੇ ਤੇ ਹੋਏਗੀ। ਸੋ ਦੇਖੋ ਬਹੁਤ ਜ਼ਿਆਦਾ ਨੇ ਇਹੋ ਜਿਹੇ ਰੈਮਡੀਜ਼ ਜਿਹੜੀਆਂ ਇਹਨਾਂ ਦੇ ਸ਼ਿਕਾਰਾਂ ਨੂੰ ਮਿਲ ਸਕਦੀਆਂ ਨੇ। ਇੱਥੇ ਕਮਿਊਨਿਟੀ ਦੇ ਆਊਟਰੀਚ ਪ੍ਰੋਗਰਾਮ ਵੀ ਨੇ ਜਿਨ੍ਹਾਂ ਨਾਲ ਤੁਸੀਂ ਡੀਲ ਵੀ ਕਰ ਸਕਦੇ ਹੋ। ਕੈਲਗਰੀ ਇਮੀਗ੍ਰੈਂਟ ਵੂਮਨ ਸੁਸਾਇਟੀ ਹੈ, ਜੇ ਤੁਸੀਂ ਸਿਰਫ ਔਰਤਾਂ ਨਾਲ ਗੱਲ ਕਰਨਾ ਚਾਹੁੰਦੇ ਹੋ। ਮਰਦਾਂ ਦੀਆਂ ਵੀ ਹੈ ਨੇ ਆਰਗੇਨਾਈਜੇਸ਼ਨਸ, ਜੇ ਸਿਰਫ ਮਰਦ ਜਿਹੜੇ ਨੇ ਉਹ ਮਰਦਾਂ ਨਾਲ ਗੱਲ ਕਰਨਾ ਚਾਹੁੰਦੇ ਨੇ। ਤੇ ਦੇਖੋ ਕੋਈ ਵਜ੍ਹਾ ਨਹੀਂ ਇਸ ਏਜ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਪਾਓ ਕਿ ਤੁਸੀਂ ਜਿਹਦੇ 'ਚ ਖੁਸ਼ ਨਹੀਂ, ਤੁਹਾਡੇ ਬੱਚੇ ਖੁਸ਼ ਨਹੀਂ ਤੇ ਪੂਰਾ ਕੋਈ ਖਾਨਦਾਨ ਖੁਸ਼ ਨਹੀਂ। ਤੁਸੀਂ ਇੱਕ ਕਿਸਮ ਦਾ ਆਪਣੀ ਖੁਸ਼ੀ ਦਾ, ਆਪਣੀ ਸੇਫਟੀ ਦਾ ਤੇ ਆਪਣੀ ਫਿਊਚਰ ਦਾ ਜਿਹੜਾ ਹੈ ਉਹ ਸੈਕਰੀਫਾਈਸ ਕਰਨ ਦੇ ਹੋ ਸਿਰਫ ਇਸ ਲਈ ਕਿ ਲੋਕੀ ਕੀ ਸੋਚਣਗੇ। ਤੇ ਮੈਂ ਆਪਣੀ ਭੈਣਾਂ ਨੂੰ ਤੇ ਆਪਣੇ ਭਰਾਵਾਂ ਨੂੰ ਮੈਂ ਗੁਜ਼ਾਰਿਸ਼ ਕਰਨਾ ਵਾ ਕਿ ਜੇ ਤੁਸੀਂ ਇਸ ਸਿਚੁਏਸ਼ਨ 'ਚ ਹੈ ਉਹ ਕਿ ਤੁਹਾਨੂੰ ਸਮਝ ਨਹੀਂ ਲੱਗਣ ਦੀ ਅਸੀਂ ਕੀ ਕਰਨਾ ਚਾਹੁੰਦੇ ਹਾਂ, ਪਰਟੀਕੁਲਰਲੀ ਡੋਮੈਸਟਿਕ ਵਾਇਲੈਂਸ ਦੀ ਸਿਚੁਏਸ਼ਨਸ, ਤੇ ਤੁਸੀਂ ਸੈਮੀ ਭਾਈ ਨਾਲ ਰਾਬਤਾ ਕਰੋ ਜਾਂ ਤੁਸੀਂ ਮੇਰੇ ਨਾਲ ਡਾਇਰੈਕਟਲੀ ਰਾਬਤਾ ਕਰ ਲਓ ਤੇ ਤੁਹਾਨੂੰ ਅਸੀਂ ਆਰਗੇਨਾਈਜੇਸ਼ਨਸ ਨਾਲ ਤੁਹਾਨੂੰ ਇਨ ਟੱਚ ਪਾ ਸਕਦੇ ਹਾਂ ਜਿਹੜੀਆਂ ਤੁਹਾਨੂੰ ਥੋੜ੍ਹੀ ਜਿਹੀ ਇਹਦੇ 'ਚ ਗਾਈਡ ਕਰ ਦੇਣ। ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਸੈਮੀ ਭਾਈ ਵੀ ਤੁਹਾਨੂੰ ਆਈਮ ਸ਼ੋਰ ਕਿ ਸੇਮ ਹੀ ਕਹਿਣਗੇ ਕਿ ਇਹ 100% ਕੌਨਫੀਡੈਂਸ਼ੀਅਲ ਰਹਿੰਦੀ ਹੈ। ਖਾਸ ਕਰ ਜੇ ਤੁਸੀਂ ਕਿਸੇ ਲਾਇਰ ਕੋ ਜਾਂਦੇ ਹੋ ਡੋਮੈਸਟਿਕ, ਕੋਈ ਵੀ ਤੁਸੀਂ ਗੱਲ ਉਹਦੇ ਨਾਲ ਕਰਨ ਚਾਹੋ 100% ਕੌਨਫੀਡੈਂਸ਼ੀਅਲ ਗੱਲ ਰਹਿੰਦੀ ਹੈ। ਇਹ ਗੱਲ ਅਸੀਂ ਕੋਰਟ ਦੇ ਵਿੱਚ ਵੀ ਨਹੀਂ ਦੱਸ ਸਕਦੇ। ਕਲਾਇੰਟ ਦੀਆਂ ਸੀਕ੍ਰੇਟਸ ਅਸੀਂ ਕੋਰਟ ਦੇ ਵਿੱਚ ਵੀ ਨਹੀਂ ਦੱਸ ਸਕਦੇ, ਅਸੀਂ ਗਵਰਨਮੈਂਟ ਨੂੰ ਨਹੀਂ ਦੱਸ ਸਕਦੇ। ਇਹ ਜਿਹੜਾ ਸਾਡੀ ਕਮਿਊਨਿਟੀ ਦੀ ਸੋਚ ਹੈ ਘਰ ਦੀਆਂ ਗੱਲਾਂ ਘਰ ਹੀ ਰਹਿਣ, ਇਹ ਬਹੁਤ ਗਲਤ ਸੋਚ ਹੈ ਹੁਣ, ਕਿਉਂਕਿ ਜਦੋਂ ਬੱਚੇ ਅਫੈਕਟ ਹੋਣ ਲੱਗ ਪੈਂਦੇ ਨੇ, ਡੋਮੈਸਟਿਕ ਵਾਇਲੈਂਸ ਚੱਲਣ ਲੱਗ ਪੈਂਦਾ, ਫਿਰ ਘਰ ਦੀਆਂ ਗੱਲਾਂ ਘਰ ਦੀਆਂ ਨਹੀਂ ਰਹਿੰਦੀਆਂ, ਫਿਰ ਘਰ ਦੀਆਂ ਗੱਲਾਂ ਪੁਲਿਸ ਵਾਲਿਆਂ ਦੀਆਂ ਰਹਿੰਦੀਆਂ ਨੇ, ਘਰ ਦੀਆਂ ਗੱਲਾਂ ਕੋਰਟ ਪੁਲਿਸ ਬੈਂਚ ਦੀਆਂ ਹੋ ਜਾਂਦੀਆਂ ਨੇ, ਘਰ ਦੀਆਂ ਗੱਲਾਂ ਪ੍ਰੋਵਿੰਸ਼ੀਅਲ ਕੋਰਟ ਅਲਬਰਟਾ ਦੀਆਂ ਹੋ ਜਾਂਦੀਆਂ ਨੇ। ਇੱਥੋਂ ਪਹੁੰਚਣ ਤੇ ਪਹਿਲੋਂ ਹੀ ਤੁਹਾਨੂੰ ਸਟੈਪਸ ਲੈਣੀਆਂ ਚਾਹੀਦੀਆਂ। ਬਟ ਸਾਹਿਬ ਮੋਸਟਲੀ ਕਈ ਕੇਸਾਂ ਦੇ ਵਿੱਚ ਮੈਂ ਇਨਵੋਲਵ ਹੋਇਆ, ਗੱਲ ਕੁਛ ਵੀ ਨਹੀਂ ਹੁੰਦੀ ਕਿ ਛੋਟੀ ਗੱਲ ਤੋਂ ਜਿਹੜੇ ਕਿ ਲੜਾਈ ਝਗੜੇ ਆ ਉਹ ਸਾਡੇ ਘਰਾਂ ਦੇ ਵਿੱਚ ਸ਼ੁਰੂ ਹੁੰਦੇ ਨੇ। ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਹ ਡੋਮੈਸਟਿਕ ਵਾਇਲੈਂਸ ਆ ਇਹਦੇ ਕਾਰਨ ਕੀ ਨੇ ਘਰ ਦੇ ਵਿੱਚ? ਕਿਉਂਕਿ ਇਸ ਟਾਈਮ ਤਾਂ ਮੈਂ ਕਹਿ ਸਕਦਾ ਕਿ ਚਲੋ ਇਹਨੂੰ ਤਾਂ ਮੈਂ ਲੈਂਦਾ ਨਹੀਂ COVID-19, ਕਿਉਂਕਿ ਆਮ ਵੀ ਇਹ ਜਿਹੜੀ ਕਿ ਮੈਂ ਇਸ ਟਾਈਮ ਤੇ ਕੈਲਗਰੀ ਪੁਲਿਸ ਸਰਵਿਸ ਉਹਨਾਂ ਦੇ ਸੋਰਸ ਦੇ ਨਾਲ ਦੇਖ ਰਿਹਾ ਹਾਂ ਕਿ ਅਪਰੋਕਸੀਮੇਟਲੀ 19,000 ਤਕਰੀਬਨ ਜਿਹੜੀਆਂ ਉਹ ਡੋਮੈਸਟਿਕ ਵਾਇਲੈਂਸ ਦੀਆਂ ਕਾਲਾਂ ਹਰੇਕ ਸਾਲ ਹੁੰਦੀਆਂ ਨੇ। ਕਿਉਂਕਿ ਇੰਨੀ ਵੱਡੀ ਮਾਤਰਾ ਜਿਹੜੀਆਂ ਕਾਲਾਂ ਜਾ ਰਹੀਆਂ ਨੇ, ਕਿਉਂਕਿ ਇਹ ਨੰਬਰ ਵੱਧ ਵੀ ਹੋ ਸਕਦੇ ਨੇ ਘੱਟ ਵੀ ਹੋ ਸਕਦੇ ਨੇ, ਪਰ ਅਪਰੋਕਸੀਮੇਟਲੀ ਤਕਰੀਬਨ 19,000 ਜਿਹੜੀਆਂ ਕਿ ਡੋਮੈਸਟਿਕ ਵਾਇਲੈਂਸ ਦੀਆਂ ਕਾਲਾਂ ਉਹ ਰਿਸੀਵ ਕਰਦੇ ਨੇ। ਸੋ ਇਸ ਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਹੋ? ਦੇਖੋ ਇਹ ਤਾਂ ਕਈ ਹੋ ਸਕਦੇ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇੱਕ ਸਾਈਕਲ ਆਫ ਅਬਿਊਜ਼ ਵੀ ਹੁੰਦਾ ਹੈ, ਰਾਈਟ। ਇੱਕ ਬੰਦਾ ਜੇ ਉਹ ਇੱਕ ਅਬਿਊਸਿਵ ਘਰ ਦੇ ਵਿੱਚੋਂ ਆਇਆ ਹੈ, ਜਾਂ ਇੱਕ ਔਰਤ ਜੋ ਅਬਿਊਸਿਵ ਘਰ ਦੇ ਵਿੱਚ ਆਈ ਹੈ ਜਿੱਥੋਂ ਉਹਨੇ ਬਚਪਨ ਤੋਂ ਹੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਕਿ ਮਾਂ ਬਾਪ ਇਸ ਤਰ੍ਹਾਂ ਲੜਨ ਦੇ ਨੇ ਜਾਂ ਜੋ ਵੀ ਹੈ, ਉਹ ਫਿਰ ਸਾਈਕਲ ਅੱਗੋਂ ਚੱਲਦਾ ਰਹਿੰਦਾ ਹੈ, ਰਾਈਟ। ਉਹਦੇ ਕਈ ਹੋ ਸਕਦੇ ਨੇ। ਕਦੀ ਡਿਸਐਗਰੀਮੈਂਟ, ਛੋਟੀਆਂ ਡਿਸਐਗਰੀਮੈਂਟ ਜਿਹੜੀਆਂ ਨੇ ਉਹਦੇ ਤੋਂ ਹੀ ਗੱਲ ਜਿਹੜੀ ਹੈ ਵੱਧ ਜਾਂਦੀ ਹੈ। ਇੱਕ ਮੈਂ ਗੱਲ ਜਿਹੜੀ ਹੈ ਸ਼ਾਇਦ ਲੋਕਾਂ ਨੂੰ ਜਿਹੜੀ ਨਾ ਪਸੰਦ ਆਏ ਇੱਥੇ, ਉਹ ਮੈਂ ਇਹ ਦੇਖਣਾ ਵਾ ਕਿ ਸਾਡਾ ਇੱਥੇ ਮਰਦਾਂ ਦਾ ਸੈਮੀ ਬਾਈ ਖਾਸ ਕਰ ਇਹ ਸਾਡੇ ਦੋਵਾਂ ਤੇ ਇੱਕ ਕਿਸਮ ਦਾ ਅਟੈਕ ਹੋਣ ਲੱਗਾ ਇੱਥੇ, ਤੇ ਖਾਸ ਕਰ ਸਾਡੇ ਮਰਦਾਂ ਦਾ ਇੱਥੇ ਜਿਹੜਾ ਨਾ ਹਲੇ ਵੀ ਸਾਡੀ ਉਹੀ ਸੋਚ ਹੈ ਯਾਰ ਕਿ ਲਾਈਕ ਸਾਡੀ ਬੁੱਢੀ ਜਿਹੜੀ ਹੈ ਉਹ ਸਾਡੀ ਪ੍ਰਾਪਰਟੀ ਹੈ, ਸਾਡੀ ਗਰਲਫ੍ਰੈਂਡ ਜਿਹੜੀ ਹੈ ਉਹ ਸਾਡੀ ਪ੍ਰਾਪਰਟੀ ਹੈ, ਜੋ ਮੈਂ ਆਖਿਆ ਉਹੀ ਹੋਣਾ ਇੱਥੇ, ਤੂੰ ਹੁੰਦੀ ਕੌਣ ਸਾਨੂੰ ਕੁਐਸਚਨ ਕਰਨ ਵਾਲੀ। ਇਹ ਸੈਮੀ ਬਾਈ ਤੁਹਾਨੂੰ ਵੀ ਪਤਾ ਹਲੇ ਤੱਕ ਇਹ ਸਾਡੀ ਇੱਥੇ ਸੋਚ ਹੈ। ਪਰ ਸਾਹਿਬ ਮੈਂ ਤੁਹਾਨੂੰ ਰੋਕ ਰਿਹਾ ਕਿ ਦੇਖੋ ਜੇ ਅਸੀਂ ਵਿਆਹ ਕੀਤਾ ਉਹ ਸਾਡੀ ਵਾਈਫ ਆ, ਸੋ ਉਹਦਾ ਵੀ ਘਰ ਦੇ ਵਿੱਚ ਅਸੀਂ ਉਹਦੀ ਰਾਏ ਲੈ ਸਕਦੇ ਹਾਂ। ਇਹ ਵੀ ਜ਼ਰੂਰੀ ਹੈ ਕਿ ਉਹਦੀ ਰਾਏ ਦੇ ਨਾਲ ਹੀ ਜੇ ਘਰ ਦੇ ਵਿੱਚ ਉਹਦੀ ਰਾਏ ਲਈ ਜਾਵੇ ਤਾਂ ਅਸੀਂ ਆਪਣਾ ਜਿਹੜਾ ਘਰ ਆ ਉਹਨੂੰ ਸਵਰਗ ਵੀ ਬਣਾ ਸਕਦੇ ਹਾਂ, ਕਿਉਂਕਿ ਸ਼ਾਂਤੀ ਦੇ ਨਾਲ ਰਹਿ ਸਕਦੇ ਹਾਂ। 100% ਬਿਲਕੁਲ ਸਹੀ ਗੱਲ ਹੈ ਤੁਹਾਡੀ, ਕਿਉਂਕਿ ਤੁਸੀਂ ਦੇਖੋ ਕ੍ਰਿਕਟ ਦੀ ਟੀਮ ਜਿਹੜੀ ਇਕੱਲੇ ਪਲੇਅਰ ਨਾਲ ਨਹੀਂ ਜਿੱਤਦੀ, ਰਾਈਟ। ਇਹ ਪੂਰੀ ਟੀਮ ਨੂੰ ਕੰਮ ਕਰਨਾ ਪੈਂਦਾ ਹੈ ਦੋਵੇਂ ਹੀ। ਸੋ ਸ਼ਾਦੀ ਜਿਹੜੀ ਹੈ ਉਹ ਕਿਸਮ ਦੀ ਟੀਮ ਵਰਕ ਹੈ। ਦੇਖੋ ਮੇਰੀ ਸ਼ਾਦੀ ਨਹੀਂ ਹੋਈ, ਮੈਂ ਜੋ ਮੇਰਾ ਨੌਲੇਜ ਹੈ ਮੈਂ ਉਹਦੇ ਮੁਤਾਬਿਕ ਮੈਂ ਤੁਹਾਨੂੰ ਦੱਸਣ ਜਾਵਾਂ।
ਇੱਕ ਟੀਮ ਵਰਕ ਹੈ ਕਿਸਮ ਦੀ, ਜਿਹਨੂੰ ਤੁਹਾਨੂੰ ਤੁਸੀਂ ਆਪਣੀ ਜਦੋਂ ਬੀਵੀ ਜਾਂ ਆਪਣੇ ਬੰਦੇ ਨੂੰ ਆਪਣਾ ਪਾਰਟਨਰ ਸਮਝੋ, ਉਹਨੂੰ ਆਪਣਾ ਦੁਸ਼ਮਣ ਨਾ ਸਮਝੋ, ਉਹਨੂੰ ਆਪਣੀ ਘਰ ਦੀ ਨਾ ਸਮਝੋ, ਜਾਂ ਉਹਨੂੰ ਆਪਣਾ ਘਰ ਦੇ ਨਾ ਸਮਝੋ, ਉਹਨੂੰ ਆਪਣਾ ਪਾਰਟਨਰ ਸਮਝੋ ਕਿ ਦੇਖੋ ਇਹ ਮੇਰਾ ਲਾਈਫ ਦਾ ਜੀਵਨ ਸਾਥੀ ਹੈ, ਇਹਦੇ ਨਾਲ ਮੈਂ ਹਰ ਜਿਹੜੀ ਅਪਸ ਐਂਡ ਡਾਊਨਸ ਨੇ ਮੈਂ ਇਹਦੇ ਨਾਲ ਵੇਖਣੀਆਂ ਨੇ। ਇੱਕ ਕਿਸਮ ਤੁਸੀਂ ਬੈਸਟ ਫਰੈਂਡਸ ਹੋਣੇ ਚਾਹੀਦੇ ਹੋ। ਦੇਖੋ ਬੈਸਟ ਫਰੈਂਡਸ ਦੇ ਵਿੱਚ ਤੇ ਲੜਾਈਆਂ ਝਗੜੇ ਚੱਲਦੇ ਨੇ, ਲੇਕਿਨ ਵਰਬਲ, ਰਾਈਟ, ਵਰਬਲੀ ਤੁਸੀਂ ਡਿਸਐਗਰੀਮੈਂਟ ਕਿਸੇ ਨਾਲ ਕਰ ਸਕਦੇ ਹੋ ਆਪਣੇ ਬੈਸਟ ਫਰੈਂਡ ਨਾਲ ਜਾਂ ਜੋ ਵੀ ਹੈ, ਦੈਟਸ ਫਾਈਨ। ਬਟ ਜਦੋਂ ਇਹ ਵਰਬਲ ਡਿਸਐਗਰੀਮੈਂਟ ਫਿਜ਼ੀਕਲ ਅਸੌਲਟ ਤੇ ਆ ਜਾਏ, ਉਹ ਬੰਦਾ ਫਿਰ ਤੁਹਾਡਾ ਦੋਸਤ ਨਹੀਂ ਰਹਿੰਦਾ, ਤੁਹਾਡਾ ਪਾਰਟਨਰ ਨਹੀਂ ਰਹਿੰਦਾ। ਕਿਉਂਕਿ ਆਪਣੇ ਪਾਰਟਨਰ ਨੂੰ ਤੁਸੀਂ ਫਿਜ਼ੀਕਲੀ ਅਸੌਲਟ ਤੇ ਨਹੀਂ ਨਾ ਕਰੋਗੇ, ਆਪਣੇ ਪਾਰਟਨਰ ਨੂੰ ਤੁਸੀਂ ਬਿਲਡ ਅਪ ਕਰੋਗੇ। ਕਿਉਂਕਿ ਜਦੋਂ ਤੁਹਾਡਾ ਪਾਰਟਨਰ ਸਕੋਰ ਕਰੇਗਾ ਤੁਸੀਂ ਸਕੋਰ ਕਰੋਗੇ, ਜਿੱਦਾਂ ਟੀਮ ਹੁੰਦੀ ਹੈ। ਹੁਣ ਇਸ ਤਰ੍ਹਾਂ ਤਾਂ ਨਹੀਂ ਨਾ ਹੁੰਦਾ ਕਿ ਜਰੋਮ ਗਿੱਲਾਂ ਨੇ ਜੇ ਗੋਲ ਮਾਰਿਆ ਤੇ ਬਾਕੀ ਕੈਲਗਰੀ ਫਲੇਮਸ ਦੇ ਜਿਹੜੇ ਪਲੇਅਰ ਨੇ ਉਹਨੂੰ ਜਾ ਕੇ ਕੁੱਟਣਗੇ ਉਹਨੂੰ, ਕਿਉਂਕਿ ਉਹਨੇ ਜਦੋਂ ਗੋਲ ਕੀਤਾ ਹੈ ਪੂਰੀ ਟੀਮ ਜਿੱਤੀ ਹੈ। ਦੈਟਸ ਹਾਊ ਸਾਡੀ ਕਮਿਊਨਿਟੀ ਨੂੰ ਇਹ ਅਪਰੋਚ ਦੇਖਣਾ ਚਾਹੀਦਾ ਹੈ ਕਿ ਦੇਖੋ ਮੇਰੀ ਬੀਵੀ ਹੈ, ਉਹ ਮੇਰਾ ਹਸਬੈਂਡ ਹੈ, ਮੇਰੀ ਪ੍ਰੋਪਰਟੀ ਨਹੀਂ, ਉਹ ਮੇਰੇ ਤੋਂ ਥੱਲੇ ਨਹੀਂ, ਮੇਰਾ ਸਬੋਰਡੀਨੇਟ ਨਹੀਂ, ਮੇਰਾ EMPLOYEE ਨਹੀਂ। ਇਹ ਗੱਲ ਜਦੋਂ ਅਸੀਂ ਆਪਣੇ ਜ਼ਿਹਨ 'ਚ ਡਾਲਦੀ ਹੈ ਨਾ ਕਿ ਮੇਰਾ ਪਾਰਟਨਰ ਹੈ, ਇਹਦੇ ਨਾਲ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਬਹੁਤ ਹੀ ਜ਼ਿਆਦਾ ਡਿਫਰੈਂਟ ਇੱਕ ਸ਼ਕਲ ਲੈ ਲੈਂਦੀ ਹੈ, ਰਾਈਟ। ਕਿਉਂਕਿ ਤੁਸੀਂ ਆਪਣੇ ਫਰੈਂਡ ਦੀ, ਆਪਣੇ ਬੈਸਟ ਫਰੈਂਡ ਦੀ ਹਮੇਸ਼ਾ ਹਿਫਾਜ਼ਤ ਕਰੋਗੇ, ਕਦੀ ਉਹਨਾਂ ਨੂੰ ਡੇਂਜਰ 'ਚ ਨਹੀਂ ਪਾਓਗੇ। ਹੁਣ ਤੁਸੀਂ ਦੇਖੋ ਕਿ ਜੇ ਤੁਸੀਂ ਇਸ ਨਜ਼ਰ ਨਾਲ ਉਹਨੂੰ ਦੇਖੋ, ਤੁਹਾਡੇ ਫਿਰ ਬੱਚੇ ਵੀ ਵਿੱਚ ਨੇ, ਉਹ ਬੱਚੇ ਵੀ ਤੁਹਾਡੀ ਟੀਮ ਦੇ ਵਿੱਚ ਨੇ, ਹੈ। ਜੇ ਉਹ ਬੱਚੇ, ਉਹ ਬੀਵੀ ਤੁਹਾਡੀ ਟੀਮ ਦੇ ਵਿੱਚ ਹੈ, ਤੁਹਾਨੂੰ ਕੀ ਲੱਗੇ, ਤੁਹਾਨੂੰ ਕੀ, ਹੂ ਕੇਅਰਸ ਕਿ ਦੂਸਰੀ ਟੀਮ ਵਾਲੇ ਕੀ ਸੋਚਦੇ ਨੇ। ਤੁਹਾਡਾ ਇੱਕ ਟੀਮ ਦਾ ਇੱਕ ਗੋਲ ਹੋਣਾ ਚਾਹੀਦਾ। ਇਹ ਸਾਡੀ ਫੈਮਿਲੀ ਦੀ ਡਾਇਨਾਮਿਕ ਹੋਣੀ ਚਾਹੀਦੀ ਹੈ ਕੈਨੇਡਾ ਦੇ ਵਿੱਚ। ਦੇਖੋ ਮੈਂ ਆਪਣੇ ਭੈਣਾਂ ਤੇ ਭਰਾਵਾਂ ਨੂੰ ਫਿਰ ਮੈਂ ਇੱਕ ਕਿਸਮ ਦੀ ਗੁਜ਼ਾਰਿਸ਼ ਕਰਨਾ ਵਾ, ਇੱਦਾਂ ਨਾ ਸੋਚਿਆ ਕਰੋ ਕਿ ਮੇਰੀ ਵਾਈਫ ਹੈ ਜਾਂ ਮੇਰਾ ਹਸਬੈਂਡ ਹੈ, ਘਰ ਦਾ ਹੈ, ਘਰ ਦੀ ਹੈ, ਤੁਹਾਡਾ ਪਾਰਟਨਰ ਹੈ। ਤੁਸੀਂ ਦੋਵਾਂ ਨੇ ਇਸ ਸਿਸਟਮ ਨੂੰ ਦੋਵਾਂ ਨੇ ਇਕੱਠੇ ਨੈਵੀਗੇਟ ਕਰਨਾ ਹੈ। ਤੇ ਜਦੋਂ ਤੁਸੀਂ ਇਹਨੂੰ ਇਸ ਸਿਚੁਏਸ਼ਨ ਦੇ ਵਿੱਚ ਅਪਰੋਚ ਕਰੋਗੇ ਤੇ ਇਹ ਤੁਹਾਡੀ ਲਾਈਫ ਦੇ ਉੱਤੇ ਬਹੁਤ ਡਿਫਰੈਂਟ ਇਫੈਕਟ ਹੋ ਜਾਏਗਾ। ਮੈਂ ਤੁਹਾਡੇ ਨਾਲ ਮੈਂ ਤੁਹਾਨੂੰ ਇੱਕ ਸਵਾਲ ਪੋਜ਼ ਕਰਨਾ ਵਾ। ਬਾਹਰ ਜੇ ਤੁਸੀਂ ਦੋਵੇਂ ਜਾਓ, ਭਾਵੇਂ ਤੁਸੀਂ ਹਸਬੈਂਡ ਹੋ ਜਾਂ ਵਾਈਫ ਹੋ, ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਹਾਡੀ ਵਾਈਫ ਨੂੰ ਆ ਕੇ ਕੋਈ ਗਾਲਾਂ ਕੱਢੇ, ਤੁਹਾਡੇ ਹਸਬੈਂਡ ਨੂੰ ਆ ਕੇ ਕੋਈ ਗਾਲਾਂ ਕੱਢੇ ਜਾਂ ਉਹਨਾਂ ਨੂੰ ਕੋਈ ਥੱਪੜ ਮਾਰ ਜਾਏ, ਤੁਹਾਨੂੰ ਕਿਸ ਤਰ੍ਹਾਂ ਲੱਗੇਗਾ? ਤੁਸੀਂ ਉਸ ਬੰਦੇ ਨੂੰ ਕੀ ਕਰੋਗੇ? ਤੁਸੀਂ ਉਹਨੂੰ ਬੋਲਣ ਦਿਓਗੇ ਉਸ ਤਰ੍ਹਾਂ ਦੇ ਨਾਲ? ਤੁਸੀਂ ਉਹਨੂੰ ਮਾਰਨ ਦਿਓਗੇ? ਨੋ। ਦੈਨ why is it okay ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ? Doesn't make sense, right? That's the way we should approach it. And I think ਕਿ ਜੇ ਸਾਡੀ ਕਮਿਊਨਿਟੀ ਆਪਣੀ ਥੋੜਾ ਜਿਹਾ ਸ਼ਿਫਟ ਕਰ ਲੈਣਾ, ਆਪਣੀ ਜਿੱਦਾਂ ਕਿ ਸਾਡੀ ਸੋਚ ਹੈ ਇਹੋ ਜੀ, ਬਹੁਤ ਯਾਰ ਸਾਡੇ ਘਰ ਬਚ ਸਕਦੇ ਨੇ। ਪੁਲਿਸ ਤੇ ਦੂਰ ਦੀ ਗੱਲ ਹੈ, ਪੋਸਟਮੈਨ ਨਹੀਂ ਤੁਹਾਡਾ ਦਰਵਾਜ਼ਾ ਖੜਕਾਏਗਾ। ਕਿਉਂ ਸਮਝ ਗਏ? ਹਾਂਜੀ ਠੀਕ ਆ। ਆਪਣੇ ਕੋਲ ਇਸ ਟਾਈਮ ਭੱਟ ਸਾਹਿਬ ਜਿਹੜੇ 15 ਮਿੰਟ ਬਾਕੀ ਨੇ, ਜੋ ਮੇਰਾ ਸਵਾਲ ਹੈ ਜੋ ਮੇਰੇ ਸਾਹਮਣੇ ਪਿਆ ਹੈ, ਕੈਨੇਡੀਅਨ ਵੂਮੈਨ ਫਾਊਂਡੇਸ਼ਨ ਉਹਨਾਂ ਦੇ ਜਿਹੜੇ 2012 ਦੇ ਸਰਵੇ ਸੀਗੇ, ਉਸ ਦੇ ਮੁਤਾਬਕ 74% ਅਲਬਰਟਨਸ ਨੇ ਜਿਹੜੇ ਉਹ ਮੰਨਦੇ ਆ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਐਟਲੀਸਟ ਉਹਨਾਂ ਦੇ ਜਿਹੜੀ ਆਂਢ ਗੁਆਂਢ ਦੇ ਵਿੱਚ ਇੱਕ ਔਰਤ ਆ ਜਿਹੜੀ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਰਹੀ ਆ। ਸੋ ਜਦੋਂ ਤੁਹਾਨੂੰ ਪਤਾ ਹੈ ਤੁਹਾਡੇ ਆਂਢ ਗੁਆਂਢ 'ਚ ਹੋ ਰਿਹਾ, ਪਰ ਉਹ ਗੱਲ ਬਾਤ ਜਿਹੜੀ ਕਿ ਹੋ ਰਹੀ ਆ ਔਰਤ ਸ਼ਿਕਾਰ, ਉਹ ਨਹੀਂ ਕਰਨਾ ਚਾਹੁੰਦੀ। ਸੋ ਜਦੋਂ ਅਸੀਂ ਨੇਬਰਸ ਦੇਖਦੇ ਹਾਂ, ਸਾਨੂੰ ਨੇਬਰਸ ਨੂੰ ਕੀ ਕਰਨਾ ਚਾਹੀਦਾ? ਸਹੀ ਭਾਈ, ਪਤਾ ਗੱਲ ਇਹ ਵੇ ਕਿ ਇਹ ਉਹੀ ਹੈ ਨਾ ਕਿ ਬਾਹਰ ਤੱਕ ਗੱਲ ਨਾ ਜਾਏ, ਰਾਈਟ। ਸੋ ਦੇਖੋ ਇਹ ਡੋਮੈਸਟਿਕ ਵਾਇਲੈਂਸ ਦੇ ਇਸ਼ੂ ਦੇ ਵਿੱਚ ਤੇ ਮਰਦ ਤੇ ਔਰਤਾਂ ਜਿਹੜੀਆਂ ਨੇ ਉਹ ਆਪਣੇ ਘਰਦਿਆਂ ਨੂੰ ਨਹੀਂ, ਮਾਂ ਪਿਓ ਨੂੰ ਨਹੀਂ ਦੱਸਦੇ, ਤੇ ਨੇਬਰਸ ਤੇ ਦੂਰ ਦੀ ਗੱਲ। ਬਟ ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਬਜਾਏ ਇਹਦੇ ਕਿ ਮੇਰੀ ਤੁਸੀਂ ਸੁਣੋ ਕਿ ਮੈਂ ਕੀ ਕਹਿਣ ਡਈ ਹਾਂ ਜਾਂ ਕੀ ਕਹਿਣ ਡਿਆ ਵਾਂ, ਤੁਸੀਂ ਮੈਨੂੰ ਜੱਜ ਕਰਨਾ ਹੈ, ਤੁਸੀਂ ਮੈਨੂੰ ਜੱਜ ਕਰਨਾ ਹੈ, ਤੁਸੀਂ ਮੇਰੀ ਗੱਲ ਸੁਣ ਕੇ ਤੁਸੀਂ ਤੀਸਰੇ ਤੱਕ ਪਹੁੰਚਾਉਣੀ ਹੈ ਕਿ ਯਾਰ ਉਹ ਤੇ ਫੈਜ਼ਾਨ ਦੀ ਬੁੱਢੀ ਤੇ ਉਹਨੂੰ ਰੋਜ਼ ਕੁੱਟਣ ਡਈ ਹੈ, ਉਹਨੂੰ ਤੇ ਉਹ ਆ ਕੇ ਇਸ ਤਰ੍ਹਾਂ ਮੈਨੂੰ ਕਹਿਣ ਡਿਆ, ਰਾਈਟ। ਸਾਨੂੰ ਇਹ ਡਰ ਹੁੰਦਾ ਹੈ ਤੇ ਦਿਸ ਇਜ਼ ਦ ਪ੍ਰੋਬਲਮ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੇਬਰਸ ਇੰਨੇ ਤੁਹਾਡੇ ਨਾਲ ਕੰਫਰਟੇਬਲ ਹੋਣ, ਦੇਖੋ ਚਾਹੇ ਤੁਹਾਡੇ ਗੁਰਦੁਆਰੇ ਹੋਣ, ਮਸਜਿਦ ਹੋਣ, ਚਰਚਿਸ ਹੋਣ, ਸਿਨੇਗਾਗਸ ਹੋਣ, ਜਿਹੜੀ ਮਰਜ਼ੀ ਕਮਿਊਨਿਟੀ ਦੀ ਆਰਗੇਨਾਈਜੇਸ਼ਨ ਹੈ, ਜੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਦੇਖੋ ਯਾਰ ਜੇ ਹੁਣ ਸਮੀ ਭਾਈ ਮੇਰੀ ਫੈਮਿਲੀ ਮੁਸਲਮਾਨ ਹੈ, ਜੇ ਮੈਂ ਮਸਜਿਦ ਦੇ ਵਿੱਚ ਜਾ ਕੇ ਆਪਣੀ ਇਹ ਗੱਲ ਕੀਤੀ
ਬਜਾਏ ਇਹਦੇ ਕਿ ਉਹ ਮੇਰੀ ਮਦਦ ਕਰਨ, ਉਹ ਗੱਲ ਹੋਰ ਲੋਕਾਂ ਤੱਕ ਪਹੁੰਚਣੀ ਹੈ, ਰਾਈਟ। ਸਭ ਨਾਲ ਵੱਡੀ ਵਜ੍ਹਾ ਇਹ ਵੇ ਕਿ ਡੋਮੈਸਟਿਕ ਵਾਇਲੈਂਸ ਦੇ ਵਿਕਟਮ ਸਾਹਮਣੇ ਕਿਉਂ ਨਹੀਂ ਆਉਂਦੇ, ਉਹ ਕਿਸੇ ਕੋ ਮਦਦ ਕਿਉਂ ਨਹੀਂ ਲੈਂਦੇ। ਉਹਨਾਂ ਨੂੰ ਇਹ ਪਤਾ ਨਹੀਂ ਲੱਗਣਾ ਕਿ ਇਹਨੇ ਮਦਦ ਕਰਨੀ ਹੈ ਜਾਂ ਇਹਨੇ ਮੇਰੀ ਚੁਗਲੀਆਂ ਕਰਨੀਆਂ ਨੇ, ਇਹਨੇ ਮੇਰੀਆਂ। ਦੈਟਸ ਦ ਡਿਫਰੈਂਸ। ਸਾਨੂੰ ਐਸਾ ਮਾਹੌਲ ਆਪਣੀਆਂ ਕਮਿਊਨਿਟੀਆਂ ਦੇ ਵਿੱਚ, ਆਪਣੇ ਮਸਜਿਦਾਂ, ਗੁਰਦੁਆਰੇ, ਨੇਬਰਹੁੱਡ, ਸਕੂਲਾਂ ਦੇ ਵਿੱਚ ਬਣਾਉਣਾ ਚਾਹੀਦਾ ਹੈ ਕਿ ਦੇਖੋ, ਜਦੋਂ ਕੋਈ ਬੰਦਾ ਜਾਂ ਕੋਈ ਔਰਤ ਤੁਹਾਡੇ ਕੋਲ ਐਡੀ ਸੀਰੀਅਸ ਗੱਲ ਲੈ ਕੇ ਆਏ ਕਿ ਮੇਰੇ ਨਾਲ ਇਸ ਤਰ੍ਹਾਂ ਹੋਣ ਡਿਆ ਹੈ, ਭਾਵੇਂ ਤੁਹਾਡੀ ਉਹਦੇ ਨਾਲ ਜੋ ਮਰਜ਼ੀ ਰਿਲੇਸ਼ਨਸ਼ਿਪ ਹੋਏ, ਪੁਰਾਣੀ ਲੜਾਈ ਹੋਏ, ਉਹ ਸਭ ਕੁਝ ਤੁਸੀਂ ਛੱਡ ਕੇ ਉਹਨਾਂ ਦੀ ਮਦਦ ਕਰੋ। ਜਾਂ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਨੀ, ਜੇ ਉਹਨਾਂ ਦੀ ਗੱਲ ਤੁਸੀਂ ਦੂਸਰੇ ਤੱਕ ਪਹੁੰਚਾਣੀ ਹੈ ਤਾਂ ਤੁਸੀਂ ਸੁਣੋ ਹੀ ਨਾ, ਉਹਨੂੰ ਕਿਸੇ ਹੋਰ ਕੋ ਭੇਜ ਦਿਓ। ਉਹਨਾਂ ਨੂੰ ਕਹੋ ਕਿ ਇਹ ਵਾਲੀ ਵੂਮਨਸ ਆਰਗੇਨਾਈਜੇਸ਼ਨ ਹੈ ਜਿਹੜੀ ਤੁਹਾਡੀ ਮਦਦ ਕਰ ਸਕੇਗੀ, ਇਹ ਵਾਲੀ ਮੈਨਸ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਤੈਨੂੰ ਹੈਲਪ ਕਰ ਸਕਣਗੇ। ਪਰ ਦੇਖੋ, ਲੋਕਾਂ ਦੇ ਇਹੋ ਜਿਹੇ ਜਿਹੜੇ ਸਭ ਨਾਲ ਜ਼ਾਤੀ ਮਾਮਲੇ ਨੇ, ਉਹਨਾਂ ਨੂੰ ਇਸ ਨੀਅਤ ਨਾਲ ਨਾ ਸੁਣੋ ਕਿ ਤੁਸੀਂ ਚੁਗਲੀਆਂ ਕਰਨੀਆਂ ਨੇ, ਇਸ ਨੀਅਤ ਨਾਲ ਸੁਣੋ ਕਿ ਤੁਸੀਂ ਉਹਨਾਂ ਦੀ ਮਦਦ ਕਰਨੀ ਹੈ। ਜਦੋਂ ਅਸੀਂ ਇਹ ਆਪਣੇ ਨੌਜਵਾਨਾਂ, ਆਪਣੀਆਂ ਭੈਣਾਂ, ਆਪਣੇ ਭਰਾਵਾਂ ਨੂੰ ਇਹ ਕਨਵਿੰਸ ਹੋ ਗਏ ਨਾ ਸਾਡੀ ਕਮਿਊਨਿਟੀ ਦੇ ਵਿੱਚ ਕਿ ਦੇਖੋ ਯਾਰ, ਜੋ ਮਰਜ਼ੀ ਹੋਏ, ਮੈਂ ਆਪਣੀ ਕਮਿਊਨਿਟੀ ਦੇ ਨਾਲ ਇਹ ਗੱਲ ਕਰ ਸਕਣਾ ਵਾ, ਤੇ ਇਹਨਾਂ ਨੇ ਮੈਨੂੰ ਜੱਜ ਨਹੀਂ ਕਰਨਾ, ਇਹਨਾਂ ਨੇ ਮਦਦ ਕਰਨੀ ਹੈ, ਇਹਨਾਂ ਨੇ ਮੇਰਾ ਘਰ ਬਚਾਉਣਾ ਹੈ, ਇਹਨਾਂ ਨੇ ਮੈਨੂੰ ਬਚਾਉਣਾ ਹੈ, ਮੇਰੇ ਬੱਚਿਆਂ ਨੂੰ ਬਚਾਉਣਾ ਹੈ। ਤੁਸੀਂ ਦੇਖਿਓ ਕਿ ਗਵਾਂਢੀ ਤੇ ਦੂਰ ਦੀ ਗੱਲ ਨੇ, ਲੋਕੀ ਪਾਰਕ ਦੇ ਵਿੱਚ ਬਹਿ ਕੇ ਇੱਕ ਦੂਜੇ ਨਾਲ ਇਹ ਗੱਲਾਂ ਕਰਨਗੇ। ਹਾਊਐਵਰ, ਸਾਨੂੰ ਇੱਕ ਦੂਜੇ ਤੇ ਇਤਬਾਰ ਨਹੀਂ, ਸਾਨੂੰ ਆਪਣੀਆਂ ਆਰਗੇਨਾਈਜੇਸ਼ਨਸ ਤੇ ਜਿਹੜੀਆਂ ਹੈ ਉਹਨਾਂ ਤੇ ਇਤਬਾਰ ਨਹੀਂ ਕਿ ਇਹਨਾਂ ਨੇ ਮਦਦ ਕਰਨੀ ਹੈ ਜਾਂ ਚੁਗਲੀਆਂ ਕਰਨੀਆਂ, ਰਾਈਟ। ਐਂਡ ਸੈਮੀ ਭਾਈ, ਆਈ ਥਿੰਕ ਕਿ ਤੁਸੀਂ ਇਹਦੇ ਨਾਲ ਐਗਰੀ ਕਰਦੇ ਹੋਵੋਗੇ ਕਿ ਲੋਕਾਂ ਨੂੰ ਬਹੁਤ ਡਰ ਹੁੰਦਾ ਹੈ ਕਿ ਯਾਰ ਆਪਸ 'ਚ ਵੀ ਦੋਸਤਾਂ ਨੂੰ ਵੀ ਇਹ ਗੱਲ ਹੁੰਦੀ ਹੈ ਕਿ ਯਾਰ ਮੈਂ ਇਹਨੂੰ ਇਹ ਮੈਸੇਜ ਜਿਸ ਤਰ੍ਹਾਂ ਲਿਖ ਦਿੱਤਾ ਜਾਂ ਇੱਦਾਂ ਗੱਲ ਕਰ ਦਿੱਤੀ, ਇਹ ਤਾਂ ਨਹੀਂ ਕਿ ਫਜ਼ਾਨ ਜਿਹੜਾ ਜਾ ਕੇ ਗੁਰਪ੍ਰੀਤ ਨੂੰ ਦੱਸੇਗਾ, ਗੁਰਪ੍ਰੀਤ ਨੇ ਜਾ ਕੇ ਅੱਗੋਂ ਜਾਨ ਨੂੰ ਦੱਸਿਆ, ਜਾਨ ਨੇ ਜਾ ਕੇ ਮੁਹੰਮਦ ਨੂੰ ਦੱਸ ਦਿੱਤਾ ਹੈ, ਮੁਹੰਮਦ ਨੇ ਜਾ ਕੇ ਫੇਸਬੁੱਕ ਤੇ ਪੋਸਟ ਕਰ ਦਿੱਤਾ। ਇਸ ਤਰ੍ਹਾਂ ਤੇ ਯਾਰ ਫਿਰ ਨਹੀਂ ਨਾ ਹੋਏਗਾ। ਕਿਸ ਤਰ੍ਹਾਂ ਤੁਹਾਡੇ ਕੋਲ ਲੋਕੀ ਮਦਦ ਲਈ ਆਉਣਗੇ ਜਦੋਂ ਉਹ ਤੁਸੀਂ ਮਦਦ ਕਰਨ ਦੇ ਬਜਾਏ ਉਹਨਾਂ ਨੂੰ ਜੱਜ ਕਰਦੇ ਹੋ, ਉਹਨਾਂ ਦੀ ਜ਼ਾਤੀ ਮਾਮਲੇ ਫੈਲਾਉਂਦੇ ਹੋ, ਚੁਗਲੀਆਂ ਕਰਦੇ ਹੋ। ਸਾਡੀ ਕਮਿਊਨਿਟੀ ਦੇ ਵਿੱਚ ਟਰਸਟ ਬਿਲਡ ਹੋਣਾ ਚਾਹੀਦਾ ਕਿ ਮੈਂ ਸੈਮੀ ਭਾਈ ਨੂੰ ਜਾ ਕੇ ਜੋ ਮਰਜ਼ੀ ਕਹਿ ਸਕਾਂ ਕਿ ਸੈਮੀ ਭਾਈ ਮੈਨੂੰ ਮਦਦ ਚਾਹੀਦੀ ਹੈ ਤੇਰੀ, ਤੇ ਮੈਨੂੰ ਮੇਰੀ ਹੈਲਪ ਕਰ। ਇਹ ਨਾ ਅੱਗੋਂ ਹੋਏ ਕਿ ਸੈਮੀ ਭਾਈ ਜਿਹੜੇ ਨੇ ਉਹ ਅੱਗੋਂ ਕਿਤੇ ਹੋਰ ਤੱਕ ਪਹੁੰਚਾ ਦੇਣ। ਐਜ਼ ਅ ਨੇਬਰ, ਆਪਣੇ ਨੇਬਰ ਨਾਲ ਤੁਸੀਂ ਇਹੋ ਜਿਹੀ ਰਿਲੇਸ਼ਨਸ਼ਿਪ ਰੱਖੋ ਕਿ ਕੋਈ ਵੀ ਖੁਦਾ ਨਾ ਖਾਸਤਾ ਕੋਈ ਤੁਹਾਨੂੰ ਕੋਈ ਕੰਮ ਇਹੋ ਜਿਹਾ ਕੋਈ ਆ ਗਿਆ ਖਤਰੇ ਦੇ ਵਿੱਚ, ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰ ਸਕੋ, ਮਦਦ ਕਰ ਸਕੋ, ਉਹਨਾਂ ਦੀ ਹੈਲਪ ਸੀਕ ਕਰ ਸਕੋ। ਇਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਨਾ ਆਪਣੇ ਨੇਬਰਸ ਨਾਲ ਬਣਾਓ ਕਿ ਉਹਨੇ ਤੁਹਾਡੇ ਘਰ ਦੇ ਸਾਹਮਣੇ ਪਾਰਕਿੰਗ ਕੀਤੀ ਹੈ ਤੇ ਤੁਸੀਂ ਪਾਰਕਿੰਗ ਅਥਾਰਟੀ ਨੂੰ ਫੋਨ ਕਰ ਦਿਓ। ਅਸੀਂ ਐਜ਼ ਅ ਕਮਿਊਨਿਟੀ ਆਪਣੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਨੇ, ਆਪਣੇ ਬੱਚੇ ਨੇ, ਆਪਣੀਆਂ ਭੈਣਾਂ, ਆਪਣੇ ਭਰਾਵਾਂ ਨੂੰ ਇਤਬਾਰ ਦਾ ਜਿਹੜਾ ਹੈ, ਸਾਡੇ ਉੱਤੇ ਜਿਹੜਾ ਇਤਬਾਰ ਹੋਣਾ ਚਾਹੀਦਾ ਹੈ, ਇਹ ਬੇਸਿਕ ਚੀਜ਼ ਹੈ। ਇਹ ਹੁਣ ਦੇਖੋ ਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਆਪਣੇ ਭਰਾਵਾਂ ਤੇ ਹੁਣ ਇਤਬਾਰ ਨਹੀਂ ਕਰਨ ਡੀਆਂ ਕਿ ਉਹਨਾਂ ਨੂੰ ਜਾ ਕੇ ਮਦਦ ਲਈ ਨਹੀਂ ਮੰਗ ਸਕਦੀਆਂ, ਉਹਨਾਂ ਨਾਲ ਜਾ ਕੇ ਗੱਲ ਨਹੀਂ ਕਰ ਸਕਦੀਆਂ ਕਿ ਯਾਰ ਮੇਰੇ ਨਾਲ ਘਰਾਂ ਦੇ ਵਿੱਚ, ਮੇਰੇ ਆਪਣੇ ਘਰ ਦੇ ਵਿੱਚ, ਮੇਰੇ ਬੱਚਿਆਂ ਦੇ ਸਾਹਮਣੇ ਇਹ ਹੋਣ ਡਿਆ ਮੇਰੇ ਨਾਲ, ਜਾਂ ਯਾਰ ਮੇਰੇ ਮਰਦ ਵੀ ਸੇਮ ਥਿੰਗ। ਸਾਡਾ ਮਾਹੌਲ, ਸਾਡੀ ਕਮਿਊਨਿਟੀ, ਸਾਡੀ ਜਿਹੜੀ ਇਹ ਟਰਸਟ ਜਿਹੜੀ ਹੈ ਸੈਮੀ ਭਾਈ, ਜਿਹੜਾ ਕੋਈ 100 ਸਾਲ ਜਾਂਦਾ ਪਿੱਛੇ, ਇਹ ਸਾਨੂੰ ਰੀਬਿਲਡ ਕਰਨਾ ਚਾਹੀਦਾ। ਅਸੀਂ ਕਲਚਰ ਸਰਹੱਦਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਆ ਕੇ ਇੱਕ ਦੂਜੇ ਦਾ ਕਮਿਊਨਿਟੀ ਨਹੀਂ ਰਹੇ ਯਾਰ, ਅਸੀਂ ਹੁਣ ਇੱਕ ਦੂਜੇ ਦਾ ਕੰਪੀਟੀਸ਼ਨ ਬਣ ਗਏ ਹਾਂ। ਜਿੱਦਾਂ ਇੰਨੀ ਦੂਰ ਤੱਕ ਕਿ ਜਦੋਂ ਲੋਕੀ ਸਾਡੇ ਕੋਲ ਹੈਲਪ ਲਈ ਵੀ ਆਉਣ, ਅਸੀਂ ਉਹਨਾਂ ਨੂੰ ਹੈਲਪ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦਾ ਸਾਡੇ ਤੇ ਇਤਬਾਰ ਨਹੀਂ, ਰਾਈਟ। ਸੈਮੀ ਭਾਈ, ਆਰ ਕਮਿਊਨਿਟੀ, ਸਾਡੇ ਜਿਹੜੇ ਖਾਸ ਕਰ ਐਲਡਰ ਨੇ, ਉਹਨਾਂ ਨਾਲ ਵੀ ਮੇਰੀ ਇਹੋ ਹੀ ਗੁਜ਼ਾਰਿਸ਼ ਹੈ ਕਿ ਇਹੋ ਜਿਹਾ ਮਾਹੌਲ ਇੱਥੇ ਨਾ ਪੈਦਾ ਕਰੋ, ਇੱਥੇ ਨਾ ਇਹੋ ਜਿਹਾ ਮਾਹੌਲ ਪੁਸ਼ ਕਰੋ ਕਿ ਤੁਹਾਡੇ ਕੋਲ ਮਦਦ ਲਈ ਨਾ ਤੁਹਾਡੇ ਬੱਚੇ ਆ ਸਕਣ, ਕਿਉਂਕਿ ਉਹਨਾਂ ਨੂੰ ਪਹਿਲੀ ਗੱਲ ਉਹਨਾਂ ਨੇ ਇਹ ਸੋਚਣੀ ਹੈ ਕਿ ਯਾਰ ਇਹ ਮੇਰੀ ਗੱਲ ਸਮਝ ਸਕਣਗੇ ਕਿ ਨਹੀਂ ਸਮਝਣਗੇ ਕਿ ਅੱਗੇ ਫੈਲਾਉਣਗੇ। that's the problem we have। ਜਦੋਂ ਇਹੋ ਜਿਹਾ ਮਾਹੌਲ ਇੱਥੇ ਸਾਡੀ ਨਾਰਥ ਈਸਟ ਬਣ ਗਿਆ ਜਾਂ ਪੂਰੇ ਕੈਨੇਡਾ ਦੇ ਵਿੱਚ ਬਣ ਗਿਆ ਕਿ ਅਸੀਂ ਇੱਕ ਦੂਜੇ ਨੂੰ ਕਮਿਊਨਿਟੀ ਦੇ ਤੌਰ ਤੇ ਟ੍ਰੀਟ ਕਰਨੇ, ਟਰਸਟ ਕਰ ਸਕਦੇ ਹਾਂ, ਅਸੀਂ ਕੀ ਮਜਾਲ ਹੈ ਯਾਰ ਕਿ ਫਿਰ ਪੁਲਿਸ ਵਾਲੇ ਤੁਹਾਡੇ ਦਰਵਾਜ਼ੇ ਖੜਕਾਉਣ। ਸਾਡੇ ਘਰਾਂ ਦਾ ਮਾਹੌਲ ਹੀ ਐਸਾ ਹੋ ਜਾਏਗਾ, ਸਾਡੀ ਕਮਿਊਨਿਟੀ ਦਾ ਮਾਹੌਲ ਹੀ ਐਸਾ ਹੋ ਜਾਏਗਾ ਕਿ ਪੁਲਿਸ ਵਾਲੇ ਉਦੋਂ ਤੁਹਾਡੇ ਘਰ ਦੇ ਵਿੱਚ ਆਉਣਗੇ ਜਦੋਂ ਉਹਨਾਂ ਨੇ ਵਿਸਾਖੀ ਦੇ ਜਾਂ ਈਦ ਦੇ ਜਾਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਉੱਤੇ ਪਹਿਰਾ ਦੇਣਾ ਹੋਏਗਾ, ਰਾਈਟ। ਸੋ ਗੁਜ਼ਾਰਿਸ਼ ਹੈ ਮੇਰੀ ਭੈਣਾਂ ਨਾਲ, ਭਰਾਵਾਂ ਨਾਲ ਕਿ ਆਪਣੀ ਸੋਚ ਨੂੰ ਥੋੜਾ ਜਿਹਾ ਐਗਜ਼ਾਮਿਨ ਕਰੋ ਕਿ ਸਾਡੀ ਸੋਚ ਇਸ ਇਸ਼ੂ ਤੇ ਕੀ ਹੈ। ਬਜ਼ੁਰਗਾਂ ਨਾਲ ਮੇਰੀ ਇਹ ਗੁਜ਼ਾਰਿਸ਼ ਹੈ, ਖਾਸ ਕਰ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਨੇ ਆਪਣੇ ਮਸਜਿਦਾਂ ਦੇ,
ਜਿਹੜੀਆਂ ਵੀ ਨੇ ਗੁਰਦੁਆਰੇ ਟੈਂਪਲਸ ਐਵਰੀਥਿੰਗ ਕਿ ਪਲੀਜ਼ ਇਹ ਜਿਹੜੀ ਇਹ ਸਾਡੇ ਕਲਚਰ ਨੂੰ ਇਸ ਗੱਲ ਨੇ ਤਬਾਹ ਕਰ ਦੇਣਾ ਜੇ ਸਾਡੀਆਂ ਨਸਲਾਂ ਨੂੰ ਇਹਦੇ ਤੇ ਅਪਰੋਚ ਜਿਹੜਾ ਸਾਡਾ ਬਜ਼ੁਰਗਾਂ ਦਾ ਖਾਸ ਕਰ ਉਹ ਹੋਣਾ ਚਾਹੀਦਾ ਹੈ ਮੀ ਐਜ਼ ਅ ਯੰਗ ਪਰਸਨ ਮੈਨੂੰ ਆਪਣੇ ਬਜ਼ੁਰਗਾਂ ਤੇ ਇਤਬਾਰ ਹੋਣਾ ਚਾਹੀਦਾ ਕਿ ਮੈਂ ਉਹਨਾਂ ਨਾਲ ਆ ਕੇ ਓਪਨਲੀ ਕੋਈ ਵੀ ਗੱਲ ਕਰ ਸਕਾਂ ਤੇ ਉਹ ਮੇਰੀ ਮਦਦ ਕਰਨ ਉਹ ਮੈਨੂੰ ਗਾਈਡ ਕਰਨ ਹਾਂਜੀ ਬਟ ਸਾਹਿਬ ਪ੍ਰੋਗਰਾਮ ਦਾ ਜਿਹੜਾ ਸਮਾਂ ਆਪਣੇ ਦਾ ਉਹ ਸਮਾਪਤੀ ਵਾਲਾ ਪਰ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਅੱਜ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਸਾਨੂੰ ਇਹ ਨਹੀਂ ਗਾ ਕਿ ਤੁਸੀਂ ਸਾਨੂੰ ਸਾਡੇ ਪ੍ਰੋਗਰਾਮ ਤੇ ਲਾਈਕ ਚਾਹੀਦੇ ਆ ਕਮੈਂਟ ਚਾਹੀਦੇ ਆ ਰਾਈਟ ਸੋ ਸਾਨੂੰ ਇਹ ਆ ਕਿ ਜੇ ਅੱਜ ਸਾਡੀ ਗੱਲਬਾਤ ਦੇ ਜ਼ਰੀਏ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਂਤੀ ਬਣਾ ਸਕਦੇ ਆ ਸਾਡੇ ਲਈ ਉਹੀ ਬਹੁਤ ਹੋਵੇਗਾ ਸੋ ਉਸ ਚੀਜ਼ ਨੂੰ ਨਹੀਂ ਪਰ ਇੱਕ ਮੈਂ ਫਿਗਰ ਤੁਹਾਡੇ ਨਾਲ ਸਾਹਮਣੇ ਸਾਂਝੀ ਕਰਨਾ ਚਾਹੁੰਦਾ ਕਿ ਇਸ ਡੋਮੈਸਟਿਕ ਵਾਇਲੈਂਸ ਦੇ ਉੱਪਰ ਜਿਹੜੀ ਕਾਸਟ ਆ ਕੈਨੇਡਾ ਦੀ ਉਹ ਕਿੰਨੀ ਆਉਂਦੀ ਆ ਜਿਹੜੀ ਕਿ ਕੈਨੇਡੀਅਨ ਵੂਮਨ ਫਾਊਂਡੇਸ਼ਨ ਦੇ ਸੋਰਸ ਦੇ ਨਾਲ ਇਹ ਜਿਹੜੀ ਪ੍ਰੋਪਰ ਇਹ ਫਿਗਰ ਹੈ ਕਿ ਫੈਮਿਲੀ ਵਾਇਲੈਂਸ ਐਂਡ ਅਬਿਊਜ਼ ਕਾਸਟ ਕੈਨੇਡਾ ਐਨ ਐਸਟੀਮੇਟ 7.4 ਬਿਲੀਅਨ ਐਵਰੀ ਈਅਰ ਇਹਦੇ ਵਿੱਚ ਜਿਹੜੀ ਕਾਸਟ ਆ ਉਹ ਵਿੱਚ ਹੈਲਥ ਕੇਅਰ ਕ੍ਰਿਮੀਨਲ ਜਸਟਿਸ ਸੋਸ਼ਲ ਸਰਵਿਸ ਐਂਡ ਲਾਸਟ ਵੇਜ਼ ਵਗੈਰਾ ਸਾਰੀ ਕਵਰ ਹੁੰਦੀ ਆ ਹੁਣ ਅਸੀਂ ਇਹ ਸੋਚੀਏ ਕਿ ਜਿਹੜੇ ਇਹ 7.4 ਬਿਲੀਅਨ ਦੀ ਕਾਸਟ ਐਵਰੀ ਈਅਰ ਆਉਂਦੀ ਆ ਸੋ ਐਟਲੀਸਟ ਉਹ ਹੈ ਤਾਂ ਸਾਡੀ ਟੈਕਸ ਪੇਅਰ ਮਨੀ ਅਸੀਂ ਟੈਕਸ ਪੇ ਕੀਤਾ ਗੌਰਮੈਂਟ ਨੇ ਕੋਲੋਂ ਤਾਂ ਨਹੀਂ ਖਰਚਿਆ ਉਹ ਸੋ ਸਾਡੀ ਟੈਕਸ ਪੇਅਰ ਦੀ ਉਹ ਮਨੀ ਆ ਜਿਹੜੀ ਸੋ ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ ਥੋੜ੍ਹੀ ਜਿਹੀ ਸ਼ਾਂਤੀ ਬਣਾ ਕੇ ਰੱਖੀਏ ਜੇਕਰ ਇੱਕ ਬੰਦਾ ਕੁਛ ਬੋਲ ਰਿਹਾ ਦੂਸਰਾ ਬੰਦਾ ਥੋੜ੍ਹੇ ਟਾਈਮ ਲਈ ਪਾਸੇ ਵੀ ਚੱਲ ਜਾਂਦਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਗੀ ਕਿ ਤੁਹਾਡੇ ਘਰ ਦੇ ਵਿੱਚ ਬਾਅਦ ਦੇ ਵਿੱਚ ਤੁਸੀਂ ਮੋਸਟਲੀ ਹੋ ਜਾਂਦਾ ਦੇਖੋ ਜਿਸ ਘਰ ਦੇ ਵਿੱਚ ਦੋ ਭਾਂਡੇ ਆ ਉਹ ਹਮੇਸ਼ਾ ਖੜਕਣੇ ਹੀ ਹੁੰਦੇ ਆ ਹੈਨਾ ਸੋ ਜੇ ਹੁਣ ਉਹਦੇ ਵਿੱਚ ਹੈਗਾ ਕਿ ਇੱਕ ਬੰਦਾ ਇੱਕ ਟਾਈਮ ਦੇ ਉੱਪਰ ਹੈ ਕੋਈ ਉਸ ਨੂੰ ਕੋਈ ਪਰੇਸ਼ਾਨੀ ਹੈ ਕਿਉਂਕਿ ਮੋਸਟਲੀ ਕਈ ਵਾਰ ਸਾਡੇ ਉੱਪਰ ਸਟ੍ਰੈਸ ਹੀ ਇੰਨੀ ਹੁੰਦੀ ਆ ਸੋ ਇਹੀ ਅਸੀਂ ਕਵਾਂਗੇ ਕਿ ਆਪਣੇ ਘਰਾਂ ਦੇ ਵਿੱਚ ਕਿਉਂਕਿ ਜੇਕਰ ਹਸਬੈਂਡ ਵਾਈਫ ਦਾ ਝਗੜਾ ਹੈ ਸੋ ਜਿਹੜੇ ਦੋਨੋਂ ਇੱਕ ਗੱਡੀ ਦੇ ਦੋਨੋਂ ਪਹੀਏ ਆ ਇੱਕ ਪਹੀਏ ਤੋਂ ਬਗੈਰ ਕਦੇ ਵੀ ਗੱਡੀ ਚੱਲ ਨਹੀਂ ਸਕਦੀ ਗੀ ਬਿਲਕੁਲ ਸਹੀ ਗੱਲ ਹੈ ਤੇ ਇਹ ਇੱਕ ਹੋਰ ਵੀ ਗੱਲ ਮੈਂ ਐਡ ਕਰਨਾ ਚਾਹੁੰਦਾ ਦੇਖੋ ਇਹ ਜਿਹੜੀਆਂ ਇੱਥੇ ਗੱਲਾਂ ਅਸੀਂ ਕੀਤੀਆਂ ਨੇ ਇਹ ਬਿਲਕੁਲ ਕਿਸੇ ਕਮਿਊਨਿਟੀ ਨੂੰ ਕ੍ਰਿਟਿਸਾਈਜ਼ ਕਰਨ ਲਈ ਜਾਂ ਕਿਸੇ ਨਾਲ ਉਂਗਲੀ ਇਸ ਨਾਲ ਪੁਆਇੰਟ ਕਰਨ ਵਾਲੀ ਗੱਲ ਨਹੀਂ ਹੈ ਇਹ ਦੇਖੋ ਮੈਂ ਸਾਰੇ ਇੱਥੇ ਰਿਹਾ ਵਾਂ ਇੱਥੇ ਮੈਂ ਪੈਦਾ ਹੋਇਆ ਮੇਰੀ ਇਹ ਡਿਊਟੀ ਬਣਦੀ ਹੈ ਕਿ ਮੈਂ ਆਪਣੀ ਕਮਿਊਨਿਟੀ ਦੀ ਸੇਵਾ ਕਰਾਂ ਤੇ ਉਹ ਮੈਂ ਕਰਨ ਡਿਆ ਵਾਂ ਸੇਵਾ ਕਰਨ ਡਿਆ ਵਾਂ ਤੇ ਜੋ ਵੀ ਮੇਰੇ ਵੱਲੋਂ ਹੋ ਸਕੇ ਸੈਮੀ ਬਾਈ ਵੱਲੋਂ ਹੋ ਸਕੇ ਪਲੀਜ਼ ਤੁਸੀਂ ਰੀਚ ਆਊਟ ਕਰੋ ਜੋ ਵੀ ਸਾਡੇ ਕੋਲ ਹੋ ਸਕੇਗਾ ਅਸੀਂ ਤੁਹਾਡੇ ਅੱਗੋਂ ਤੁਹਾਨੂੰ ਗਾਈਡੈਂਸ ਦੇਵਾਂਗੇ ਤੇ ਅਗੇਨ ਇਹ ਕਿਸੇ ਕਮਿਊਨਿਟੀ ਜਾਂ ਕਿਸੇ ਐਸੋਸੀਏਸ਼ਨ ਨੂੰ ਇੱਦਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਸਿਰਫ ਆਪਣੀ ਕਮਿਊਨਿਟੀ ਆਪਣੀ ਭੈਣਾਂ ਭਰਾਵਾਂ ਦੀ ਸੇਵਾ ਕਰਨ ਲਈ ਇੱਥੇ ਹਾਂ ਹਾਂਜੀ ਬਟ ਸਾਹਿਬ ਚਲੋ ਇਹ ਡੋਮੈਸਟਿਕ ਵਾਇਲੈਂਸ ਦੀ ਗੱਲ ਸੀ ਪਰ ਹੁਣ ਤੁਹਾਨੂੰ ਪਤਾ ਕਿ ਸਾਡੇ ਲੜਾਈ ਝਗੜੇ ਬਾਹਰ ਵੀ ਹੋ ਜਾਂਦੇ ਆ ਕਿਉਂਕਿ ਪੰਜਾਬੀ ਖੂਨ ਆ ਕੋਈ ਕੁਛ ਕਹਿ ਦੇਵੇ ਤਾਂ ਸੋ ਇੱਦਾਂ ਦੀ ਕਦੇ ਲੋੜ ਪੈ ਜੇ ਤਾਂ ਤੁਸੀਂ ਆਪਣਾ ਨੰਬਰ ਵਗੈਰਾ ਕਿ ਕਿੱਥੇ ਤੁਸੀਂ ਫਿਰ ਅਸੀਂ ਤੁਹਾਡੀ ਹੈਲਪ ਲੈ ਸਕਦੇ ਹਾਂ ਕਿ ਭਾਈ ਆ ਜਾਓ ਹੁਣ ਛਡਾ ਲਿਆਓ ਸਾਨੂੰ ਤਾਂ ਤੁਸੀਂ ਆਪਣਾ ਨੰਬਰ ਵਗੈਰਾ ਤੁਹਾਨੂੰ ਸੈਮੀ ਭਾਈ ਤੁਹਾਨੂੰ ਅਸੀਂ ਫੜਨ ਨਹੀਂ ਦੇਣਾ ਛਡਾਉਣ ਦੀ ਤਾਂ ਦੂਰ ਦੀ ਗੱਲ ਹੈ ਨਹੀਂ ਮੈਂ ਨਹੀਂ ਕਰਦਾ ਕਿ ਮੇਰੇ ਵਰਗੇ ਜਿਹੜੀ ਸਾਡੀ ਕਮਿਊਨਿਟੀ ਆ ਥੋੜਾ ਜਿਹਾ ਸਾਨੂੰ ਹੁੰਦਾ ਕਿ ਖੂਨਾ ਵਾਲਾ ਮਾਰ ਜਾਂਦਾ ਨਾ ਪੰਜਾਬੀ ਕਰਕੇ ਸੋ ਆਪਣਾ ਫੋਨ ਨੰਬਰ ਤੁਸੀਂ ਲਾਜ਼ਮੀ ਸ਼ੇਅਰ ਕਰ ਦਿਓ ਬਿਲਕੁਲ ਜੀ ਸੈਮੀ ਭਾਈ ਜੀ ਤਾਂ ਆਈ ਥਿੰਕ ਸਕਰੀਨ ਤੇ ਵੀ ਪਾ ਦੇਣਗੇ ਨੰਬਰ ਮੇਰਾ ਜੇ 5877077578 ਡਿਸਟ੍ਰਿਕਟ 5 ਲਾਅ ਚੈਂਬਰਸ ਜਿਹੜੀ ਹੈ ਉਹ ਮੇਰੀ ਲਾਅ ਫਰਮ ਹੈ ਤੇ ਉੱਥੇ ਮੈਂ ਬੈਰਿਸਟਰ ਐਂਡ ਸੋਲਿਸਿਟਰ ਹਾਂ ਤੇ ਪੰਜਾਬੀ ਉਰਦੂ ਹਿੰਦੀ ਤਾਮਿਲ ਤੇ ਮਲਿਆਲਮ ਦੇ ਵਿੱਚ ਇੱਥੇ ਹੈ ਨੇ ਸਰਵਿਸਿਜ਼ ਤੇ ਜੋ ਵੀ ਹੋਏ ਤੁਸੀਂ ਪਲੀਜ਼ ਰੀਚ ਆਊਟ ਕਰ ਸਕਦੇ ਹੋ ਫੇਸਬੁੱਕ ਤੇ ਵੀ ਫੈਜ਼ਾਨ ਐਮ ਬੱਟ ਮੇਰਾ ਨਾਮ ਜੇ ਤੇ ਸੈਮੀ ਬਾਈ ਨੂੰ ਵੀ ਤੁਸੀਂ ਰੀਚ ਆਊਟ ਕਰ ਸਕਦੇ ਹੋ ਕੋਈ ਵੀ ਕੰਮ ਹੋਏ ਤੁਸੀਂ ਪਲੀਜ਼ ਡਰਿਓ ਨਾ ਅਸੀਂ ਡਰਨ ਦੀ ਗੱਲ ਵੀ ਨਹੀਂ ਤੇ ਇਹ ਵੀ ਨਹੀਂ ਕਿ ਕਿਤੇ ਦੂਰ ਤੱਕ ਤੁਹਾਡੀ ਗੱਲ ਪਹੁੰਚੇਗੀ ਤੁਹਾਨੂੰ 100% ਜਿੰਨੀ ਮਦਦ ਜਿੰਨੀ ਸੇਵਾ ਸਾਡੇ ਕੋਲ ਹੋ ਸਕੀ ਅਸੀਂ ਕਰਾਂਗੇ ਚਾਹੇ ਤੁਸੀਂ ਜਿਹੜੇ ਮਰਜ਼ੀ ਮਜ਼ਹਬ ਜਾਂ ਕਲਚਰ ਦੇ ਹੋ ਇਟ ਡਸਨਟ ਮੈਟਰ ਹਾਂਜੀ ਤਾਂ ਮੈਂ ਵੀ ਆਪਣਾ ਨੰਬਰ ਮੇਰਾ ਫੋਨ ਨੰਬਰ ਹੈ 5877777200 ਸੋ ਜਿਹੜੀ ਵੀ ਗੱਲਬਾਤ ਤੁਸੀਂ ਮੇਰੇ ਤੱਕ ਪਹੁੰਚਾਉਣੇ ਮੈਂ ਆਪਣੇ ਬਾਰੇ ਦੱਸ ਦੇਵਾਂ ਕਿ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਿਜ਼ਨਸ ਓਨ ਕਰਦਾ ਕਿਉਂਕਿ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ ਕਿ ਬੰਦਾ ਇਹ ਕੌਣ ਆ ਕਮਿਊਨਿਟੀ ਸਾਡੀ ਦੇ ਵਿੱਚ ਕੈਲਗਰੀ ਫਲਾਇਰ ਡਿਸਟ੍ਰੀਬਿਊਸ਼ਨ YYC ਪ੍ਰਿੰਟਿੰਗ ਔਰ ਉਸ ਤੋਂ ਇਲਾਵਾ ਮੈਂ 18 ਸਾਲ ਜਿਹੜਾ 18 ਈਅਰ ਉਹ ਕੈਲਗਰੀ ਸਨ ਦੇ ਨਾਲ ਵੀ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਆਪਣਾ ਕੰਮ ਕਰ ਚੁੱਕਿਆ
ਸੋ ਜੋ ਵੀ ਮੇਰੇ ਨਾਲ, ਕਿਉਂਕਿ ਜਿੰਨਾ ਵੀ ਮੈਂ ਕੰਮ ਕੀਤਾ ਮੇਰੇ ਕੋਲੇ ਬਹੁਤ ਸਾਰੀ ਇਨਫੋਰਮੇਸ਼ਨ ਪਹਿਲਾਂ ਵੀ ਆਉਂਦੀ ਰਹੀ ਆ, ਪਰ ਅਸੀਂ ਕਿਸੇ ਦੇ ਨਾਲ ਵੀ ਤੁਹਾਡੀ ਥਰਡ ਪਾਰਟੀ ਦੇ ਨਾਲ ਕੋਈ ਵੀ ਇਨਫੋਰਮੇਸ਼ਨ ਉਹ ਸ਼ੇਅਰ ਨਹੀਂ ਕਰਦਾ। ਮੈਂ ਪਰਸਨਲੀ ਆਪਣੇ ਤੇ ਕਹਿ ਰਿਹਾ ਕਿ ਮੈਂ ਕੋਈ ਵੀ ਇਨਫੋਰਮੇਸ਼ਨ, ਈਵਨ ਮੇਰੇ ਘਰ ਦੇ ਵਿੱਚ ਵੀ ਜੋ ਮੇਰੇ ਕੋਲ ਗੱਲ ਹੁੰਦੀ ਆ ਉਹ ਮੇਰੇ ਘਰ ਦੇ ਵਿੱਚ ਵੀ ਨਹੀਂ ਪਤਾ ਹੁੰਦੀ, ਕਿਉਂਕਿ ਬਹੁਤ ਸਾਰੇ ਪਹਿਲਾਂ ਵੀ ਮੈਨੂੰ ਫੋਨ ਕਾਲਸ ਆ ਜਾਂਦੇ ਨੇ, ਹਰ ਇੱਕ ਬੰਦਾ ਗੱਲ ਕਰ ਲੈਂਦਾ। ਸੋ ਤੁਸੀਂ ਬੇਫਿਕਰ ਹੋ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 5877777200। ਸੋ ਮੈਸੇਜ ਛੱਡ ਸਕਦੇ ਹੋ, ਬੈਕ ਕਾਲ ਹੋ ਜੂ। ਕਿਸੇ ਤਰ੍ਹਾਂ ਦੀ ਕੋਈ ਹੈਲਪ ਹੋਵੇ ਇਸ ਦੇ ਵਿੱਚ, ਕਿਉਂਕਿ ਸਾਡਾ ਮਕਸਦ ਹੈ ਕਮਿਊਨਿਟੀ ਦੇ ਵਿੱਚ ਟਿਕਟ ਕਰਾਉਣਾ। ਸੋ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਸ ਪ੍ਰੋਬਲਮ ਨੂੰ ਜਾਂ ਮੈਂ ਭੱਟ ਸਾਹਿਬ ਨੂੰ ਕਹਿ ਕੇ ਜਾਂ ਅਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਇਨਵੋਲਵ ਕਰਕੇ ਉਹ ਸੋਲਵ ਕਰ ਸਕਦੇ ਹਾਂ, ਤਾਂ ਤੁਸੀਂ ਸਾਡੇ ਤੱਕ ਜਿਹੜਾ ਕਿ ਉਹ ਆਪਣਾ ਮੈਸੇਜ ਪਹੁੰਚਾ ਸਕਦੇ ਹੋ। ਭੱਟ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਗਲੇ ਵੀਕ ਅਸੀਂ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਨੂੰ ਜਿਹੜਾ ਕਿ ਇਨਵਾਈਟ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਸੰਡੇ ਨੂੰ। ਸੋ ਗੱਲਬਾਤ ਅਸੀਂ ਅਗਲੇ ਵਿਸ਼ੇ ਦੇ ਉੱਪਰ ਆਪਣੀ ਕਰਾਂਗੇ ਉਹ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੀ ਸਮਾਪਤੀ ਆ। ਸੋ ਮਿਲਦੇ ਹਾਂ ਅਗਲੇ ਸੰਡੇ ਫਿਰ ਦੁਬਾਰਾ ਕਿਸੇ ਨਵੇਂ ਵਿਸ਼ੇ ਦੇ ਨਾਲ। ਭੱਟ ਸਾਹਿਬ ਸਾਡੇ ਨਾਲ ਹੋਣਗੇ ਤਾਂ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਤਦ ਤੱਕ ਲਈ ਸਤਿ ਸ੍ਰੀ ਅਕਾਲ, ਸਲਾਮ ਅਲੈਕਮ, ਹੈਲੋ, ਬਾਏ।